ਕਾਫੀ ਚਿਰੋਕੇ ਦੁਪਹਿਰ ਦੇ 2:30 ਵਜੇ ਸਰਗੋਦੇ ਪੁੱਜੇ। ਕਿਉਂ ਜੋ ਟੁਰਨ ਤੋਂ ਪਹਿਲਾਂ ਸਵੇਰੇ ਡਿਪਟੀ ਕਮਿਸ਼ਨਰ ਸਾਹਿਬ ਦੇ ਬੰਗਲੇ ਉੱਤੇ ਨਾਸ਼ਤੇ ਲਈ ਜਾਣਾ ਪਿਆ ਸੀ। ਉਹ ਖੁਦ ਤਸ਼ਰੀਫ ਵਾਪਸ ਨਹੀਂ ਸਨ ਲਿਆਏ ਹਾਲੀ, ਪਰ ਉਹਨਾਂ ਦੇ ਪਰਿਵਾਰ ਦਾ ਬਹੁਤ ਇਸਰਾਰ ਸੀ। ਖੁਆ ਕੇ ਝੰਗ ਦੇ ਲੋਕਾਂ ਪਹਿਲਾਂ ਹੀ ਦੁੰਬਾ ਕਰ ਛੱਡਿਆ ਸੀ। ਇਹ ਨਾਸ਼ਤਾ ਵੀ ਲੰਚ ਜਾਂ ਡਿਨਰ ਤੋਂ ਘੱਟ ਨਹੀਂ ਸੀ। ਉਹਨਾਂ ਦੇ ਪਰਿਵਾਰ ਵਿੱਚੋਂ ਹੀ ਇੱਕ ਨੌਜਵਾਨ ਸਰਗੋਦੇ ਤੀਕ ਬੱਸ ਵਿੱਚ ਮੇਰੇ ਨਾਲ ਚੱਲਣ ਨੂੰ ਬਾਜ਼ਿਦ ਹੋ ਗਿਆ। ਮੈਂ ਸਰਗੋਦੇ ਤੋਂ ਉੱਕਾ ਨਾਵਾਕਫ ਸਾਂ। ਇਹ ਲੋਕ ਨਹੀਂ ਸਨ ਚਾਹੁੰਦੇ ਕਿ ਕੋਤਵਾਲੀ ਅਤੇ ਸਿਕਿਉਰਿਟੀ ਆਫਸਾਂ ਵਿੱਚ ਮੈਨੂੰ ਫੇਰ ਪਰੇਸ਼ਾਨ ਹੋਣਾ ਪਏ। ਇਹ ਗੱਲ ਮੈਨੂੰ ਵੀ ਜੱਚ ਗਈ। ਸਰਗੋਦੇ ਵਿੱਚ ਚੰਡੀਗੜ੍ਹ ਵਾਂਗ ਮੁਹੱਲਿਆਂ ਦੀ ਥਾਂ ਸੈਕਟਰ ਹਨ। ਪਹਿਲਾਂ ਤਾਂ ਮੈਂ ਸੋਚਿਆ ਕਿ ਇਹ ਨਵੀਂ ਈਜਾਦ ਹੋਵੇਗੀ, ਪਰ ਫਿਰ ਪਤਾ ਚੱਲਿਆ ਕਿ ਅੰਗਰੇਜ਼ੀ ਜ਼ਮਾਨੇ ਤੋਂ ਹੀ ਇੰਜ ਚੱਲਾ ਆ ਰਿਹਾ ਹੈ। ਮੇਰੇ ਸਾਥੀ, ਜਿਸ ਦਾ ਪ੍ਰਭਾਵਸ਼ਾਲੀ ਨਾਂ ਸਿਕੰਦਰ ਹਯਾਤ ਖਾਨ ਸੀ, ਦਾ ਘਰ 18 ਨੰਬਰ ਸੈਕਟਰ ਦੀ ਇੱਕ ਗਲੀ ਵਿੱਚ ਸੀ। ਉਸ ਦਾ ਅਸਲੀ ਵਤਨ ਸੀ ਦਿੱਲੀ। ਪਠਾਨ ਕੌਮੀਅਤ ਦੇ ਸਨ ਅਤੇ ਕਿਸੇ ਜ਼ਮਾਨੇ ਕਾਬਲ ਤੋਂ ਜਲਾਵਤਨ ਹੋ ਕੇ ਦਿੱਲੀ ਵਸ ਗਏ ਸਨ। ਉੱਥੇ ਉਹਨਾਂ ਨੂੰ ਅੰਗਰੇਜ਼ੀ ਸਰਕਾਰ ਨੇ ਜਗੀਰ ਦਿੱਤੀ ਹੋਈ ਸੀ। ਮੁਹਾਜਰ ਹੋ ਕੇ ਪਾਕਿਸਤਾਨ ਆਉਣ ਉੱਤੇ ਵੀ ਉਹਨਾਂ ਨੂੰ ਚੰਗਾ ਮੁਆਵਜ਼ਾ ਮਿਲਿਆ ਹੈ। ਲਾਇਲਪੁਰ, ਲਾਹੌਰ, ਸਰਗੋਦੇ, ਰਾਵਲਪਿੰਡੀ ਸਭਨਾਂ ਥਾਵਾਂ ਉੱਤੇ ਹੁਣ ਇਹਨਾਂ ਦੇ ਘਰ-ਬਾਰ ਤੇ ਕਾਰੋਬਾਰ ਹਨ। ਰਾਹ ਵਿੱਚ ਬੱਸ ਦੀ ਬਾਰੀ ਵਿੱਚੋਂ ਸਿਕੰਦਰ ਨੇ ਮੈਨੂੰ ਉਹ ਜ਼ਮੀਨਾਂ ਵੀ ਵਿਖਾਈਆਂ ਜਿਹੜੀਆਂ ਉਹਨਾਂ ਨੂੰ ਅਲਾਟ ਹੋਈਆਂ ਸਨ ਅਤੇ ਜਿਨ੍ਹਾਂ ਦੀ ਵੇਖਭਾਲ ਉਹਦੇ ਆਪਣੇ ਜ਼ਿੰਮੇ ਸੀ। ਸਿਕੰਦਰ ਪੰਜਾਬੀ ਬੋਲਦਾ ਹੈ, ਪਰ ਹਾਲੇ ਬਹੁਤੀ ਚੰਗੀ ਨਹੀਂ। ਉਰਦੂ ਖੂਬ ਸੋਹਣੀ ਦਿੱਲੀ ਵਾਲੀ ਬੋਲਦਾ ਹੈ, ਪਰ ਮੈਨੂੰ ਸੁਣ ਕੇ ਹਲਕਤ ਆਉਂਦੀ ਹੈ। ਹੁਣ ਮੈਂ ਆਪਣੇ ਵੱਡੇ ਵਡੇਰਿਆਂ ਦੀ ਖਾਸ ਜਨਮ ਭੂਮੀ ਵਿੱਚ ਦਾਖਲ ਹੋ ਰਿਹਾ ਸਾਂ। ਚਾਹੁੰਦਾ ਸਾਂ ਇੱਥੋਂ ਦੀ ਬੋਲੀ ਹੀ ਮੇਰੇ ਕੰਨਾਂ ਵਿੱਚ ਪਏ। ਮੇਰੇ ਕਹਿਣ ਉੱਤੇ ਵਿਚਾਰਾ ਪੰਜਾਬੀ ਬੋਲਣ ਲੱਗ ਪਿਆ, ਪਰ ਇਸ ਤਰ੍ਹਾਂ ਵੀ ਸਵਾਲ ਹੱਲ ਨਹੀਂ ਹੋਇਆ। ਅਖੀਰ ਇੱਕ ਚੰਗੇ ਆਗਿਆਕਾਰੀ ਬੰਦੇ ਵਾਂਗ ਉਹਨੇ ਚੋਪੀ ਧਾਰ ਲਈ। ਉਹਨੇ ਵੇਖਿਆ ਕਿ ਮੇਰੇ ਕੰਨ ਪਿੱਛੇ ਬੈਠੀਆਂ ਸਵਾਰੀਆਂ ਦੇ ਵਾਰਤਾਲਾਪ ਵਿੱਚ ਲੀਨ ਹਨ। ਮੇਰੀਆਂ ਅੱਖਾਂ ਇਸ 80 ਮੀਲ ਲੰਮੇ ਸਫ਼ਰ ਦੇ ਦੌਰਾਨ ਆਸੇ-ਪਾਸੇ ਉਸਾਰੀ ਦੇ ਚਿੰਨ੍ਹ ਵੀ ਟੋਲ ਰਹੀਆਂ ਸਨ। ਪੂਰਬੀ ਪੰਜਾਬ ਦੀ ਧਰਤੀ ਉੱਪਰ ਟਰੈਕਟਰ ਜ਼ਰੂਰ ਕਿਤੇ ਨਾ ਕਿਤੇ ਨਜ਼ਰੀ ਪੈ ਜਾਂਦੇ ਹਨ। ਟਰੱਕਾਂ ਦੀ ਘਮਸਾਨ ਹੁੰਦੀ ਹੈ। ਛੋਟੇ ਤੇ ਵੱਡੇ ਕਾਰਖਾਨੇ ਵੀ ਥਾਂ-ਥਾਂ ਦਿਸਦੇ ਹਨ, ਪਰ ਅਜਿਹੇ ਆਸਾਰ ਮੈਨੂੰ ਝੰਗ ਤੋਂ ਸਰਗੋਦੇ ਤੀਕ ਵੀ ਖਾਸ ਕਿਤੇ ਨਜ਼ਰ ਨਹੀਂ ਆਏ। ਹਾਂ, ਜੱਟਾਂ ਦੀ ਆਰਥਿਕ ਦਸ਼ਾ ਪੂਰਬੀ ਪੰਜਾਬ ਦੇ ਜੱਟਾਂ ਦੇ ਮੁਕਾਬਲੇ ਵਿੱਚ ਮੈਨੂੰ ਕੋਈ ਮਾੜੀ ਨਹੀਂ ਦਿਸੀ। ਜਿਸ ਗਲੀ ਵਿੱਚ ਸਿਕੰਦਰ ਦਾ ਘਰ ਸੀ, ਤਕਰੀਬਨ ਸਾਰੀ ਦੀ ਸਾਰੀ ਹੀ ਦਿੱਲੀ ਵਾਲਿਆਂ ਨੇ ਮੱਲੀ ਹੋਈ ਸੀ। ਖੁਰੇ ਉੱਤੇ ਮੂੰਹ ਹੱਥ ਧੋਂਦਿਆਂ ਅਤੇ ਬੈਠਕ ਵਿੱਚ ਰੋਟੀ ਟੁੱਕਰ ਖਾਂਦਿਆਂ ਮੈਂ ਉਹਨਾਂ ਉੱਡ ਗਏ ਪੰਖੇਰੂਆਂ ਬਾਰੇ ਸੋਚਣੋਂ ਨਾ ਰਹਿ ਸਕਿਆ, ਜਿਨ੍ਹਾਂ ਕਦੇ ਇਹ ਆਲਣਾ ਆਪਣੇ ਲਈ ਬਣਾਇਆ ਸੀ। ਕੀ ਬੀਤੀ ਉਹਨਾਂ ਨਾਲ? ਹੁਣ ਕਿਸ ਥਾਂ ਜਾ ਉਤਰੇ ਹੋਣਗੇ ਉਹ? ਕੀ ਉਹਨਾਂ ਬਾਰੇ ਸਿਕੰਦਰ ਤੋਂ ਪੁੱਛ-ਗਿੱਛ ਕਰਨੀ ਵਾਜਬ ਹੋਵੇਗੀ? ਇਹਨਾਂ ਮੁੰਡਿਆਂ ਨੂੰ ਕੀ ਪਤਾ, ਜਦੋਂ ਇਹ ਭਗੌੜੇ ਬਣ ਕੇ ਆਏ ਹੋਣਗੇ, ਉਹ ਭਗੌੜੇ ਕਦੋਂ ਦੇ ਲਾਪਤਾ ਹੋ ਚੁੱਕੇ ਹੋਣਗੇ। ਕੀ ਲਾਭ ਇਹਨਾਂ ਗੱਲਾਂ ਨੂੰ ਛੇੜਨ ਦਾ? ਪਰ ਲਾਸ਼ ਨੂੰ ਭਾਵੇਂ ਕਿਤਨਾ ਡੂੰਘਾ ਦੱਬ ਛੱਡੋ, ਬੋ ਤਾਂ ਥੋੜ੍ਹੀ ਬਹੁਤ ਆਉਂਦੀ ਹੀ ਹੈ। ਸਿਕੰਦਰ ਦੀ ਸਹਾਇਤਾ ਨਾਲ ਪੁਲਿਸ ਤੇ ਸਿਕਿਉਰਿਟੀ ਦੀ ਹਾਜ਼ਰੀ ਬਿਲਾ ਤਕਲੀਫ ਦੇ ਝਟਪਟ ਵਾਪਰ ਗਈ। ਪਰ ਮੰਨਣਾ ਪਵੇਗਾ ਕਿ ਇਹ ਕਵੈਦ, ਕਹਿ ਲਓ ਭਾਵੇਂ ਖੇਡ, ਸਰਗੋਦੇ ਵਿੱਚ ਮੇਰਾ ਵੱਡਾ ਮਸ਼ਗਲਾ ਬਣੀ ਰਹੀ। ਕੱਲ੍ਹ ਭੇਰੇ ਰਵਾਨਾ ਹੋਣ ਤੋਂ ਪਹਿਲਾਂ ਫੇਰ ਥਾਣੇ ਜਾ ਕੇ ਰੁਖਸਤ ਦੀ ਮੋਹਰ ਲਵਾਣੀ ਹੋਵੇਗੀ। ਭੇਰੇ ਦੇ ਥਾਣੇ ਵਿੱਚ ਪਹੁੰਚਦੀ ਅਤੇ ਉੱਥੋਂ ਟੁਰਨ ਵੇਲੇ ਦੀ ਮੋਹਰ ਲਵਾਉਣੀ ਹੋਵੇਗੀ। ਦੁਪਹਿਰੀਂ 3 ਵਜੇ ਤੋਂ ਪਹਿਲਾਂ ਸਰਗੋਦੇ ਵਾਪਸ ਪਹੁੰਚਣਾ ਹੋਵੇਗਾ, ਵਰਨਾ ਸਿਕਿਉਰਿਟੀ ਆਫਿਸ ਬੰਦ ਹੋ ਜਾਵੇਗਾ ਅਤੇ ਪਰਸੋਂ ਸਵੇਰੇ 6 ਵਜੇ ਦੀ ਗੱਡੀ ਰਾਵਲਪਿੰਡੀ ਰਵਾਨਾ ਹੋਣਾ ਦੁਸ਼ਵਾਰ ਹੋ ਜਾਵੇਗਾ। ਮੈਂ ਆਪਣੇ ਘਰ ਕਈ ਵਾਰੀ ਜ਼ਿਕਰ ਸੁਣਿਆ ਸੀ ਕਿ ਸਾਡੇ ਕਈ ਰਿਸ਼ਤੇਦਾਰ ਸਰਗੋਦੇ ਸ਼ਹਿਰ ਜਾਂ ਆਸ-ਪਾਸ ਦੇ ਪਿੰਡਾਂ ਵਿੱਚ ਹੁਣ ਵੀ ਵਸੇ ਹੋਏ ਹਨ। ਉਨ੍ਹਾਂ ਵਿੱਚੋਂ ਕੁਝ ਮੁਸਲਮਾਨ ਹੋ ਗਏ ਹਨ ਅਤੇ ਕੁਝ ਹਾਲੀ ਵੀ ਹਿੰਦੂ ਹਨ। ਲਾਇਲਪੁਰੋਂ ਝੰਗ ਆਉਂਦਿਆਂ ਮਿਹਰ ਰੋਬੇ ਖਾਨ ਦੀ ਫੋਟੋ ਖਿੱਚਣ ਵੇਲੇ ਇੱਕ ਜੱਟ ਨੇ ਸਰਗੋਦੇ ਦੇ ਮੋਹਨ ਲਾਲ ਸਾਹਨੀ ਵਕੀਲ ਦਾ ਨਾਂ ਲਿਆ ਸੀ। ਸ਼ਾਮ ਵੇਲੇ ਸਿਕੰਦਰ ਤੇ ਮੈਂ ਉਹਨਾਂ ਦਾ ਪਤਾ ਲਾਉਣ ਲਈ ਨਿਕਲ ਪਏ। ਵੱਡੇ ਬਾਜ਼ਾਰ ਵਿੱਚ ਵੜਦਿਆਂ ਸਾਰ ਮੈਂ ਸਾਹਨੀ ਕਲਾਥ ਹਾਊਸ ਦਾ ਬੋਰਡ ਪੜ੍ਹਿਆ ਅਤੇ ਝੱਟ ਦੁਕਾਨ ਦੇ ਅੰਦਰ ਜਾ ਵੜਿਆ। ਪਰ ਇਹ ਲੋਕ ਭੇਰੇ ਦੇ ਨਹੀਂ, ਗੁਜਰਾਂਵਾਲੇ ਦੇ ਸਾਹਨੀ ਸਨ। ਉਹਨਾਂ ਦੇ ਪੁਰਖੇ ਕੋਈ 150 ਸਾਲ ਹੋਇਆ ਮੁਸਲਮਾਨ ਹੋ ਗਏ ਸਨ। ਪਰ ਇੱਕ ਗੱਲ ਉਹਨਾਂ ਚੰਗੀ ਸੁਣਾਈ, ਉਹ ਇਹ ਕਿ ਵਕੀਲ ਮੋਹਨ ਲਾਲ ਸਾਹਿਬ ਨਿਰਸੰਦੇਹ ਭਿਰੋਚੀ ਹਨ ਅਤੇ ਉਹਨਾਂ ਦਾ ਘਰ ਇੱਥੇ ਕਿਤੇ ਨੇੜੇ ਹੀ ਹੈ। ਸਾਨੂੰ ਘਰ ਢੂੰਡਣ ਵਿੱਚ ਦੇਰ ਨਹੀਂ ਲੱਗੀ। ਸ਼੍ਰੀ ਮੋਹਨ ਲਾਲ ਸਾਹਨੀ ਸ਼ਹਿਰ ਦੇ ਪੁਰਾਣੇ ਅਤੇ ਮੁਅੱਜ਼ਜ਼ ਵਕੀਲਾਂ ਵਿੱਚੋਂ ਹਨ ਅਤੇ ਸ਼ਾਇਦ ਨਗਰ ਸਭਾ ਦੇ ਵੀ ਮੈਂਬਰ। ਬੜਾ ਆਲੀਸ਼ਾਨ ਮਕਾਨ ਸੀ ਉਹਨਾਂ ਦਾ। ਸਿਕੰਦਰ ਤੇ ਮੈਂ ਬੜੇ ਅਦਬ ਨਾਲ ਉਹਨਾਂ ਦੇ ਦਫ਼ਤਰ ਵਿੱਚ ਦਾਖਲ ਹੋਏ। 60 ਕੁ ਵਰ੍ਹਿਆਂ ਦੇ ਬਜ਼ੁਰਗ ਹੋਣਗੇ ਉਹ। ਵਕੀਲਾਂ ਵਾਲਾ ਕਾਲਰ ਤੇ ਕਾਲਾ ਕੋਟ ਅਜੇ ਵੀ ਪਾਇਆ ਸੀ, ਜਿਸ ਤੋਂ ਜ਼ਾਹਰ ਹੁੰਦਾ ਸੀ
ਕਿ ਕਚਹਿਰੀਓਂ ਉਹ ਵਾਪਸ ਆਉਂਦਿਆਂ ਹੀ ਫੇਰ ਕੰਮ ਵਿੱਚ ਜੁਟ ਗਏ ਸਨ। ਮੇਜ਼ ਦੇ ਆਲੇ-ਦੁਆਲੇ ਦੀਆਂ ਦੂਜੀਆਂ ਕੁਰਸੀਆਂ ਉੱਤੇ ਕਾਰਿੰਦੇ ਤੇ ਮੁਅੱਕਲ ਬੈਠੇ ਹੋਏ ਸਨ, ਜਿਨ੍ਹਾਂ ਦਾ ਪਹਿਰਾਵਾ ਦਿਹਾਤੀ ਸੀ। ਸਾਡੇ ਸਾਨੀ ਖਾਨਦਾਨ ਨੇ ਬੜੀ ਭਾਰੀ ਸੰਖਿਆ ਵਿੱਚ ਵਕੀਲ ਤੇ ਜੱਜ ਪੈਦਾ ਕੀਤੇ ਹਨ। ਇਸ ਦਫ਼ਤਰ ਦਾ ਨਜ਼ਾਰਾ ਕਈ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਲੱਗ ਪਿਆ। ਮੈਂ ਨਮਸਤੇ ਕਰਕੇ ਕਿਹਾ, ਮੈਂ ਬੰਬਿਓਂ ਆਇਆ ਜੀ, ਤੇ ਮੈਂ ਵੀ ਇੱਕ ਸਾਨੀ। ਅੱਗੋਂ ਉਹਨਾਂ ਹੱਥ ਦੇ ਇਸ਼ਾਰੇ ਨਾਲ ਮੈਨੂੰ ਰੋਕ ਕੇ ਕਿਹਾ, ਬੈਠੋ। ਉਹ ਐਨਕ ਲਾ ਕੇ ਚੁੱਪ-ਚਾਪ ਬੜੀ ਦੇਰ ਤੱਕ ਮੇਰੇ ਵੱਲ ਘੂਰਦੇ ਰਹੇ। ਫੇਰ ਜਿਵੇਂ ਬੜੀ ਮੁਸ਼ਕਲ ਨਾਲ ਆਖਿਓ ਨੇ, ਤੂੰ ਬਲਰਾਜ ਏਂ? ਮੇਰਾ ਰੋਮ-ਰੋਮ ਹਲੂਣਿਆ ਗਿਆ। ਜੀ ਕੀਤਾ ਉੱਠ ਕੇ ਉਹਨਾਂ ਨੂੰ ਗਲਵੱਕੜੀ ਪਾ ਲਵਾਂ, ਭਰੋਚੀ ਬੋਲੀ ਵਿੱਚ ਗਲਵੰਡੀ। ਪਰ ਹਾਲੀ ਰਿਸ਼ਤਾ ਨਹੀਂ ਸੀ ਪਛਾਤਾ ਗਿਆ। ਕਿਵੇਂ ਦਲੇਰੀ ਹੁੰਦੀ। ਪਤਾ ਈ, ਮੈਂ ਤੇਰਾ ਕੀ ਲੱਗਣਾ? ਉਹਨਾਂ ਫੇਰ ਕਿਹਾ। ਨਹੀਂ ਜੀ, ਮੈਂ ਡਾਢਾ ਹੀ ਸ਼ਰਮਸਾਰ ਹੋ ਕੇ ਆਖਿਆ। ਕੁਝ ਸਾਲ ਹੋਏ ਮੇਰੇ ਮਾਤਾ-ਪਿਤਾ ਬੰਬਈ ਆ ਕੇ ਠਹਿਰੇ ਸਨ। ਕਈ ਵਾਰੀ ਆਪਸ ਵਿੱਚ ਭੇਰੇ ਤੇ ਸਰਗੋਦੇ ਦੇ ਵਿਛੜੇ ਸੰਬੰਧੀਆਂ ਦਾ ਜ਼ਿਕਰ ਕਰਦੇ, ਪਰ ਮੈਂ ਕਦੇ ਤਵੱਜੋ ਨਹੀਂ ਸੀ ਕੀਤੀ। ਕਦੇ ਮੈਨੂੰ ਆਪ ਸਰਗੋਦੇ ਜਾ ਵੜਨ ਦਾ ਮੌਕਾ ਮਿਲੇਗਾ, ਇਸ ਗੱਲ ਦਾ ਕਦੇ ਸੁਫਨੇ ਵਿੱਚ ਵੀ ਗੁਮਾਨ ਨਹੀਂ ਸੀ ਹੋਇਆ। ਤੇਰੀ ਤਾਈ ਆਏ ਕਿ ਨਾ ਲਖਮੀ? ਜੀ, ਉਹ ਮੇਰੀ ਮਾਸੀ ਲੱਗਦੀ ਆਈ। ਬਚਪਨ ਵਿੱਚ ਜਦੋਂ ਅਸੀਂ ਪਿੰਡੀ ਵੱਲੋਂ ਕਸ਼ਮੀਰ ਜਾਂਦੇ ਤਾਂ ਊੜੀਓਂ ਪਾਰ ਸੜਕ ਦੇ ਸੱਜੇ ਪਾਸੇ ਪਹਾੜ ਦੇ ਨਾਲ-ਨਾਲ ਇੱਕ ਲੱਕੜ ਦੀ ਵਾੜ ਜਿਹੀ ਦਿਸਦੀ। ਮਹੂਰੇ ਦੇ ਬਿਜਲੀ ਘਰ ਦੀ ਨਹਿਰ ਸੀ ਇਹ, ਅਤੇ ਪਿਤਾ ਜੀ ਇਹਦੇ ਵੱਲ ਇਸ਼ਾਰਾ ਕਰਦੇ ਸਾਨੂੰ ਦੱਸਦੇ, ਇਹ ਤੁਹਾਡੇ ਤਾਇਆ ਜੀ ਨੇ ਬਣਵਾਈ ਸੀ, ਸ਼ਿਵਦਾਸ ਭਾਈਆ ਜੀ ਨੇ। ਉਹਨਾਂ ਦਾ ਇੱਥੇ ਠੇਕਾ ਸੀ। ਤਾਇਆ ਜੀ ਨੇ ਮੇਰੇ ਪਿਤਾ ਜੀ ਨੂੰ ਪੁੱਤਰਾਂ ਵਾਂਗ ਪਾਲਿਆ ਸੀ। ਮੇਰੀ ਪੈਦਾਇਸ਼ ਤੋਂ ਬਹੁਤ ਵਰ੍ਹੇ ਪਹਿਲਾਂ ਦੇ ਉਹ ਸਵਰਗਵਾਸ ਹੋ ਚੁੱਕੇ ਸਨ। ਮੇਰੇ ਭੈਣਾਂ-ਭਰਾਵਾਂ ਵਿੱਚੋਂ ਵੀ ਉਹਨਾਂ ਨੂੰ ਕਿਸੇ ਨੇ ਨਹੀਂ ਸੀ ਵੇਖਿਆ, ਪਰ ਤਾਈ ਜੀ ਨੂੰ ਅਸਾਂ ਚੰਗੀ ਤਰ੍ਹਾਂ ਵੇਖਿਆ ਤੇ ਜਾਣਿਆ ਹੋਇਆ ਸੀ। ਕਈ ਵਾਰੀ ਪਿੰਡੇ ਹੀ ਸਾਡੇ ਕੋਲ ਆ ਕੇ ਠਹਿਰਦੇ ਸਨ ਅਤੇ ਬੜਾ ਹੀ ਪਿਆਰ ਕਰਦੇ ਸਨ। ਵੈਸੇ ਬਾਲ ਵਿਧਵਾ ਹੋ ਜਾਣ ਤੋਂ ਬਾਅਦ ਉਹ ਜ਼ਿਆਦਾ ਵਕਤ ਆਪਣੇ ਪੇਕੇ ਘਰ ਹੀ ਗੁਜ਼ਾਰਦੇ ਸਨ। ਕਦੇ ਸਰਗੋਦੇ, ਕਦੇ ਭੇਰੇ ਤੇ ਕਦੇ ਕੈਂਬਲਪੁਰ। ਪਾਕਿਸਤਾਨ ਬਣਨ ਤੋਂ ਬਾਅਦ ਵੀ ਉਹ ਸਰਗੋਦੇ ਹੀ ਰਹੇ ਅਤੇ ਉੱਥੇ ਹੀ ਸਵਰਗਵਾਸ ਹੋਏ। ਮੈਂ ਕਦੇ ਵੀ ਉਹਨਾਂ ਦੀ ਕੋਈ ਸੇਵਾ ਨਹੀਂ ਸੀ ਕੀਤੀ। ਅੰਗਰੇਜ਼ੀ ਤਾਲੀਮ ਦੇ ਸਦਕੇ ਮੈਂ ਹੋਸ਼ ਸੰਭਾਲਦਿਆਂ ਹੀ ਅੱਤ ਦਰਜੇ ਦਾ ਖੁਦਪ੍ਰਸਤ ਹੋ ਗਿਆ ਸਾਂ। ਪਿੰਡੀਓਂ ਨੱਠਿਆਂ ਵੀ ਤਾਂ ਯੁੱਗ ਬੀਤ ਚੁੱਕਾ ਸੀ। ਬੜਾ ਦਿਲ ਦੁਖਿਆ ਆਪਣੀਆਂ ਅਣਗਹਿਲੀਆਂ ਯਾਦ ਕਰਕੇ। ਸ਼ਰਮ ਨਾਲ ਸਿਰ ਨੀਵਾਂ ਹੁੰਦਾ ਜਾ ਰਿਹਾ ਸੀ। ਉਹ ਹੱਸ ਕੇ ਕਹਿਣ ਲੱਗੇ, ਸੁਣ ਭਾਈ ਸਿਆਣਿਆ, ਤੁਹਾਡੀ ਜਿਹੜੀ ਇੱਥੇ ਜਾਇਦਾਦ ਆਈ, ਉਹ ਤੁਸਾਂ ਕਲੇਮ ਕਿਉਂ ਨਾ ਕੀਤੀ? ਸਾਡੀ ਇੱਥੇ ਕਿਹੜੀ ਜਾਇਦਾਦ ਸੀ? ਮੈਂ ਹੈਰਾਨ ਹੋ ਕੇ ਪੁੱਛਿਆ। ਤੇਰੇ ਤਾਇਆ ਜੀ ਦਾ ਇੱਕ ਮਕਾਨ ਹੁੰਦਾ ਸੀ। ਉਹਨਾਂ ਦੇ ਮਰਨ ਤੋਂ ਬਾਅਦ ਤੇਰੇ ਪਿਤਾ ਜੀ ਨੇ ਉਸ ਨੂੰ ਢਵਾ ਕੇ ਦੁਕਾਨਾਂ ਬਣਵਾ ਦਿੱਤੀਆਂ ਸਨ। ਉਹਨਾਂ ਦਾ ਕਿਰਾਇਆ ਤੇਰੇ ਤਾਈ ਜੀ ਨੂੰ ਮਿਲਦਾ ਰਹਿੰਦਾ ਸੀ, ਪਰ ਉਹਨਾਂ ਦੇ ਮਰਨ ਤੋਂ ਬਾਅਦ ਤਾਂ ਵਾਰਸ ਤੁਸੀਂ ਲੋਕ ਹੀ ਸੋ। ਤੁਸਾਂ ਕਿਉਂ ਨਾ ਕਲੇਮ ਕੀਤਾ? ਮੈਂ ਤੁਹਾਡੇ ਪਿਤਾ ਜੀ ਨੂੰ ਚਿੱਠੀਆਂ ਵੀ ਪਾਈਆਂ, ਪਰ ਉਹਨਾਂ ਕੋਈ ਜਵਾਬ ਹੀ ਨਾ ਦਿੱਤਾ। ਮੈਨੂੰ ਤਾਂ ਕੁਝ ਪਤਾ ਹੀ ਨਹੀਂ ਇਸ ਗੱਲ ਦਾ। ਪਿਤਾ ਜੀ ਨੇ ਕਦੇ ਮੇਰੇ ਨਾਲ ਜ਼ਿਕਰ ਹੀ ਨਹੀਂ ਕੀਤਾ। ਚਲੋ, 2-3 ਦੁਕਾਨਾਂ ਕਲੇਮ ਨਾ ਕੀਤੀਆਂ ਤਾਂ ਕੀ ਹੋਇਆ? ਪਤਾ ਹੀ ਵੰਡ ਵੇਲੇ ਕੀਮਤ ਕੀ ਸੀ ਉਹਨਾਂ ਦੁਕਾਨਾਂ ਦੀ? ਘੱਟੋ-ਘੱਟ 3 ਲੱਖ। ਸੁਣ ਕੇ ਮੈਂ ਚਮਕ ਪਿਆ ਕਿ ਇਹ ਸਣਜਾਣੇ ਸ਼ਹਿਰ ਵਿੱਚ, ਜਿਸ ਨੂੰ ਕਦੇ ਮੈਂ ਵੇਖਿਆ ਹੀ ਨਹੀਂ, ਮੇਰੀ ਲੱਖਾਂ ਰੁਪਏ ਦੀ ਜਾਇਦਾਦ ਸੀ। ਇੱਕਦਮ ਮੈਂ ਆਪਣੇ ਆਪ ਨੂੰ ਬੜਾ ਅਮੀਰ ਤੇ ਸਰਗੋਦੀਆ ਮਹਿਸੂਸ ਕੀਤਾ। ਹੁਣ ਤੀਕ ਸਰਗੋਦੇ ਸ਼ਹਿਰ ਨੂੰ ਮੈਂ ਕਦੇ ਵੀ ਕੋਈ ਅਹਿਮੀਅਤ ਨਹੀਂ ਸੀ ਦਿੱਤੀ। ਉਹਨੂੰ ਮਹਿਜ਼ ਇੱਕ ਪਿੰਡ ਜਾਂ ਕਸਬੇ ਵਰਗਾ ਤਸੱਵਰ ਕੀਤਾ ਸੀ। ਨਾਲ ਰਾਵਲਪਿੰਡੀ ਦਾ ਜੰਪਲ ਹੋਣ ਕਰਕੇ ਅਸੀਂ ਭਿਰੋਚੀ ਲਹਿਜ਼ੇ ਦੀ ਹਮੇਸ਼ਾ ਮਸਖਰੀ ਕਰਦੇ ਹੁੰਦੇ ਸਾਂ। ਇਸ ਲਹਿਜ਼ੇ ਅਨੁਸਾਰ ਸਰਗੋਦਾ ਸ਼ਬਦ ਦਾ ਗੋਦ ਬੜਾ ਉਘੇੜ ਕੇ ਕੰਨਾਂ ਵਿੱਚ ਪੈਂਦਾ ਅਤੇ ਸਾਡੇ ਲਈ ਯਕੀਨ ਕਰਨਾ ਔਖਾ ਹੋ ਜਾਂਦਾ ਕਿ ਇਸ ਨਾਂ ਦਾ ਸ਼ਹਿਰ ਵੀ ਕਦੇ ਵੱਡਾ ਜਾਂ ਸੋਹਣਾ ਹੋ ਸਕਦਾ ਹੈ। ਹੁਣ ਤੀਕ ਇਹੋ ਪ੍ਰਭਾਵ ਮਨ ਵਿੱਚ ਬੈਠਾ ਚਲਾ ਆ ਰਿਹਾ ਸੀ। ਤੁਸੀਂ ਆਪ ਕਿਉਂ ਨਾ ਕਲੇਮ ਕਰ ਲਿੱਤਾ ਪਾਪਾ ਜੀ? ਮੈਂ ਪੁੱਛਿਆ। ਚੀਜ਼ ਤੁਹਾਡੀ, ਅਸੀਂ ਕਿਵੇਂ ਕਲੇਮ ਕਰ ਲੈਂਦੇ? ਸੱਚੀ ਤੇ ਖਰੀ ਸਾਨੀਆਂ ਵਾਲੀ ਅਣਖ ਸੀ ਇਹ, ਵਰਨਾ ਉਸ ਉਥਲ-ਪੁਥਲ ਦੇ ਵੇਲੇ ਬਰਹੱਕ ਆਪਣੀ ਇੱਕ ਖਾਨਦਾਨੀ ਚੀਜ਼ ਨੂੰ ਸਾਂਭ ਲੈਣਾ ਉਹਨਾਂ ਜਿਹੇ ਉੱਘੇ ਵਿਅਕਤੀ ਲਈ ਕੋਈ ਔਖਾ ਕੰਮ ਨਹੀਂ ਸੀ। ਪਰ ਪਿਤਾ ਜੀ ਜੇ ਕਲੇਮ ਕਰਦੇ ਵੀ ਤਾਂ ਭਾਰਤੀ ਹਕੂਮਤ ਵੱਲੋਂ 25-30 ਹਜ਼ਾਰ ਤੋਂ ਵੱਧ ਨਹੀਂ ਸੀ ਮਿਲਣਾ। ਪਰ ਇਹਨਾਂ ਇੱਥੇ ਬੈਠਿਆਂ ਦੇ ਲਈ ਉਸ ਵੇਲੇ ਦੀ 3 ਲੱਖ ਦੀ ਚੀਜ਼ ਇਸ ਵੇਲੇ 6 ਲੱਖ ਦੇ ਬਰਾਬਰ ਹੁੰਦੀ। ਬਲਰਾਜ, ਇੱਥੇ ਸਾਡੇ ਕੋਲ ਕਿਉਂ ਨਹੀਂ ਆਏ ਕਿ ਠਹਿਰਿਆ? ਅਸਾਂ ਅਖਬਾਰ ਵਿੱਚ ਜਿੱਦਣ ਪੜ੍ਹਿਆ ਤੂੰ ਆਇਆ ਹੋਇਆਂ, ਸਾਨੂੰ ਤਾਂ ਪੱਕੀ ਉਮੀਦ ਆਈ ਸਾਡੇ ਕੋਲ ਕੁਝ ਦਿਨ ਆ ਰਹਿਸੈਂ। ਅਸੀਂ ਤਾਂ ਆਂਢ-ਗੁਆਂਢ ਨੂੰ ਪਏ ਦੱਸਦੇ ਸਾਂ। ਮੈਨੂੰ ਖਿਆਲ ਹੀ ਨਹੀਂ ਸੀ ਪਾਪਾ ਜੀ ਕਿ ਇੱਥੇ ਮੇਰਾ ਆਪਣਾ ਘਰ ਏ। ਹੁਣ ਤਾਂ ਬਸ ਕੱਲ੍ਹ ਦਾ ਦਿਨ ਭੇਰੇ, ਫੇਰ ਵਾਪਸ ਆ ਕੇ ਪਰਸੋਂ ਪਿੰਡੀ ਚਲਾ ਜਾਵਾਂਗਾ।
"ਭੇਰੇ ਕਿਸ ਕੋਲ ਜਾਸੇ? ਕਿਸ ਕੋਲ ਜਾਣਾ? ਉੱਥੇ ਹੁਣ ਕੌਣ ਏ ਸਾਡਾ? ਭੇਰੇ ਦਾ ਆਪਣਾ ਵੀ ਹੁਣ ਕੋਈ ਨਹੀਂ।" "ਕੀ ਮਤਲਬ?" "ਆਪੇ ਜਾ ਕੇ ਵੇਖ ਲਵੀਂ, ਪਰ ਉੱਥੇ ਸਾਡਾ ਸਾਨੀ ਭਰਾ ਹੈ ਹੀ ਆਈ ਇੱਕ, ਚੌਧਰੀ ਗੁਲਾਮ ਮੁਹੰਮਦ ਨਾਂ ਸੁ। ਹੁਣ ਸਾਨੀਆਂ ਦੇ ਮਹੱਲੇ ਜਾਸੇ ਨਾ ਤਾਂ ਪੁੱਛ ਲਈ, ਤੁਹਾਡੇ ਘਰ ਦੇ ਨਾਲ ਹੀ ਉਸਦਾ ਘਰ ਏ। ਤੇ ਵੇਖ, ਹੁਣ ਤਾਂ ਤੂੰ ਇਹਨਾਂ ਨਾਲ ਆਇਆ, ਮੈਂ ਕੁਝ ਨਾ ਆਖਦਾ, ਪਰ ਕੱਲ੍ਹ ਰਾਤੀ ਰੋਟੀ ਸਾਡੇ ਨਾਲ ਖਾਈਂ।" "ਜ਼ਰੂਰ ਜੀ।" ਸਿਕੰਦਰ ਨੇ ਉਹਨਾਂ ਨੂੰ ਆਪਣੀ ਪਛਾਣ ਕਰਾਈ। ਉਹ ਉਸਦੇ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਬੜੇ ਖੁਸ਼ ਹੋਏ ਕਿ ਮੈਂ ਚੰਗੇ ਲੋਕਾਂ ਕੋਲ ਠਹਿਰਿਆ। 16 ਅਕਤੂਬਰ 1962। ਸਵੇਰੇ ਉੱਠਦਿਆਂ ਸਾਰ ਪਹਿਲਾਂ ਥਾਣੇ ਰਿਪੋਰਟ ਲਿਖਾਈ, ਫੇਰ ਬੱਸਾਂ ਦੇ ਅੱਡੇ ਉੱਤੇ ਜਾ ਪੁੱਜੇ। ਭੇਰਾ ਵੀ 60-70 ਮੀਲ ਦਾ ਪੈਂਡਾ ਸੀ। ਸਿਕੰਦਰ ਨਾਲ ਸੀ, ਸਗੋਂ 2 ਹੋਰ ਮਿੱਤਰ ਵੀ ਤਿਆਰ ਹੋ ਪਏ ਸਨ। ਉਸ ਵੇਲੇ ਮੈਂ ਉਹਨਾਂ ਦੇ ਸਾਥ ਦਾ ਮੁੱਲ ਨਾ ਪਾਇਆ। ਮੇਰੇ ਉੱਪਰ ਭੇਰੇ ਜਾ ਕੇ ਜਜ਼ਬਿਆਂ ਦਾ ਕੀ ਤੂਫਾਨ ਟੁੱਟਣਾ ਸੀ, ਉਸ ਵੇਲੇ ਮੈਨੂੰ ਨਹੀਂ ਸੀ ਪਤਾ। ਉਸ ਵੇਲੇ ਭੇਰਾ ਮੈਨੂੰ ਸੌਖੀ ਜਿਹੀ ਮੁਹਿੰਮ ਜਾਪਿਆ ਸੀ। ਬੱਸਾਂ ਦੇ ਅੱਡੇ ਦਾ ਵਾਤਾਵਰਣ, ਬੜੇ ਗੰਦੇ-ਗੰਦੇ ਭਿਖਾਰੀ ਬੱਸਾਂ ਦੇ ਅੰਦਰ ਆ ਕੇ ਭੀਖ ਮੰਗ ਰਹੇ ਸਨ। ਹਿੰਦੁਸਤਾਨ ਦੇ ਹੋਰ ਹਿੱਸਿਆਂ ਦਾ ਤਾਂ ਮੈਨੂੰ ਪਤਾ ਨਹੀਂ, ਪਰ ਪੰਜਾਬ ਦੇ ਸ਼ਹਿਰਾਂ ਵਿੱਚ ਇਹੋ ਜਿਹੀ ਬੇਹੂਦਗੀ ਅਸੰਭਵ ਹੈ। ਭਿਖਾਰੀਆਂ ਨੂੰ ਬੱਸ ਦੇ ਅੰਦਰ ਵੜ ਕੇ ਸਵਾਰੀਆਂ ਨੂੰ ਪਰੇਸ਼ਾਨ ਕਰਨ ਦੀ ਖੁੱਲ੍ਹ ਨਹੀਂ ਮਿਲ ਸਕਦੀ, ਅਤੇ ਇਹ ਭਿਖਾਰੀ ਵੀ ਮੈਨੂੰ ਅਸਲੀ ਮਾਅਨਿਆਂ ਦੇ ਵਿੱਚ ਮੁਹਤਾਜ ਨਹੀਂ ਸਨ ਜਾਪ ਰਹੇ। ਹਕੂਮਤ ਤੇ ਜਨਤਾ ਦੀ ਮਜ਼ਹਬੀ ਰਿਆਇਤ ਦਾ ਨਾਜਾਇਜ਼ ਫਾਇਦਾ ਉਠਾਉਂਦੇ ਪਏ ਦਿਸਦੇ ਸਨ। ਬੱਸ ਭੇਰੇ ਵੱਲ ਨੱਠਦੀ ਜਾ ਰਹੀ ਸੀ, ਪਰ ਮੈਨੂੰ ਵਿਸ਼ਵਾਸ ਨਹੀਂ ਸੀ ਆਂਦਾ ਕਿ ਸੱਚਮੁੱਚ ਮੈਂ ਥੋੜ੍ਹੇ ਚਿਰ ਅੰਦਰ ਭੇਰੇ ਪੁੱਜ ਜਾਵਾਂਗਾ। ਪਿਛਲੀ ਵਾਰੀ ਜਦੋਂ ਭੇਰਾ ਵੇਖਿਆ ਸੀ, 40 ਸਾਲ ਪੁਰਾਣੀ ਗੱਲ ਹੈ। ਉਦੋਂ ਮੇਰੀ ਉਮਰ ਹੋਵੇਗੀ ਮਸਾਂ 8-9 ਸਾਲਾਂ ਦੀ। ਉਦੋਂ ਪਿੰਡੀ ਪਲੇਗ ਪਈ ਸੀ ਸ਼ਾਇਦ। ਮਾਤਾ ਜੀ ਨੂੰ ਬੋਕਰ ਫੇਰਦਿਆਂ ਇੱਕ ਕਮਰੇ ਵਿੱਚ ਵੱਡਾ ਸਾਰਾ ਚੂਹਾ ਦਿਸਿਆ। ਉਸੇ ਸ਼ਾਮੀ ਪਿਤਾ ਜੀ ਪਰਿਵਾਰ ਨੂੰ ਗੱਡੀ ਚਾੜ ਕੇ ਭੇਰੇ ਛੱਡ ਆਏ। 6 ਕੁ ਮਹੀਨੇ ਰਹੇ ਸਾਂ ਭੇਰੇ ਉਦੋਂ। ਇਸੇ ਦੌਰਾਨ ਮੇਰੀ ਵੱਡੀ ਭੈਣ ਜੀ, ਜੋ ਹੁਣ ਇਸ ਸੰਸਾਰ ਵਿੱਚ ਨਹੀਂ, ਕੁੜਮਾਈ ਹੋਈ, ਵਿਆਹ ਹੋਇਆ। ਇਹ 6 ਮਹੀਨੇ ਬੜੇ ਸੁਆਦਲੇ ਸਨ। ਸਕੂਲ ਘੱਟ ਵੱਧ ਹੀ ਜਾਈਦਾ ਸੀ। ਪਿਤਾ ਜੀ ਪਿੰਡੀ ਸਨ। ਮਾਂ ਭਾਵੇਂ ਕਿਤਨੀ ਪਈ ਸਖਤੀ ਵਿਖਾਵੇ, ਉਹਦੇ ਪਾਲਣ ਵਿੱਚ ਕੋਮਲਤਾ ਹੁੰਦੀ ਹੈ। ਅਜੀਬ ਜਿਹਾ ਨਿੱਘ ਤੇ ਸੁਆਦ ਹੁੰਦਾ ਹੈ। ਭੇਰਾ ਇੱਕ ਨਿੱਕਾ ਜਿਹਾ ਸ਼ਹਿਰ ਸੀ। ਉਹਦੀ ਗਲੀ-ਗਲੀ ਤੇ ਚੱਪੇ-ਚੱਪੇ ਦੀਆਂ ਦੌੜਾਂ ਮਾਰ ਛੱਡਦੇ। ਖੁਖਰਾਨ ਬਰਾਦਰੀ ਵਾਲਿਆਂ ਦੇ ਆਪਣੇ ਅਲੱਗ-ਅਲੱਗ ਮੁਹੱਲੇ ਸਨ। ਸਾਨੀਆਂ ਦਾ ਮੁਹੱਲਾ, ਆਨੰਦਾਂ ਦਾ, ਕੋਹਲੀਆਂ ਦਾ ਆਦਿ। ਪਤਾ ਨਹੀਂ ਇਹ ਮੁਹੱਲੇ ਕਦੋਂ ਤੇ ਕਿਸ ਤਰ੍ਹਾਂ ਬਣੇ। ਹਰ ਮੁਹੱਲੇ ਆਪਣਾ ਦਰਵਾਜ਼ਾ ਹੁੰਦਾ ਸੀ। ਮੇਰੀ ਭੈਣ ਦੇ ਵਿਆਹ ਵੇਲੇ ਚਚੇਰੇ ਮਮੇਰੇ ਭਰਾ ਡੋਲੀ ਆਪਣੇ ਮੋਢਿਆਂ ਤੇ ਚੁੱਕ ਕੇ ਇਸ ਦਰਵਾਜ਼ੇ ਤੀਕ ਲੈ ਗਏ ਸਨ ਅਤੇ ਉੱਥੋਂ ਕੁੜਮਾਂ ਦੇ ਹਵਾਲੇ ਕਰਕੇ ਪਰਤ ਆਏ ਸਨ। ਮੈਨੂੰ ਉਸ ਵੇਲੇ ਆਪਣੀ ਭੈਣ ਉੱਤੇ ਬੜਾ ਤਰਸ ਆਇਆ ਸੀ। ਕਿਤਨਾ ਘਾਬਰਦੀ ਪਈ ਹੋਵੇਗੀ ਵਿਚਾਰੀ, ਡੋਲੀ ਵਿੱਚ ਇਕੱਲ-ਮਿਕੱਲੀ ਬੈਠੀ। ਡੋਲੀ ਟੁਰਨ ਵੇਲੇ ਸਭਨਾਂ ਨੂੰ ਰੋਂਦਿਆਂ ਵੇਖ ਕੇ ਮੈਂ ਵੀ ਰੋ ਪਿਆ ਸਾਂ। ਮੈਨੂੰ ਨਹੀਂ ਪਤਾ ਸੀ ਰੋਣ ਦਾ ਕਾਰਨ ਕੀ ਹੈ, ਪਰ ਸਾਰਿਆਂ ਨੂੰ ਰੋਂਦਾ ਵੇਖ ਕੇ ਮੈਂ ਵੀ ਰੋ ਪਿਆ ਸਾਂ। ਮੈਂ ਇਤਨਾ ਰੋਇਆ ਕਿ ਲੋਕਾਂ ਲਈ ਚੁੱਪ ਕਰਾਉਣਾ ਔਖਾ ਹੋ ਗਿਆ ਸੀ। ਪਰ ਜਦੋਂ ਡੋਲੀ ਟੁਰੀ ਅਤੇ ਪੈਸਿਆਂ ਦੀ ਸੋਟ ਆਰੰਭ ਹੋਈ, ਤਾਂ ਮੈਂ ਗਲੀ ਦੇ ਦੂਜੇ ਮੁੰਡਿਆਂ ਵਾਂਗ ਜ਼ਮੀਨ ਤੋਂ ਪੈਸੇ ਚੁੱਕਣ ਵੀ ਆਰੰਭ ਦਿੱਤੇ। ਮੇਰੇ ਤਾਈ ਜੀ ਮੁਹੱਲੇ ਦੀਆਂ ਕੁਝ ਸਾਥਣਾਂ ਦੇ ਨਾਲ ਸਵੇਰੇ ਮੂੰਹ ਹਨੇਰੇ ਜੇਹਲਮ ਦਰਿਆ ਉੱਤੇ ਸਰਦੀਆਂ ਗਰਮੀਆਂ ਇਸ਼ਨਾਨ ਕਰਨ ਜਾਂਦੇ ਹੁੰਦੇ ਸਨ। ਕਦੇ-ਕਦੇ ਮੈਂ ਤੇ ਮੇਰਾ ਛੋਟਾ ਭਰਾ ਭੀਸ਼ਮ ਸਾਨੀ, ਜੋ ਹਿੰਦੀ ਦਾ ਪ੍ਰਸਿੱਧ ਕਹਾਣੀਕਾਰ ਹੈ, ਨਾਲ ਟੁਰ ਪੈਂਦੇ ਸਾਂ। ਪਹਿਲਾ ਪੜਾਅ ਚਿੜੀ ਚੰਗ, ਦੂਜਾ ਘੜੀ ਭੰਨ ਅਤੇ ਤੀਜਾ ਔਖਾ ਪੈਂਡਾ ਦਰਿਆ ਤੀਕ ਦਾ, ਜੋ ਘੜੀ-ਮੁੜੀ ਛੱਡ ਕੇ ਕਦੇ ਨੇੜੇ ਤੇ ਕਦੇ ਦੂਰ ਚਲਾ ਜਾਂਦਾ ਸੀ। ਮੁੜਦੀ ਵੇਰੀ ਉਹ ਗੁਰਦੁਆਰੇ ਮੱਥਾ ਟੇਕਣ ਜਾਂਦੇ। ਕੜਾਹ ਪ੍ਰਸ਼ਾਦ ਦੀ ਉਡੀਕ ਇੱਕ ਸੁਆਦਲਾ ਅਨੁਭਵ ਹੁੰਦਾ। ਕੋਈ ਸਾਖੀ ਵੀ ਪੱਲੇ ਪੈ ਜਾਂਦੀ। ਮੈਂ ਅਚੰਭਤ ਹੋ ਕੇ ਸੋਚਦਾ, ਰਾਗੀ ਅੰਨਾ ਕਿਉਂ ਹੈ? ਬੋਰ ਕਦੇ ਨਹੀਂ ਸੀ ਹੋਈਦਾ। ਚਿੜੀ ਚੌਕ ਦੇ ਨੇੜੇ ਇੱਕ ਮੈਦਾਨ ਵਿੱਚ ਅਨੋਖਾ ਮੇਲਾ ਲੱਗਦਾ ਹੁੰਦਾ ਸੀ। ਸਾਰੇ ਸ਼ਹਿਰ ਦੀਆਂ ਕੁੜੀਆਂ-ਚਿੜੀਆਂ ਇੱਥੇ ਇਕੱਤਰ ਹੁੰਦੀਆਂ, ਪੱਲਾ ਪਾਣਾ ਤੇ ਵੈਣ ਪਾਣਾ ਸਿੱਖਦੀਆਂ। ਕਦੇ-ਕਦੇ ਰਾਤੀਂ ਸਾਡੇ ਹੇਠਲੇ ਸੁਫੇ ਵਿੱਚ ਤ੍ਰਿੰਜਣ ਲੱਗਦਾ। ਮੇਰੀਆਂ ਦੋਵੇਂ ਭੈਣਾਂ ਸਹੇਲੀਆਂ ਸਹਿਤ ਮਾਤਾ ਜੀ ਦੀ ਚਤੁਰ ਪ੍ਰਧਾਨਗੀ ਹੇਠ ਸਾਰੀ ਦੀ ਸਾਰੀ ਰਾਤ ਚਰਖਾ ਕੱਤਦੀਆਂ। ਇੱਕ ਰਾਤ ਕਿਸੇ ਕੁੜੀ ਨੇ ਝੂਠੀ-ਮੁੱਠੀ ਬਾਹਰ ਜਾ ਕੇ ਚੋਰ ਦਾ ਰੌਲਾ ਪਾ ਦਿੱਤਾ। ਸਾਰਾ ਮੁਹੱਲਾ ਡਾਂਗਾ ਸੋਟੇ ਚੁੱਕ ਕੇ ਦੌੜ ਪਿਆ ਸੀ। ਉਦੋਂ ਤੌਰਾ ਨਾਮੀ ਇੱਕ ਡਾਕੂ ਦਾ ਬੜਾ ਡਰ ਬੈਠਾ ਹੋਇਆ ਸੀ। ਅਖੇ ਇਹ ਰੱਸੀ ਨਾਲ ਗੋਹ ਬੰਨ੍ਹ ਸੁੱਟਦਾ ਸੀ ਅਤੇ ਕੋਠਿਆਂ ਤੇ ਚੜ੍ਹ ਜਾਂਦਾ ਸੀ। ਸ਼ਾਮੀ ਇੱਕ ਮੈਦਾਨ ਵਿੱਚ ਜਿੱਥੇ ਅਣਗਿਣਤ ਗੇਲੀਆਂ ਪਈਆਂ ਹੋਈਆਂ ਸਨ, ਸਾਡੇ ਮੁਹੱਲੇ ਦਾ ਤੇਲੀ ਡਾਕੂਆਂ ਤੇ ਚੁੜੇਲਾਂ ਦੇ ਅਜੀਬ-ਅਜੀਬ ਕਿੱਸੇ ਸੁਣਾਉਂਦਾ ਸੀ। ਮੁੰਡੇ ਝੱਟ ਡੋਡਿਆਂ ਤੇ ਬੰਟਿਆਂ ਦੀਆਂ ਖੇਡਾਂ ਛੱਡ ਕੇ ਉਹਦੀਆਂ ਗੱਲਾਂ ਸੁਣਨ ਲਈ ਜਮ੍ਹਾਂ ਹੋ ਜਾਂਦੇ। ਅਸ਼ਲੀਲਤਾ ਦਾ ਵੀ ਕੋਈ ਅੰਤ ਨਹੀਂ ਸੀ। ਸਮਾਜਿਕ ਜੀਵਨ
ਅਨੇਕਾਂ ਪੁਸ਼ਤਾਂ ਪਛੜਿਆ ਹੋਇਆ ਸੀ। ਕਦੇ-ਕਦੇ ਫਿਰਤੂ ਸਿਨੇਮੇ ਆਉਂਦੇ, ਕਨਾਤਾਂ ਲਾ ਕੇ ਖੇਡ ਵਿਖਾਉਂਦੇ। ਇਹ ਫਿਲਮਾਂ ਉਹ ਹੁੰਦੀਆਂ ਸਨ ਜਿਨ੍ਹਾਂ ਨੂੰ ਬਲੂ ਫਿਲਮ ਆਖਿਆ ਜਾਂਦਾ ਹੈ। ਇੱਕ ਫਿਲਮ ਵਿੱਚ, ਜਿਸ ਨੂੰ ਬੇਜ਼ਰਰ ਕਰਾਰ ਦੇ ਕੇ ਸਾਡੇ ਸਕੂਲ ਦੇ ਸਾਰੇ ਬੱਚਿਆਂ ਨੂੰ ਵੇਖਣ ਲਈ ਲਿਜਾਇਆ ਗਿਆ ਸੀ, ਹੀਰੋਇਨ ਸ਼ੁਰੂ ਤੋਂ ਅਖੀਰ ਤੱਕ ਅਲਫ ਨੰਗੀ ਸੀ। ਬੁਲਾਰਾ, ਜਿਹੜਾ ਪਰਦੇ ਕੋਲ ਇੱਕ ਮਚਾਨ ਜਿਹੇ ਉੱਤੇ ਖਲੋ ਕੇ ਫਿਲਮ ਦੀ ਕਹਾਣੀ ਬਿਆਨ ਕਰਦਾ ਸੀ, ਕਿਉਂਕਿ ਫਿਲਮਾਂ ਉਦੋਂ ਬੋਲਦੀਆਂ ਨਹੀਂ ਸਨ, ਸਾਡੇ ਮਾਸਟਰਾਂ ਨੂੰ ਚੁੱਪ ਕਰਾਉਣ ਦੇ ਲਈ ਕਹਿਣ ਲੱਗਾ, ਸਾਹਿਬਾਨ, ਇਹ ਨੰਗੀ ਨਹੀਂ ਹੈ, ਇਸਨੇ ਜਾਦੂ ਕੀ ਪੋਸ਼ਾਕ ਪਹਿਨ ਰੱਖੀ ਹੈ। ਇੱਕ ਰਾਤ ਸਾਡੇ ਘਰ ਦਾ ਨੌਕਰ ਮੈਨੂੰ ਨਾਲ ਲੈ ਕੇ ਘਰੋਂ ਫੁੱਟ ਗਿਆ। ਸਿਨੇਮੇ ਦੀ ਕਨਾਤ ਤੋਂ ਦੂਰ ਇੱਕ ਦਰਖਤ ਉੱਪਰ ਆਪ ਵੀ ਚੜ੍ਹ ਗਿਆ ਤੇ ਮੈਨੂੰ ਵੀ ਚਾੜ ਲਿਆ। ਪਰਦੇ ਉੱਤੇ ਜੋ ਸੀਨ ਚੱਲ ਰਿਹਾ ਸੀ, ਭਿਆਨਕ ਹੱਦ ਤੀਕ ਲੱਚਰ ਤੇ ਨਾਪਾਕ ਸੀ। ਇਸਤਰੀ ਪੁਰਸ਼ ਦੇ ਜਿਣਸੀ ਰਿਸ਼ਤੇ ਨੂੰ ਹੈਵਾਨੀਅਤ ਤੋਂ ਵੀ ਹੇਠਾਂ ਡੇਗ ਕੇ ਵਿਖਾਇਆ ਜਾ ਰਿਹਾ ਸੀ। ਮੈਂ ਘਬਰਾ ਕੇ ਦਰਖਤ ਤੋਂ ਹੇਠਾਂ ਉਤਰ ਆਇਆ ਅਤੇ ਨੌਕਰ ਨੂੰ ਵੀ ਚੀਕ-ਚੀਕ ਕੇ ਹੇਠਾਂ ਲੈਣ ਲਈ ਵੰਗਾਰਨ ਲੱਗ ਪਿਆ। ਅਖੀਰ ਮਜਬੂਰ ਹੋ ਕੇ ਉਹਨੂੰ ਹੇਠਾਂ ਲੈਣਾ ਹੀ ਪਿਆ। ਇਹੋ ਜਿਹੇ ਘਿਨੌਣੇ ਖੇਡ ਸਿਨੇਮਿਆਂ ਵਾਲੇ ਪਿੰਡੀ ਜਾਂ ਲਾਹੌਰ ਜਿਹੇ ਵੱਡੇ ਸ਼ਹਿਰਾਂ ਵਿੱਚ ਵਿਖਾਉਣ ਦੀ ਜੁਰਤ ਨਹੀਂ ਸਨ ਕਰ ਸਕਦੇ, ਪਰ ਛੋਟੇ ਕਸਬਿਆਂ ਵਿੱਚ ਜਨਤਾ ਨਾਲ ਹਰ ਤਰ੍ਹਾਂ ਦਾ ਧਰੋਹ ਕਮਾਉਣਾ ਆਸਾਨ ਕੰਮ ਸੀ। ਦੇਸ਼ ਦੀ ਬਹੁਤ ਸੰਖਿਆ ਪਿੰਡਾਂ ਤੇ ਕਸਬਿਆਂ ਵਿੱਚ ਵੱਸਦੀ ਸੀ। ਇਹਨੂੰ ਦਿਨੋ-ਦਿਨ ਜਹਾਲਤ, ਕੁਕਰਮ ਅਤੇ ਬਰਬਰਤਾ ਦੇ ਖੱਡੇ ਵਿੱਚ ਡਿੱਗੀ ਰੱਖਣਾ ਵਿਦੇਸ਼ੀ ਹਕੂਮਤ, ਉਸ ਦੇ ਗੁਰਗਿਆਂ ਤੇ ਪੈਸੇ ਦੇ ਪੀਰਾਂ ਦੇ ਲਈ ਰੱਜ-ਰੱਜ ਕੇ ਲਾਭਵੰਦ ਸੀ। ਕਦੇ-ਕਦੇ ਅਫਵਾਹਾਂ ਉੱਡ ਪੈਂਦੀਆਂ, ਫਲਾਣੀ ਮਾਲਣ, ਫਲਾਣੀ ਧੋਬਣ, ਫਲਾਣੀ ਚੂੜੀ ਆਪਣੇ ਯਾਰ ਨਾਲ ਫਲਾਣੇ ਬਾਗ ਵਿੱਚ ਗਈ ਹੋਈ ਹੈ। ਵਹੀਰਾਂ ਦੀਆਂ ਵਹੀਰਾਂ ਪੱਥਰ ਵੱਟੇ ਚੁੱਕ ਕੇ ਉਹਨਾਂ ਦੀ ਸੂਹ ਕੱਢਣ ਤੇ ਸਬਕ ਸਿਖਾਉਣ ਲਈ ਟੁਰ ਪੈਂਦੀਆਂ। ਹਰ ਦੂਜੇ ਚੌਥੇ ਦਿਨ ਗਲੀ ਮੁਹੱਲੇ ਵਿੱਚ ਕੋਈ ਸਹਿਮ ਪੈ ਜਾਂਦਾ ਅਤੇ ਮਾਂ ਸਾਨੂੰ ਲੁਕਾ ਕੇ ਭੌਰਿਆਂ ਵਿੱਚ ਪਾ ਛੱਡਦੀ। ਹਨੇਰੀਆਂ ਗਲੀਆਂ, ਹਨੇਰੇ ਕਮਰੇ, ਸਾਲ-ਹਾ-ਸਾਲ ਦੇ ਸੋਗ ਹੰਢਾ ਰਹੀਆਂ ਤੀਵੀਆਂ ਦੇ ਮੈਲੇ ਕੁਚੈਲੇ ਦੁਪੱਟੇ, ਵੈਰ, ਵਿਰੋਧ, ਅੰਧ-ਵਿਸ਼ਵਾਸ, ਅਨਿਆਂ, ਜ਼ੁਲਮ। ਜਨਤਾ ਦੀ ਚੇਤਨਾ ਇਸ ਪਛੜੇਵੇਂ ਦੇ ਖਿਲਾਫ ਬਗਾਵਤ ਵੀ ਜ਼ਰੂਰ ਕਰਦੀ ਹੋਵੇਗੀ। ਇੱਕ ਵਾਰੀ ਗੰਜ ਮੰਡੀ ਦੇ ਖੁੱਲ੍ਹੇ ਮੈਦਾਨ ਵਿੱਚ ਡਾਕਟਰ ਕਿਚਲੂ ਦਾ ਲੈਕਚਰ ਹੋਇਆ ਸੀ। ਖੌਰੇ ਸਾਰਾ ਸ਼ਹਿਰ ਹੀ ਇਕੱਠਾ ਹੋ ਗਿਆ ਸੀ ਉੱਥੇ। ਤਿਲ ਧਰਨ ਨੂੰ ਵੀ ਥਾਂ ਨਹੀਂ ਸੀ। ਇਤਨੀ ਭੀੜ ਮੈਂ ਕਦੇ ਨਹੀਂ ਸੀ ਵੇਖੀ। ਡਾਕਟਰ ਕਿਚਲੂ ਦੇ ਇੱਕ ਸਾਥੀ ਨੂੰ, ਜਿਹਨੇ ਕਾਲਾ ਕੋਟ ਪਾਇਆ ਹੋਇਆ ਸੀ, ਪੁਲਿਸ ਨੇ ਤਕਰੀਰ ਕਰਦਿਆਂ ਹੀ ਗ੍ਰਿਫਤਾਰ ਕਰ ਲਿਆ ਸੀ ਅਤੇ ਵੱਡਿਆਂ ਦੀ ਦੇਖਾ-ਦੇਖੀ ਅਸੀਂ ਨਿਕੜੇ ਵੀ ਗਲੀਓਂ-ਗਲੀ ਆਪਣੇ ਘਰਾਂ ਵੱਲ ਨੂੰ ਦੌੜ ਪਏ ਸਾਂ ਅਤੇ ਪਿੱਛੋਂ ਕਿਤਨਾ ਚਿਰ ਤਰ੍ਹਾਂ-ਤਰ੍ਹਾਂ ਦੇ ਗਾਉਣ ਤੇ ਨਾਅਰੇ ਸੁਣਨ ਵਿੱਚ ਆਉਂਦੇ ਸਨ। ਖੁਦਾਇਆ ਕੈਸੀ ਮੁਸੀਬਤੋਂ ਮੇਂ ਇਹ ਹਿੰਦ ਵਾਲੇ ਪੜੇ ਹੋਏ ਹੈਂ, ਬੋਲੀ ਅੰਮਾ ਮੁਹੰਮਦ ਅਲੀ ਕੀ, ਸਰਕਾਰੀ ਨੌਕਰੀ ਸ਼ਰਨ ਹਰਾਮ ਹੈ। ਕਿਤਨੀਆਂ ਹੀ ਤਸਵੀਰਾਂ ਕਲਪਨਾ ਦੇ ਪਰਦੇ ਉੱਤੇ ਅਕਸ ਪਾ ਗਈਆਂ। ਕਣਕ ਦੇ ਹਰੇ ਭਰੇ ਖੇਤ, ਜਿਨ੍ਹਾਂ ਵਿੱਚ ਲੁਕਣ ਮਿੱਟੀ ਖੇਡਦੇ ਸਾਂ, ਜਿਨ੍ਹਾਂ ਦੇ ਬੂਟੇ ਪੁੱਟ ਕੇ ਤੂਤਣੀਆਂ ਬਣਾਉਂਦੇ ਸਾਂ, ਸਿੱਟੇ ਪੁੱਟ ਕੇ ਸ਼ਰਾਰਤ ਦੇ ਨਾਲ ਰਾਹ ਲੰਘਦਿਆਂ ਦੀਆਂ ਸਲਵਾਰਾਂ ਦੇ ਪਹੁੰਚਿਆਂ ਵਿੱਚ ਘੁਸੇੜ ਸੁੱਟਦੇ ਸਾਂ। ਖੂਹਾਂ ਦੇ ਪਾਣੀ, ਖੇਤਾਂ ਵਿੱਚ ਸੱਜਰੀਆਂ ਪੱਟੀਆਂ ਮੂਲੀਆਂ ਤੇ ਗਾਜਰਾਂ। ਉਸ ਜ਼ਮਾਨੇ ਤੋਂ ਬਾਅਦ ਕਦੇ ਵੀ ਤਾਂ ਮੈਂ ਫੇਰ ਪੇਂਡੂ ਜੀਵਨ ਦਾ ਸਵਾਦ ਨਹੀਂ ਮਾਣਿਆ। ਲਾਗਲੀ ਸੀਟ ਉੱਤੇ ਇੱਕ ਬੁੱਢੜੀ ਸੁਆਣੀ ਆਪਣੇ ਪੁੱਤਰ ਨੂੰ ਨਾਲ ਲੈ ਕੇ ਆ ਬੈਠੀ। ਮੈਨੂੰ ਜਾਪਿਆ ਜਿਵੇਂ ਮੇਰੀ ਮਾਂ ਆ ਬੈਠੀ ਹੋਵੇ। ਉਹ ਪਹਿਰਾਵਾ, ਉਹ ਬੋਲੀ, ਮੇਰੇ ਆਪਣੇ, ਬਿਲਕੁਲ ਆਪਣੇ ਲੋਕ। ਕੀ ਦੱਸਾਂ ਮੇਰੇ ਮਨ ਦੀ ਕੀ ਦਸ਼ਾ ਹੋ ਗਈ। ਬੱਸ ਭੁੱਲੋਵਾਲ ਦੇ ਅੱਡੇ ਉੱਤੇ ਜਾ ਰੁਕੀ। ਮੈਨੂੰ ਨਹੀਂ ਸੀ ਪਤਾ ਕਿ ਭੁੱਲੋਵਾਲ ਭੇਰੇ ਤੋਂ ਕੁੱਲ 10-12 ਮੀਲ ਦੀ ਵਾਟ ਉੱਤੇ ਹੈ। ਨਿੱਕਿਆਂ ਹੁੰਦਿਆਂ ਅਸੀਂ ਗਾਉਂਦੇ ਫਿਰਦੇ ਸਾਂ, ਗੱਡੀ ਆਈ ਭੁੱਲੋਵਾਲ ਦੀ, ਬੁੱਢੜੇ ਦੀ ਦਾੜੀ ਵਿੱਚ ਅੱਗ ਬਾਲਦੀ। ਡਰਾਈਵਰ ਨੇ ਦੱਸਿਆ ਬੱਸ ਇੱਥੇ ਪੌਣਾ ਘੰਟਾ ਖਲੋਤੀ ਰਹੇਗੀ। ਕੁੱਲ 3 ਘੰਟੇ ਤਾਂ ਰਹਿ ਗਏ ਸਨ ਮੇਰੇ ਕੋਲ ਭੇਰਾ ਵੇਖਣ ਲਈ। ਉਸ ਵਿੱਚੋਂ ਵੀ ਪੌਣਾ ਘੰਟਾ ਇੱਥੇ ਜ਼ਾਇਆ ਹੋ ਜਾਏਗਾ। ਆਪਣੇ ਸਾਥੀਆਂ ਤੋਂ ਪੁੱਛੇ ਬਗੈਰ ਮੈਂ ਸਿੱਧਾ ਅੱਡੇ ਦੇ ਮੁੰਤਜ਼ਿਮ ਕੋਲ ਗਿਆ, ਜਿਹੜਾ ਇਮਾਰਤ ਦੇ ਬਰਾਂਡੇ ਵਿੱਚ ਕੁਰਸੀ ਢਾਹ ਕੇ ਹਿਸਾਬ-ਕਿਤਾਬ ਕਰ ਰਿਹਾ ਸੀ। ਮੈਂ ਉਹਨੂੰ ਦੱਸਿਆ ਕਿਵੇਂ ਮੈਂ 40 ਸਾਲਾਂ ਬਾਅਦ ਕੇਵਲ 3 ਘੰਟੇ ਲਈ ਵਤਨ ਵੇਖਣ ਦੇ ਕਾਬਲ ਹੋਇਆ ਹਾਂ ਅਤੇ ਕਿਵੇਂ ਮੇਰੇ ਲਈ ਅੱਡੇ ਉੱਤੇ ਪੌਣਾ ਘੰਟਾ ਗੁਜ਼ਾਰਨਾ ਅਸਹਿ ਹੋ ਰਿਹਾ ਹੈ। ਇਸ ਆਦਮੀ ਨੇ ਵੀ ਉਹ ਗੱਲ ਕਹੀ ਜੋ ਮੋਹਨ ਲਾਲ ਜੀ ਨੇ ਕੱਲ੍ਹ ਆਖੀ ਸੀ, ਪਰ ਭੇਰੇ ਵਿੱਚ ਹੁਣ ਹੈ ਕਿ ਜਿਸ ਨੂੰ ਵੇਖਣ ਟੁਰੀ ਜਾ ਰਹੇ ਹੋ। ਮੇਰੇ ਮੂੰਹੋਂ ਨਿਕਲਿਆ, ਕੀ ਕਰਾਂ ਜੀ, ਮਿੱਟੀ ਖਿੱਚ ਲਿਆਈ ਹੈ। ਉਹ ਅਵਾਕ ਜਿਹਾ ਹੋ ਕੇ ਮੇਰੇ ਵੱਲ ਵੇਖਣ ਲੱਗ ਪਿਆ। ਪਤਲੂਨ ਕੋਟ ਵਾਲੇ ਆਦਮੀ ਦੇ ਮੂੰਹੋਂ ਉਹਨੂੰ ਅਜਿਹਾ ਵਾਕ ਸੁਣਨ ਦੀ ਉਮੀਦ ਨਹੀਂ ਸੀ ਸ਼ਾਇਦ। 15 ਮਿੰਟਾਂ ਦੇ ਅੰਦਰ-ਅੰਦਰ ਉਹਨੇ ਬੱਸ ਟੋਰ ਦਿੱਤੀ। ਭੇਰੇ ਦਾ ਆਲਾ-ਦੁਆਲਾ ਮੈਨੂੰ ਕੀ ਯਾਦ ਹੋਣਾ ਸੀ, ਪਰ ਇਹ ਇਤਨਾ ਸਰਸਬਜ਼ ਤੇ ਇਤਨਾ ਰਮਣੀਕ ਹੋਵੇਗਾ, ਇਸ ਦੀ ਮੈਨੂੰ ਕੋਈ ਕਲਪਨਾ ਹੀ ਨਹੀਂ ਸੀ। ਝੰਗ ਜਾਂ ਸਰਗੋਦਾ ਉਹਦੇ ਮੁਕਾਬਲੇ ਵਿੱਚ ਰੁੱਖੇ ਇਲਾਕੇ ਹਨ।
ਰੇਲਵੇ ਸਟੇਸ਼ਨ ਤੋਂ ਉਤਰ ਕੇ ਭੇਰੇ ਆਓ ਤਾਂ ਸਾਨੀਆਂ ਦਾ ਮੁਹੱਲਾ ਸਭ ਤੋਂ ਪਹਿਲਾਂ ਆਉਂਦਾ ਹੈ, ਪਰ ਬੱਸਾਂ ਦਾ ਅੱਡਾ ਸ਼ਹਿਰ ਦੇ ਪਿਛਲੇ ਦਰਵਾਜ਼ੇ ਉੱਪਰ ਬਣਿਆ ਹੈ, ਜਿਸ ਨੂੰ ਸ਼ਾਇਦ ਅਸੀਂ ਬਲੋਚੀ ਦਰਵਾਜ਼ਾ ਆਖਦੇ ਸਾਂ। ਉਸ ਤੋਂ ਬਾਹਰ ਜਾਂਦਿਆਂ ਡਰੀਦਾ ਹੁੰਦਾ ਸੀ, ਜਿਵੇਂ ਉਸ ਤੋਂ ਪਾਰ ਕੋਈ ਦੂਜਾ ਹੀ ਮੁਲਕ ਹੋਵੇ। ਮੇਰੇ ਸਾਥੀ ਇਹ ਵੇਖ ਕੇ ਹੱਕੇ-ਬੱਕੇ ਰਹਿ ਗਏ ਕਿ ਮੈਨੂੰ ਸ਼ਹਿਰ ਦੀ ਹਰ ਸੜਕ ਤੇ ਗਲੀ ਯਾਦ ਸੀ। ਇਸ ਬਲੋਚੀ ਦਰਵਾਜ਼ੇ ਅੰਦਰ ਵੜਦਿਆਂ ਸਾਰ ਮੇਰੀ ਪਹਿਲੀ ਪਛਾਣ ਭੇਰੇ ਦੀਆਂ ਵਿਸਰੀਆਂ ਖੁਸ਼ਬੂਆਂ ਨਾਲ ਹੋਈ ਅਤੇ ਮੇਰੇ ਅੰਦਰ ਇੱਕ ਅਜੀਬ ਖੁਸ਼ੀ ਦੀ ਲਹਿਰ ਦੌੜ ਗਈ। ਦੁਲੰਗੜੇ ਮਾਰਦਾ ਮੈਂ ਸ਼ਹਿਰ ਦੇ ਦੂਜੇ ਸਿਰੇ ਗੰਜ ਮੰਡੀ ਵਾਲੇ ਚੌਂਕ ਜਾ ਪੁੱਜਾ। ਮੈਨੂੰ ਥਾਣੇ ਦਾ ਵਾਕਿਆ ਵੀ ਯਾਦ ਸੀ। ਇੰਸਪੈਕਟਰ ਮੇਰੇ ਵਾਂਗ ਹੀ ਅੱਧ-ਖੜ ਉਮਰ ਦਾ ਆਦਮੀ ਸੀ ਅਤੇ ਭੇਰੇ ਦੇ ਬਥੇਰੇ ਸਾਨੀਆਂ ਨੂੰ ਜਾਣਦਾ ਸੀ। ਬੜੇ ਪਿਆਰ ਨਾਲ ਪੇਸ਼ ਆਇਆ, ਸਗੋਂ ਆਮਦ ਤੇ ਰੁਖਸਤ ਦੋਵਾਂ ਦੇ ਅੰਦਰਾਜ਼ ਇੱਕੋ ਸਮੇਂ ਪਾਸਪੋਰਟ ਉੱਤੇ ਕਰ ਦਿੱਤੇ ਤਾਂ ਜੋ ਦੁਬਾਰਾ ਕੋਤਵਾਲੀ ਆਉਣ ਦੀ ਸਾਨੂੰ ਲੋੜ ਨਾ ਪਵੇ। ਵੇਖਿਆ, ਮੈਂ ਨਾਲ ਆਏ ਸਾਥੀਆਂ ਸਿਕੰਦਰ, ਸ਼ਾਕਿਰ ਤੇ ਮੁਹਸਮਿਨ ਨੂੰ ਕਿਹਾ, ਆਪਣੇ ਤੇ ਪਰਾਏ ਸ਼ਹਿਰ ਦਾ ਇਹ ਫਰਕ ਹੁੰਦਾ ਜੇ। ਉਹ ਵੀ ਤੇ ਇੰਸਪੈਕਟਰ ਵੀ ਖਾਮੋਸ਼ ਰਹੇ। ਮੈਂ ਆਪ ਜਾਣਦਾ ਸਾਂ, ਹੁਣ ਇਹ ਸ਼ਹਿਰ ਉਤਨਾ ਹੀ ਮੇਰਾ ਸੀ ਜਿਤਨੀ ਦਿੱਲੀ ਸਿਕੰਦਰ ਦੀ, ਪਰ ਮੈਂ ਸਿਆਣੇ ਬਣਨ ਦੇ ਰਾਹ ਵਿੱਚ ਨਹੀਂ ਸਾਂ। ਮੁੰਡਿਆਂ ਨੇ ਬਥੇਰਾ ਕਿਹਾ ਕਿ ਕਿਸੇ ਵਾਕਫਕਾਰ ਨੂੰ ਨਾਲ ਲੈ ਲਈਏ, ਪਰ ਮੈਂ ਇੱਕ ਨਾ ਮੰਨੀ। ਗੰਜ ਵਿੱਚੋਂ ਉਸੇ ਤਰ੍ਹਾਂ ਆਪਣੇ ਮੁਹੱਲੇ ਵੱਲ ਦੌੜ ਪਿਆ ਜਿਸ ਤਰ੍ਹਾਂ ਡਾਕਟਰ ਕਿਚਲੂ ਦੀ ਤਕਰੀਰ ਵਾਲੇ ਦਿਨ ਦੌੜਿਆ ਸਾਂ, ਪਰ ਆਪਣੇ ਮੁਹੱਲੇ ਦੇ ਨੇੜੇ ਪੁੱਜ ਕੇ ਭੰਬਲ ਭੂਸਿਆਂ ਵਿੱਚ ਪੈ ਗਿਆ। ਹਰ ਪਾਸੇ ਇਮਾਰਤਾਂ ਢਹਿ ਕੇ ਢੇਰੀ ਹੋਈਆਂ ਪਈਆਂ ਸਨ। ਹੁਲੀਆ ਸਾਰਾ ਬਦਲਿਆ ਪਿਆ ਸੀ। ਸਾਡੀ ਗਲੀ ਦੀ ਨੁੱਕਰ ਉੱਤੇ ਇੱਕ ਖੂਹ ਹੁੰਦਾ ਸੀ। ਉਹਦੇ ਐਨ ਸਾਹਮਣੇ ਮੇਰੇ ਚਾਚਾ ਜੀ ਦਾ ਘਰ ਸੀ। ਮੋਕਲੇ ਜਿਹੇ ਗਲੀਆਂ ਦੇ ਮੇਲ ਉੱਪਰ ਸਾਰਾ ਦਿਨ ਜ਼ਨਾਨੀਆਂ ਚਰਖੇ ਡਾਹ ਕੇ ਘੂਕਰ ਮਚਾਈ ਰੱਖਦੀਆਂ ਸਨ। ਮੇਰੇ ਚਾਚਾ ਜੀ ਦੇ ਘਰ ਦਾ ਦਰਵਾਜ਼ਾ ਪੁਰਾਣੇ ਢੰਗ ਦਾ ਸੀ। ਲੱਕੜੀ ਉੱਪਰ ਬਿਹਤਰੀਨ ਚੋਬਕਾਰੀ ਦਾ ਕੰਮ ਸੀ। ਬੜੀਆਂ ਮੁਸ਼ਕਲਾਂ ਦੇ ਨਾਲ ਖੂਹ ਤਾਂ ਲੱਭ ਪਿਆ, ਪਰ ਆਸ-ਪਾਸ ਨਾ ਕੋਈ ਗਲੀ ਨਾ ਮਕਾਨ। ਇੰਜ ਜਾਪਿਆ ਜਿਵੇਂ ਹੁਣੇ-ਹੁਣੇ ਕੋਈ ਹਵਾਈ ਹਮਲਾ ਹੋਇਆ ਹੈ ਅਤੇ ਹਰ ਪਾਸੇ ਮਲਬੇ ਦੇ ਢੇਰ ਲੱਗ ਗਏ ਹਨ। ਕੋਈ ਵਿਰਲੀ ਇਮਾਰਤ ਹੀ ਸਾਬਤ ਖੜੀ ਸੀ। ਸਾਥੀਆਂ ਨੇ ਹਿੰਮਤ ਦਿਵਾਈ। ਪੁੱਛ ਪਛਾ ਕੇ ਚੌਧਰੀ ਗੁਲਾਮ ਮੁਹੰਮਦ ਦਾ ਘਰ ਲੱਭਿਆ। ਥੋੜਾ ਚਿਰ ਉਡੀਕਣ ਤੋਂ ਬਾਅਦ ਉਹ ਬਾਹਰ ਆਏ। ਮੇਰੀ ਹੀ ਉਮਰ ਦੇ ਸਨ। ਵੇਖਦਿਆਂ ਸਾਰ ਮੈਨੂੰ ਉਹਨਾਂ ਦਾ ਬਚਪਨ ਦਾ ਰੂਪ ਵੀ ਚੇਤੇ ਆ ਗਿਆ। ਬਚਪਨ ਵਿੱਚ ਅਸੀਂ ਇਕੱਠੇ ਖੇਡੇ ਸਾਂ। ਮੈਂ ਉਹਨਾਂ ਨੂੰ ਆਪਣੀ ਪਛਾਣ ਕਰਾਈ। ਮੇਰੇ ਪਿਤਾ ਜੀ ਦਾ ਨਾਂ ਸੁਣਦਿਆਂ ਸਾਰ ਉਹ ਮੇਰੇ ਗਲ ਨਾਲ ਆ ਲੱਗੇ ਤੇ ਜ਼ਾਰੋ ਕਤਾਰ ਰੋਣ ਲੱਗ ਪਏ। ਦਾਦੇ ਪੋਤਰੇ ਭਰਾ ਸਾਂ ਦੋਵੇਂ, ਇੱਕ ਖੂਨ। ਪਰ ਵੰਡ ਤੋਂ ਬਾਅਦ ਉਹ ਮੁਸਲਮਾਨ ਹੋ ਗਏ ਸਨ। ਮੈਂ ਹਿੰਦੂ ਰਹਿ ਗਿਆ ਸਾਂ। ਉਹ ਪਾਕਿਸਤਾਨੀ ਸਨ ਤੇ ਮੈਂ ਹਿੰਦੁਸਤਾਨੀ। ਸਾਡੀਆਂ ਜੁੜੀਆਂ ਹੋਈਆਂ ਬਾਹਾਂ ਅਤੇ ਛਾਤੀਆਂ ਦੇ ਵਿਚਕਾਰ ਇੱਕ ਖਾਈ ਸੀ, ਇਤਨੀ ਲੰਮੀ ਤੇ ਇਤਨੀ ਚੌੜੀ ਜਿਸ ਦਾ ਕੋਈ ਹਿਸਾਬ ਨਹੀਂ ਸੀ। ਇੱਕ ਦੂਜੇ ਦੇ ਦਿਲ ਦੀਆਂ ਧੜਕਣਾਂ ਮਹਿਸੂਸ ਕਰਦੇ ਹੋਏ ਵੀ ਅਸੀਂ ਇਸ ਖਾਈ ਤੋਂ ਗਾਫਲ ਨਹੀਂ ਹੋ ਸਕੇ। ਇਸ ਅਕਲਪਿਤ ਪਰਿਸਥਿਤੀ ਨੇ ਮੈਨੂੰ ਇਤਨਾ ਭੁੰਦਲਾ ਛੱਡਿਆ ਕਿ ਮੈਨੂੰ ਰੋਣ ਵੀ ਨਹੀਂ ਆਇਆ। ਫਿਰ ਉਹ ਸਾਨੂੰ ਘਰ ਦੇ ਅੰਦਰ ਲੈ ਗਏ। ਘਰ ਨਵਾਂ-ਨਵਾਂ ਬਣਾਇਆ ਸੀ। ਬਾਹਰ ਟਿੱਬਾ ਸੀ, ਜਿਵੇਂ ਸਾਡੇ ਘਰ ਦੇ ਸਾਹਮਣੇ ਹੁੰਦਾ ਸੀ। ਇਸ ਉੱਪਰੋਂ ਲੰਘਦੀ ਚਿੱਟਾ ਬੁਰਕਾ ਪਾਈ ਉਹਨਾਂ ਦੀ ਪਤਨੀ, ਮੇਰੀ ਭਾਬੀ, ਮਕਾਨ ਦੇ ਪਿਛਵਾੜੇ ਚਲੀ ਗਈ। ਚੌਧਰੀ ਸਾਹਿਬ ਨੇ ਅੰਦਰ ਜਾ ਕੇ ਉਹਨੂੰ ਚਾਹ-ਪਾਣੀ ਦਾ ਆਹਰ ਕਰਨ ਲਈ ਕਿਹਾ। ਫਿਰ ਉਹਨਾਂ ਦਾ 18 ਕੁ ਵਰ੍ਹਿਆਂ ਦਾ ਲੜਕਾ ਅੰਦਰ ਆਇਆ। ਅਨਵਰ ਨਾਂ ਸੀ ਸ਼ਾਇਦ ਉਹਦਾ। ਉਹਨੇ ਮੇਰੇ ਪੈਰੀਂ ਹੱਥ ਲਾਇਆ ਤੇ ਮੈਂ ਪਿੱਠ ਤੇ ਹੱਥ ਫੇਰ ਕੇ ਅਸੀਸਾਂ ਦਿੱਤੀਆਂ। 40 ਵਰ੍ਹੇ ਕੋਈ ਘੱਟ ਨਹੀਂ ਹੁੰਦੇ। ਅਤੇ ਫਿਰ ਜਦੋਂ ਅਸਾਂ ਨਿੱਕਿਆਂ ਨੇ ਭੇਰੇ ਦਾ ਸ਼ੌਕ ਛੱਡ ਦਿੱਤਾ ਤਾਂ ਮਾਂ-ਪਿਓ ਨੇ ਇੱਥੇ ਆ ਕੇ ਕੀ ਕਰਨਾ ਸੀ। ਮੈਂ ਚੌਧਰੀ ਸਾਹਿਬ ਤੋਂ ਆਪਣੇ ਮਕਾਨ ਬਾਰੇ ਪੁੱਛਿਆ, ਪਰ ਉਹਨਾਂ ਗੋਲਮੋਲ ਜਿਹਾ ਜਵਾਬ ਦਿੱਤਾ। ਹਕੀਕਤਨ ਉਹਨਾਂ ਨੂੰ ਯਾਦ ਨਹੀਂ ਸੀ ਰਿਹਾ ਕਿ ਚਾਚਿਆਂ-ਤਾਇਆਂ ਦੇ ਅਨੇਕਾਂ ਮਕਾਨਾਂ ਵਿੱਚੋਂ ਕਿਹੜਾ ਮੇਰੇ ਪਿਤਾ ਜੀ ਦਾ ਹੁੰਦਾ ਸੀ। ਪਰ ਉਹਨਾਂ ਦੀ ਇਸ ਬੇਅਰਥ ਜਿਹੀ ਖਾਮੋਸ਼ੀ ਤੋਂ ਮੈਨੂੰ ਸ਼ੱਕ ਪੈਣ ਲੱਗ ਪਿਆ ਕਿ ਜਿਸ ਮਕਾਨ ਵਿੱਚ ਮੈਂ ਬੈਠਾ ਹੋਇਆ, ਇਹੋ ਸਾਡਾ ਮਕਾਨ ਹੈ। ਚੌਧਰੀ ਸਾਹਿਬ ਨੇ ਢੁਆ ਕੇ ਆਪਣੀ ਜ਼ਮੀਨ ਨਾਲ ਰਲਾ ਲਿਆ ਹੈ ਅਤੇ ਇਹ ਨਵੇਂ ਕਮਰੇ ਪਾ ਲਏ ਹਨ। ਮੂਰਲੇ ਟਿੱਬੇ ਨੂੰ ਵੇਖ-ਵੇਖ ਕੇ ਮੇਰਾ ਸ਼ੱਕ ਹੋਰ ਵੀ ਪੱਕਾ ਹੋਈ ਜਾ ਰਿਹਾ ਸੀ, ਪਰ ਮੈਨੂੰ ਇੰਜ ਹੋ ਜਾਣ ਦਾ ਰੰਜ ਕੋਈ ਵੀ ਨਹੀਂ ਸੀ ਮਹਿਸੂਸ ਹੋ ਰਿਹਾ। ਸਗੋਂ ਬੜੀ ਤਸੱਲੀ ਸੀ ਕਿ ਖਾਨਦਾਨੀ ਚੀਜ਼ ਆਪਣੇ ਹੀ ਵੀਰ ਦੇ ਕੰਮ ਆ ਗਈ। ਪਰ ਮੇਰੇ ਸਾਥੀਆਂ ਨੂੰ ਮੇਰੇ ਦਿਲ ਵਿੱਚ ਉੱਠ ਰਹੀਆਂ ਦਲੀਲਾਂ ਦਾ ਕਿਵੇਂ ਇਲਮ ਹੋ ਸਕਦਾ ਹੈ? ਉਹ ਘੜੀ-ਮੁੜੀ ਵਕਤ ਦੀ ਤੰਗੀ ਵੱਲ ਇਸ਼ਾਰਾ ਕਰਦੇ ਅਤੇ ਕਹਿੰਦੇ, ਆਪਣਾ ਮਕਾਨ ਵੀ ਤਾਂ ਢੂੰਢੀਏ। ਅਤੇ ਮੈਂ ਉਹਨਾਂ ਨੂੰ ਟਾਲ ਛੱਡਦਾ, ਨਹੀਂ, ਆਪਣੇ ਭਾਈ ਸੇ ਮਿਲ ਲਿਆ, ਅਬ ਮੁਝੇ ਮਕਾਨ ਦੇਖ ਕੇ ਕਿਆ ਕਰਨਾ ਹੈ। ਚੌਧਰੀ ਸਾਹਿਬ ਨੇ ਆਪਣੇ ਪੁੱਤਰ ਨੂੰ ਕਿਹਾ, ਅਨਵਰ, ਜਾਂ ਇੱਥੋਂ ਦੋਸਤ ਮੁਹੰਮਦ ਨੂੰ ਸੱਦ ਲਿਆ, ਮਤੇ ਉਸ ਨੂੰ ਖਬਰ ਹੋਵੇ। ਥੋੜੇ ਚਿਰ ਬਾਅਦ 17 ਕੁ ਵਰ੍ਹਿਆਂ ਦਾ ਬੁੱਢਾ ਦੋਸਤ ਮੁਹੰਮਦ ਵੀ ਆ ਕੇ ਮੰਜੀ ਉੱਤੇ ਬਹਿ ਗਿਆ। ਉਸਨੇ ਸਿਰ ਉੱਤੇ ਚਿੱਟੀ ਪੱਗ ਬੰਨ੍ਹੀ ਹੋਈ ਸੀ, ਹੂ-ਬਹੂ ਉਸੇ ਤਰ੍ਹਾਂ ਦੀ ਜਿਵੇਂ ਮੇਰੇ ਪਿਤਾ ਜੀ ਬੰਨ੍ਹਦੇ ਸਨ। ਸ਼ਕਲ, ਸੂਰਤ, ਬੋਲਚਾਲ ਵੀ ਉਹਨਾਂ ਨਾਲ ਮਿਲਦੀ ਸੀ। ਇਹ ਦੋਸਤ ਮੁਹੰਮਦ
ਅਨੇਕਾਂ ਵਰ੍ਹੇ ਦੀਵਾਨ ਦੇਸਰਾਜ ਸਾਹਨੀ ਹੋਰਾਂ ਦੀ ਦੇਖਭਾਲ ਕਰਦਾ ਰਿਹਾ ਸੀ। ਦੀਵਾਨ ਸਾਹਿਬ ਬੈਰਿਸਟਰ ਸਨ ਅਤੇ ਰਾਵਲਪਿੰਡੀ ਪ੍ਰੈਕਟਿਸ ਕਰਦੇ ਸਨ। ਉਹਨਾਂ ਦੇ ਲੜਕੇ ਨਾਲ ਮੇਰੀ ਭੂਆ ਦੀ ਧੀ ਵਿਆਹੀ ਸੀ। ਦੀਵਾਨ ਸਾਹਿਬ ਵੰਡਾਰੇ ਦੇ ਦਿਨ ਤੀਕ ਬਾਕਾਇਦਾ ਫੇਰਾ ਮਾਰਦੇ ਹੁੰਦੇ ਸਨ, ਕਿਉਂਕਿ ਭੇਰੇ ਦੇ ਆਸ-ਪਾਸ ਉਹਨਾਂ ਦੀਆਂ ਜ਼ਮੀਨਾਂ ਵੀ ਸਨ। ਪਰ ਦੋਸਤ ਮੁਹੰਮਦ ਨੂੰ ਸਾਡਾ ਘਰ ਭੁੱਲ-ਭੁਲਾ ਗਿਆ ਸੀ, ਕਿਉਂਕਿ ਮੇਰੇ ਪਿਤਾ ਜੀ ਘੱਟ-ਵੱਧ ਹੀ ਕਦੇ ਭੇਰੇ ਜਾਂਦੇ ਸਨ। ਜੇ ਮੈਂ ਹੋਰ ਵਿਸਥਾਰ ਨਾਲ ਨਿਸ਼ਾਨੀਆਂ ਦੱਸਦਾ ਤਾਂ ਸ਼ਾਇਦ ਉਹਨੂੰ ਕੁਝ ਚੇਤੇ ਆ ਜਾਂਦਾ, ਪਰ ਹਾਲਾਤ ਹੀ ਕੁਝ ਅਜੀਬ ਬਣੇ ਹੋਏ ਸੀ। ਇੱਕ ਪਾਸੇ ਗੁਲਾਮ ਮੁਹੰਮਦ ਕੁਰਸੀ ਉੱਪਰ ਨੀਵੀਂ ਪਾਈ ਲਗਾਤਾਰ ਰੋਈ ਜਾ ਰਿਹਾ ਸੀ। ਉੱਧਰ ਬੁੱਢੇ ਦੋਸਤ ਮੁਹੰਮਦ ਦੀਆਂ ਅੱਖਾਂ ਵਿੱਚੋਂ ਵੀ ਜਿਵੇਂ ਗੰਗਾ ਜਮਨਾ ਵਹਿ ਤੁਰੀਆਂ ਸਨ। ਮੇਰੇ ਆਪਣੇ ਲਈ ਬੋਲਣਾ ਔਖਾ ਹੋ ਰਿਹਾ ਸੀ। ਅਖੀਰ ਸਿਕੰਦਰ ਨੇ ਹਲੂਣ ਕੇ ਮੈਨੂੰ ਉਠਾ ਦਿੱਤਾ ਤੇ ਕਹਿਣ ਲੱਗਾ, ਚਲਿਏ ਜਬ ਤੱਕ ਚਾय ਤਿਆਰ ਹੋਤੀ ਹੈ ਇੱਕ ਬਾਹਰ ਕਾ ਚੱਕਰ ਲਗਾ ਆਤੇ ਹੈਂ। ਬੇਦਿਲੀ ਨਾਲ ਮੈਂ ਫੇਰ ਗਲੀ ਵਿੱਚ ਆ ਗਿਆ। ਬਿਲਕੁਲ ਓਪਰੀ ਪਈ ਜਾਪਦੀ ਸੀ। ਯਕੀਨ ਨਹੀਂ ਸੀ ਆਉਂਦਾ ਮੈਂ ਇਸ ਗਲੀ ਵਿੱਚ ਖੇਡਦਾ ਹੁੰਦਾ ਸਾਂ। ਉਹ ਤਾਂ ਇਤਨੀ ਲੰਮੀ, ਖੁੱਲ੍ਹੀ ਤੇ ਸੋਹਣੀ ਹੁੰਦੀ ਸੀ, ਇਹ ਇਤਨੀ ਛੋਟੀ, ਭੀੜੀ ਤੇ ਕੋਝੀ। ਸਿਕੰਦਰ ਨੇ ਮੈਨੂੰ ਇੱਕ ਸਿਰਿਓਂ ਦੂਜੇ ਸਿਰੇ ਤੀਕ ਦਾ ਚੱਕਰ ਮਾਰਨ ਲਈ ਕਿਹਾ। ਅਚਾਨਕ ਇੱਕ ਘਰ ਦੇ ਅੱਗੋਂ ਲੰਘਦਿਆਂ ਮੇਰੀ ਨਜ਼ਰ ਉਹਦੇ ਵਿਹੜੇ ਵਿੱਚ ਪਈ। ਮੈਂ ਖਲੋ ਗਿਆ ਤੇ ਕਿਹਾ, ਇਸ ਘਰ ਵਿੱਚ ਮੈਂ ਖੇਡਦਾ ਹੁੰਦਾ ਸਾਂ। ਮੈਨੂੰ ਚੰਗੀ ਤਰ੍ਹਾਂ ਯਾਦ ਏ, ਇਹਦੇ ਕੋਠੇ ਉੱਤੇ ਵੀ ਅਸੀਂ ਚੜ੍ਹਦੇ ਹੁੰਦੇ ਸਾਂ। ਇੱਥੇ ਮੇਰਾ ਦੋਸਤ ਰਹਿੰਦਾ ਹੁੰਦਾ ਸੀ। ਪੌੜੀਆਂ ਕੋਲ ਗਰੀਬੜਾ ਜਿਹਾ ਆਦਮੀ ਚਾਦਰ ਵਲੇਟੀ ਪਿਆ ਹੋਇਆ ਸੀ। ਸਿਕੰਦਰ ਨੇ ਉਸ ਕੋਲੋਂ ਅੰਦਰ ਆਉਣ ਦੀ ਇਜਾਜ਼ਤ ਮੰਗ ਲਈ ਤੇ ਮੈਨੂੰ ਕਿਹਾ, ਜਾਈਏ ਅੰਦਰ, ਉੱਪਰ ਵੀ ਜਾਈਏ। ਨਹੀਂ, ਅੰਦਰ ਜਾ ਕੇ ਕੀ ਲੈਣਾ, ਮੈਂ ਕਿਹਾ। ਹੁਣ ਇਸ 22-23 ਵਰ੍ਹਿਆਂ ਦੇ ਸਿਕੰਦਰ ਨੇ ਮੈਨੂੰ ਗਲੀ ਵਿੱਚ ਖਲੋ ਕੇ ਇੰਜ ਡਾਂਟਿਆ ਜਿਵੇਂ ਉਹ ਮੇਰਾ ਕੋਈ ਬਜ਼ੁਰਗ ਹੋਵੇ। साहनी साहब, आप कैसे फिजूल के तकल्लुफात का शिकार हो रहे हैं? हम भी आप ही की तरह हैं। जब कभी दिल्ली जाएं, अपने छोड़े हुए घरों का कोना कोना छान मारते हैं, चाहे किसी को कितनी भी तकलीफ हो। आपने यहाँ रहना थोड़ी है कि हर किसी का इतना लिहाज किए जा रहे हैं। 2 घंटे बाद आपको यहाँ से चले जाना है और फिर आपके खुदा जाने कभी इधर आना नसीब हो या ना हो। ये सुस्ती छोड़िए, एक जगह बैठ बैठ के वक्त गंवाने के बजाय जितना घूम सकते हैं देखिए। बराए मेहरबानी जाइए ऊपर। ਕਿਤਨਾ ਸੁਆਦ ਮਿਲਿਆ ਉਹਨਾਂ ਪੌੜੀਆਂ ਉੱਪਰ ਦੁਬਾਰਾ ਪੈਰ ਰੱਖ ਕੇ। ਉੱਪਰ ਕੋਠੇ ਉੱਤੇ ਪੁੱਜੇ ਤਾਂ ਐਨ ਆਪਣੀਆਂ ਅੱਖਾਂ ਸਾਹਮਣੇ ਦੂਰ ਮੈਨੂੰ ਆਪਣੇ ਘਰ ਦਾ ਉੱਪਰਲਾ ਸੁਫਾ ਸਾਫ਼ ਦਿਸ ਪਿਆ। ਉਹਦੇ ਸੱਜੇ ਪਾਸੇ ਵਾਲੀ ਰਸੋਈ ਵੀ ਦਿਸ ਪਈ ਅਤੇ ਮੈਂ ਚੀਕ ਉੱਠਿਆ, ਉਹ ਸਾਡਾ ਘਰ! ਉਸ ਕਮਰੇ ਵਿੱਚ ਮੇਰੀ ਭੈਣ ਦੀ ਕੁੜਮਾਈ ਹੋਈ ਸੀ, ਉਹ ਸਾਡੀ ਰਸੋਈ! ਉਸ ਵੇਲੇ ਖੌਰੇ ਅੰਦਰ ਕਿਹੜਾ ਜਵਾਲਾਮੁਖੀ ਫਟਿਆ। ਰੋਂਦਾ ਤੇ ਘਰਕਦਾ ਮੈਂ ਮਿੱਟੀ ਪੋਚੇ ਫਰਸ਼ ਉੱਤੇ ਢੇਰ ਹੋ ਗਿਆ। ਉਹ ਲੋਕ ਦਿਲਾਸਾ ਦੇਣ ਲਈ ਆਏ। ਮੈਂ ਬੋਲੀ ਜਾ ਰਿਹਾ ਸਾਂ, ਮੈਨੂੰ ਛੱਡ ਦਿਓ, ਮੈਂ ਘਰ ਨੂੰ ਵੇਖ ਕੇ ਨਹੀਂ ਰੋ ਰਿਹਾ। ਮੈਨੂੰ ਆਪਣੀ ਭੈਣ ਯਾਦ ਆ ਰਹੀ ਹੈ ਜਿਹੜੀ ਮਰ ਚੁੱਕੀ ਹੈ। ਰੱਬਾ ਮੇਰੀ ਭੈਣ ਮੋੜ ਦੇ, ਰੱਬਾ ਮੇਰੀ ਭੈਣ ਮੋੜ ਦੇ। ਆਪਣੇ ਆਪ ਉੱਤੇ ਸ਼ਰਮ ਵੀ ਆ ਰਹੀ ਸੀ। ਇਹ ਮੈਂ ਕੀ ਕਰ ਰਿਹਾ? ਓਪਰੇ ਦੇਸ, ਓਪਰੀ ਥਾਂ, ਓਪਰੇ ਬੰਦਿਆਂ ਦੀ ਮੌਜੂਦਗੀ ਵਿੱਚ। ਪਰ ਮੈਨੂੰ ਆਪਣੇ ਆਪ ਉੱਪਰ ਕੋਈ ਕਾਬੂ ਨਹੀਂ ਸੀ। ਜੇ ਮੇਰੇ ਹੱਥ ਵਿੱਚ ਛੁਰਾ ਹੁੰਦਾ ਅਤੇ ਮੇਰੇ ਸਾਹਮਣੇ ਰੱਬ ਆ ਖਲੋਂਦਾ ਤਾਂ ਯਕੀਨਨ ਉਸ ਵੇਲੇ ਮੈਂ ਉਹਨੂੰ ਵੱਢ ਸੁੱਟਣਾ ਸੀ। ਅੰਕ 10ਵਾਂ। ਥੱਲੇ ਲੈ ਕੇ ਅਸੀਂ ਫੇਰ ਜਦੋਂ ਗਲੀ ਵਿੱਚ ਆਏ ਤਾਂ ਮੈਂ ਆਪਣੇ ਆਪ ਨੂੰ ਬੜਾ ਬਗਾਹੇ ਆਪਣੇ ਪ੍ਰੋਗਰਾਮ ਬਾਰੇ ਡਾਕਟਰ ਨਜ਼ੀਰ ਅਹਿਮਦ ਨੂੰ ਲਾਹੌਰ ਇਤਲਾਹ ਦਿੰਦਾ ਰਹਿੰਦਾ ਸਾਂ। ਉਹਨਾਂ ਨੂੰ ਪਤਾ ਸੀ ਮੈਂ ਕਦੋਂ ਪਿੰਡੀ ਪਹੁੰਚਣਾ ਹੈ। ਉਸ ਅਨੁਸਾਰ ਉਹਨਾਂ ਆਪਣੇ ਇੱਕ ਪਰਿਚਿਤ ਸੱਜਣ ਨੂੰ ਦਰਖਾਸਤ ਕੀਤੀ ਕਿ ਮੈਨੂੰ ਸਟੇਸ਼ਨ ਉੱਤੇ ਲੈਣ ਆਉਣ। ਇਹ ਸੱਜਣ ਸਟੇਸ਼ਨ ਤੇ ਆਏ ਜ਼ਰੂਰ, ਪਰ ਦਿਸ ਰਿਹਾ ਸੀ ਕਿ ਬਹੁਤੇ ਖੁਸ਼ ਨਹੀਂ ਹਨ। ਪਰ ਫੇਰ ਵੀ ਮੇਰੇ ਲਈ ਉਹਨਾਂ ਦਾ ਆਉਣਾ ਗਨੀਮਤ ਸੀ। ਪਰਦੇਸ ਵਿੱਚ ਪਹਿਲਾ ਸਵਾਲ ਰਿਹਾਇਸ਼ ਦਾ ਹੁੰਦਾ ਹੈ ਅਤੇ ਕਿਸੇ ਜਾਣੂ ਦੀ ਮਦਦ ਦੇ ਨਾਲ ਸੌਖਾ ਹੱਲ ਹੋ ਜਾਂਦਾ ਹੈ। ਪਲੇਟਫਾਰਮ ਤੇ ਡਿਊਟੀ ਵਿਚਾਲੇ ਉੱਚੇ ਦਰਜੇ ਦੇ ਮੁਸਾਫਰਾਂ ਲਈ ਬਣਿਆ ਹੋਇਆ ਸਲਾਮੀਦਾਰ ਲਾਂਘਾ ਪਿੰਡੀ ਸਟੇਸ਼ਨ ਦੀ ਖਾਸ ਨਿਸ਼ਾਨੀ ਹੈ। ਤਾਲਬ ਇਲਮੀ ਦੇ ਦਿਨਾਂ ਵਿੱਚ ਸੈਕੰਡ ਕਲਾਸ ਦਾ ਟਿਕਟ ਜੇਬ ਵਿੱਚ ਹੋਏ ਤਾਂ ਇਸ ਵਿੱਚੋਂ ਬੜੀ ਸ਼ਾਨ ਵਿਖਾ ਕੇ ਗੁਜ਼ਰੀਦਾ ਸੀ। ਅੱਜ ਇਸ ਦੀਆਂ ਪੱਥਰ ਦੀਆਂ ਤਰੇੜਾਂ ਉੱਪਰ ਮੈਂ ਹੌਲੀ-ਹੌਲੀ ਪੈਰ ਧਰੇ ਤਾਂ ਜੋ ਉਹਨਾਂ ਨੂੰ ਜ਼ਰਬ ਨਾ ਲੱਗੇ। ਬਾਹਰ ਇੱਕ ਨਿੱਕੀ ਜਿਹੀ ਟੈਕਸੀ ਵਿੱਚ ਸਮਾਨ ਰਖਵਾਇਆ ਤੇ ਦੋਵੇਂ ਜਣੇ ਬਹਿ ਗਏ। ਉਹਨਾਂ ਰਸਮੀ ਜਿਹੇ ਖਲੂਸ ਨਾਲ ਕਿਹਾ, आप फ्लैशमैन होटल में ठहरना पसंद फरमाएंगे? मैंने दोपहर को फ़ोन पर उनसे बात की थी। उस वक्त कोई कमरा खाली नहीं था, पर मेरे ख्याल से एक बार चलकर पूछ लेते हैं। मैं हाँ ਤਾਂ ਕਰ ਦਿੱਤੀ, ਪਰ ਅੰਦਰੋਂ ਮੇਰਾ ਉੱਥੇ ਠਹਿਰਨ ਤੇ ਉੱਕਾ ਮਨ ਨਹੀਂ ਸੀ। ਇੱਕ ਤਾਂ ਮੇਰੀ ਆਰਥਿਕ ਸਥਿਤੀ ਬਹੁਤ ਚੰਗੀ ਨਹੀਂ ਸੀ, ਦੂਜੇ ਮੇਰੇ ਵੇਲੇ ਜਦੋਂ ਸਦਰ ਕੇਵਲ ਹਵਾਖੋਰੀ ਲਈ ਜਾਈਦਾ ਸੀ, ਉਸ ਹੋਟਲ ਵਿੱਚ ਬੜੇ ਸਹਿਮ ਪਾਊ ਕਿਸਮ ਦੇ ਅੰਗਰੇਜ਼ ਅਫਸਰ ਰਿਹਾ ਕਰਦੇ ਸਨ।
ਤੀਜੇ ਪਿਛਲੇ 7 ਦਿਨ ਮੈਂ ਗਲੀਆਂ, ਮੁਹੱਲਿਆਂ ਤੇ ਸਰਾਵਾਂ ਵਿੱਚ ਠਹਿਰਦਾ ਆਇਆ ਸਾਂ। ਸਧਾਰਨ ਲੋਕਾਂ ਨਾਲ ਮਿਲਣ-ਗਿਲਣ ਅਤੇ ਆਜ਼ਾਦ ਵਿਚਰਨ ਦਾ ਅਪੂਰਬ ਮੌਕਾ ਮਿਲਿਆ ਸੀ, ਜੋ ਫਿਲਮ ਐਕਟਰ ਹੋਣ ਦੇ ਸਦਕੇ ਹਿੰਦੁਸਤਾਨ ਵਿੱਚ ਮੈਨੂੰ ਨਸੀਬ ਨਹੀਂ ਸੀ। ਜਿਚਰ ਤੀਕ ਹੋ ਸਕੇ ਮੈਂ ਵਡਿਆਈ ਦੀ ਕੈਦ ਤੋਂ ਮੁਕਤ ਰਹਿਣਾ ਚਾਹੁੰਦਾ ਸਾਂ, ਪਰ ਉਹਨਾਂ ਦੇ ਠੰਡੇ-ਠੰਡੇ ਸਲੂਕ ਕਾਰਨ ਮੈਂ ਖੁੱਲ੍ਹ ਕੇ ਗੱਲ ਕਰਨ ਜੋਗਾ ਨਹੀਂ ਸਾਂ। ਅਚਾਨਕ ਟੈਕਸੀ ਡਰਾਈਵਰ ਨੇ ਪਿੱਛੇ ਮੂੰਹ ਫੇਰ ਕੇ ਕਿਹਾ, "ਜੀ ਮਾਫ਼ ਕਰਨਾ, ਤੁਸੀਂ ਬਲਰਾਜ ਸਾਹਨੀ ਤਾਂ ਨਹੀਂ ਹੋ?" ਮੈਂ ਸੋਚਿਆ ਕਿਸੇ ਅਖਬਾਰ ਵਿੱਚ ਉਸਨੇ ਮੇਰਾ ਜ਼ਿਕਰ ਪੜ੍ਹਿਆ ਹੋਣਾ। ਰੋਜ਼ ਹੀ ਤਾਂ ਉਹ ਬੜੇ ਨਿੱਘ ਨਾਲ ਮੇਰੇ ਬਾਰੇ ਕੁਝ ਨਾ ਕੁਝ ਛਾਪਦੀਆਂ ਰਹਿੰਦੀਆਂ ਸਨ, ਜਾਂ ਹੋ ਸਕਦਾ ਹੈ ਉਹਨੇ ਮੇਰੀ ਕੋਈ ਫਿਲਮ ਵੇਖੀ ਹੋਵੇ। ਪਰ ਗੱਲ ਕੁਝ ਹੋਰ ਨਿਕਲੀ। "ਹਾਂ ਭਾਈ, ਹੈ ਤਾਂ ਮੈਂ ਉਹੀ ਹਾਂ," ਮੈਂ ਕਿਹਾ। "ਤੇ ਮੈਂ ਖੁਰਸ਼ੀਦ ਹਾਂ ਜੇ ਨਾ, ਮਾਂ ਨਹੀਂ ਸਿਆਤਾ ਨੇ?" ਮੇਰੇ ਬਦਨ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਹਨੇਰੇ ਵਿੱਚ ਮੈਂ ਉਹਦੇ ਚਿਹਰੇ ਨੂੰ ਪਛਾਣਨ ਦੀ ਬੜੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਾ ਹੋ ਸਕਿਆ ਤੇ ਆਪ ਮੁਹਾਰੇ ਮੂੰਹੋਂ ਨਿਕਲ ਗਿਆ, "ਕਿਹੜਾ ਖੁਰਸ਼ੀਦ? ਕਿਧਰੇ ਤੂੰ ਗਨੀ ਦਾ ਭਰਾ ਤਾਂ ਨਹੀਂ?" "ਉਹ ਨਹੀਂ ਆ ਤੇ ਹੋਰ ਕੌਣ ਆ? ਖੁਦਾ ਦੀ ਕਸਮ ਇਹ ਡਾਢਾ ਪਕੜਿਆ ਨੇ।" ਉਹ ਜ਼ੋਰ ਦਾ ਹੱਸਿਆ। "ਫਲੈਸ਼ਮੈਨ ਹੋਟਲ ਚਲੀਏ।" ਮੇਰੇ ਸਾਥੀ ਨੇ ਉਹਨੂੰ ਉਰਦੂ ਵਿੱਚ ਆਪਣੇ ਫਰਜ਼ ਤੋਂ ਆਗਾਹ ਕੀਤਾ। ਖੁਰਸ਼ੀਦ ਨੇ ਗੱਡੀ ਟੋਰ ਦਿੱਤੀ, ਪਰ ਗੱਲਾਂ ਦਾ ਸਿਲਸਿਲਾ ਬੰਦ ਨਾ ਕੀਤਾ। "ਚੱਲੋ ਨਾ, ਘਰ ਲੈ ਜੁਲਾ ਨੇ। ਹੋਟਲ ਵਿੱਚ ਠਹਿਰ ਸੋ ਤਾਂ ਸਾਡੇ ਵਾਸਤੇ ਬੜੇ ਸ਼ਰਮ ਦੀ ਗੱਲ ਹੋ ਜਾਸੀ। ਤੂੰ ਗਮ ਨਾ ਕਰ, ਕੱਲ ਸਵੇਰੇ ਮੈਂ ਛਾਛੀ ਮੈਂ ਲਿਆਸਾਂ ਨਾ, ਫੇਰ ਗੱਲ ਕਰਸਾਂ। ਅਜੇ ਇੱਥੇ ਹੀ 4-5 ਦਿਹਾੜੇ। ਕਸਮੇ ਰੱਬ ਦੀ, ਸੱਚ ਪਿਆ ਆਖਣਾ ਨੇ। ਜੇ ਕਿਸਿਆਂ ਪਤਾ ਲੱਗ ਗਿਆ ਤੁਸਾਂ ਕਿ ਹੋਟਲ ਛੋੜ ਆਇਆ ਤਾਂ ਮਾਰ-ਮਾਰ ਕੇ ਮਾਂ ਲੰਮਿਆਂ ਪਾ ਛੋੜਸੀ ਨੇ। ਮੈਂ ਜੇ ਜ਼ਿੰਮੇਦਾਰ ਹਾਂ। ਮੇਰੇ ਭਾਗਾਂ ਨੂੰ ਫਲੈਸ਼ਮੈਨ ਹੋਟਲ ਦੇ ਕਾਊਂਟਰ ਪਿੱਛੇ ਖੜੇ ਕਲਰਕ ਨੇ ਫੇਰ ਠੂਠਾ ਵਿਖਾ ਦਿੱਤਾ, ਪਰ ਗੱਲਬਾਤ ਦੇ ਦੌਰਾਨ ਉਹਦੀ ਨਜ਼ਰ ਮੇਰੇ ਚਿਹਰੇ ਉੱਪਰ ਖੁੱਭਣ ਲੱਗ ਪਈ। ਇਸ ਖਤਰੇ ਦੀ ਨਿਸ਼ਾਨੀ ਤੋਂ ਮੈਂ ਖੂਬ ਵਾਕਿਫ ਸਾਂ। ਪੇਸ਼ਤਰ ਇਸ ਦੇ ਕਿ ਉਹ ਆਪਣੀ ਨਾਂਹ ਨੂੰ ਵਾਪਸ ਲੈਣ ਦਾ ਵਿਚਾਰ ਕਰ ਲਏ, ਮੈਂ ਆਪਣੇ ਸਾਥੀ ਦੀ ਬਾਂਹ ਫੜ ਕੇ ਬਾਹਰ ਵੱਲ ਟੁਰ ਪਿਆ। ਦੂਜੇ ਨੰਬਰ ਦਾ ਹੋਟਲ ਸੀ ਮੈਟਰੋਪੋਲ। ਇਸ ਵਿੱਚ ਇੱਕ ਗੁਜ਼ਾਰੇ ਲਾਇਕ ਚੰਗਾ ਕਮਰਾ ਮਿਲ ਗਿਆ। ਮੇਰੇ ਮਿਹਰਬਾਨ ਸਵੇਰੇ 9 ਵਜੇ ਫੇਰ ਆਉਣ ਅਤੇ ਮੈਨੂੰ ਸਿਕਿਉਰਿਟੀ ਆਫਿਸ ਲੈ ਚੱਲਣ ਦਾ ਵਿਸ਼ਵਾਸ ਦਿਵਾ ਕੇ ਰੁਖਸਤ ਹੋ ਗਏ। ਪਰ ਉਹਨਾਂ ਦੇ ਚਿਹਰੇ ਤੋਂ ਮੈਨੂੰ ਸ਼ੱਕ ਪੈ ਰਿਹਾ ਸੀ ਕਿ ਸ਼ਾਇਦ ਨਾ ਹੀ ਆਉਣ। ਪਰ ਖੁਰਸ਼ੀਦ ਦੇ ਆਉਣ ਦਾ ਮੈਨੂੰ ਪੂਰਾ ਯਕੀਨ ਸੀ, ਅਤੇ ਹੋਰ ਮੈਨੂੰ ਚਾਹੀਦਾ ਵੀ ਕੀ ਸੀ। ਰਾਤ ਨੂੰ ਸੌਣ ਤੋਂ ਪਹਿਲਾਂ ਮੈਂ ਹੋਟਲ ਦੇ ਵਸੀਹ ਹਾਤੇ ਵਿੱਚ ਚੀੜਾਂ ਦੇ ਉੱਚੇ-ਉੱਚੇ ਦਰਖਤਾਂ ਹੇਠ ਠੰਡੀ-ਠੰਡੀ ਘਾਹ ਉੱਪਰ ਬੜਾ ਚਿਰ ਟਹਿਲਦਾ ਰਿਹਾ। ਸਰ-ਸਰ ਕਰਦੀ ਵਾਹ ਕਦੇ ਮੈਨੂੰ ਐਬਟਾਬਾਦ ਅਤੇ ਕਦੇ ਕੋਹਮਰੀ ਦੇ ਕਿੱਸੇ ਸੁਣਾਉਣ ਲੱਗ ਪੈਂਦੀ, ਅਤੇ ਮੈਂ ਹੌਕਾ ਭਰ ਕੇ ਆਖਿਆ, "ਹਾਏ ਨੀ ਪਿੰਡੀਏ, ਇਤਨੀ ਸੋਹਣੀ ਨਾ ਹੁੰਦੀਓ ਤਾਂ ਤੈਨੂੰ ਭੁਲਾਣਾ ਸ਼ਾਇਦ ਆਸਾਨ ਹੁੰਦਾ।" ਰਾਤੀਂ ਭੈੜੇ-ਭੈੜੇ ਸੁਪਨੇ ਆਉਂਦੇ ਰਹੇ। ਇੱਕ ਤਾਂ ਬਹੁਤ ਹੀ ਭਿਆਨਕ ਸੀ ਕਿ ਮੈਂ ਹੋਟਲ ਵਿੱਚ ਨਹੀਂ ਆਪਣੇ ਛਾਛੀ ਮੱਲੇ ਵਾਲੇ ਘਰ ਜਾ ਠਹਿਰਿਆ ਹਾਂ। ਮੇਰੇ ਗੁਆਂਢੀ ਪਰਮ ਮਿੱਤਰ ਬੋਸਤਾਨ ਨੇ ਸਾਡੇ ਪਰਿਵਾਰ ਦੇ ਕਦੇ ਨਾ ਕਦੇ ਮੁੜ ਆਉਣ ਦੀ ਉਡੀਕ ਵਿੱਚ ਕਿਸੇ ਮਹਾਜਰ ਨੂੰ ਉਸ ਵਿੱਚ ਵਸਣ ਹੀ ਨਹੀਂ ਸੀ ਦਿੱਤਾ। ਉਹਨੇ ਸਾਡੇ ਘਰ ਦਾ ਸਾਰਾ ਸਮਾਨ, ਜੋ ਇੱਕ ਜ਼ਮੀਨਦੋਜ਼ ਗੋਦਾਮ ਵਿੱਚ ਸੁਰੱਖਿਅਤ ਸੀ, ਮੁੜ ਉਸੇ ਦਾ ਉਸੇ ਤਰ੍ਹਾਂ ਵਾਪਸ ਰਖਵਾ ਦਿੱਤਾ। ਮੇਰੀ ਖੁਸ਼ੀ ਦਾ ਕੋਈ ਪਾਰ-ਉਤਾਰਾ ਹੀ ਨਹੀਂ ਸੀ। ਬੜੇ ਚਾਅ ਨਾਲ ਮੈਂ ਆਪਣੇ ਕਿਤਾਬਾਂ ਵਾਲੇ ਕਮਰੇ ਨੂੰ ਨਵੇਂ ਸਿਰਿਓਂ ਸਜਾਇਆ, ਪੜ੍ਹਨ ਵਾਲੀਆਂ ਕਿਤਾਬਾਂ ਦੀ ਲਿਸਟ ਬਣਾਈ, ਲਿਖਣ ਦਾ ਪ੍ਰੋਗਰਾਮ ਨਿਸ਼ਚਿਤ ਕੀਤਾ ਅਤੇ ਅੱਗੋਂ ਲਈ ਫੈਸਲਾ ਕਰ ਲਿਆ ਕਿ ਸਾਲ ਵਿੱਚ ਘੱਟ ਤੋਂ ਘੱਟ 6 ਮਹੀਨੇ ਇੱਥੇ ਗੁਜ਼ਾਰਿਆ ਕਰਾਂਗਾ। ਫਿਰ ਮੇਰੀ ਇੱਕ ਅਜਿਹੇ ਦੋਸਤ ਨਾਲ ਮੁਲਾਕਾਤ ਹੋਈ ਜਿਸ ਨੂੰ ਮੈਂ ਉੱਕਾ ਹੀ ਭੁੱਲ ਚੁੱਕਾ ਸਾਂ। ਗੋਰਾ ਰੂੰ ਤੇ ਅੱਤ ਕੂਲਾ ਪਿੰਡਾ ਹੁੰਦਾ ਸੀ ਉਸਦਾ। ਸਕੂਲ ਵਿੱਚ ਮਾਸਟਰ ਉਸਨੂੰ ਚਪੇੜ ਮਾਰਨ ਤੋਂ ਸੰਗਦੇ ਸਨ, ਕਿਉਂਕਿ ਉਂਗਲਾਂ ਦੇ ਨਿਸ਼ਾਨ ਸਾਰਾ ਦਿਨ ਉਸਦੀਆਂ ਗੱਲਾਂ ਤੋਂ ਨਹੀਂ ਸਨ ਹਟਦੇ। ਉਹਨੇ ਮੈਨੂੰ ਆਪਣੇ ਘਰ ਰੋਟੀ ਖਾਣ ਦੀ ਦਾਵਤ ਦਿੱਤੀ, ਜਿਹਨੂੰ ਮੈਂ ਖੁਸ਼ੀ-ਖੁਸ਼ੀ ਕਬੂਲ ਕੀਤਾ। ਬੜੀ ਸ਼ਾਨਦਾਰ ਦਾਵਤ ਖੁਆਈ ਉਸਨੇ, ਪਰ ਅੰਤ ਭਰੀ ਮਹਿਫਲ ਵਿੱਚ ਛੁਰਾ ਕੱਢ ਲਿਆ ਤੇ ਇਹ ਕਹਿੰਦੇ ਹੋਏ ਕਿ ਉਹ ਵੀ ਮੇਰਾ ਫਰਜ਼ ਸੀ ਤੇ ਇਹ ਵੀ ਮੇਰਾ ਫਰਜ਼ ਹੈ, ਮੇਰੀ ਛਾਤੀ ਵਿੱਚ ਘੋਪ ਦਿੱਤਾ। ਬੋਸਤਾਨ, ਬਖਸ਼ਾ, ਮੁਰਤਜ਼ਾ, ਖਾਨਾ ਅਤੇ ਹੋਰ ਕਿਤਨੇ ਦੋਸਤ ਉੱਥੇ ਮੌਜੂਦ ਸਨ, ਪਰ ਕਿਸੇ ਨੇ ਉਹਦਾ ਹੱਥ ਨਹੀਂ ਰੋਕਿਆ। ਇਸ ਮੂਰਖਤਾ ਭਰੇ ਸੁਪਨੇ ਕਾਰਨ ਦਿਲ ਨੂੰ ਆਜ਼ੁਰਦਾ ਹੋਣ ਦੀ ਥਾਂ ਪ੍ਰਸੰਨਤਾ ਜਿਹੀ ਮਹਿਸੂਸ ਹੋਈ ਕਿ ਇੱਕ ਭੁੱਲੇ ਵਿਸਰੇ ਮਿੱਤਰ ਦੀ ਯਾਦ ਇਤਨੇ ਲੰਮੇ ਅਰਸੇ ਬਾਅਦ ਅਚਾਨਕ ਤਾਜ਼ਾ ਹੋ ਗਈ। ਕੱਚੀ ਪਹਿਲੀ ਤੋਂ 12ਵੀਂ ਤੱਕ ਅਸੀਂ ਇਕੱਠੇ ਇੱਕੋ ਜਮਾਤ ਵਿੱਚ ਪੜ੍ਹੇ ਸਾਂ। ਮੇਰੀ ਮਾਂ ਮੇਰੇ ਸਾਰੇ ਮਿੱਤਰਾਂ ਵਿੱਚੋਂ ਉਹਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੀ ਹੁੰਦੀ ਸੀ। ਅਸੀਂ ਇਕੱਠੇ ਪੜ੍ਹਦੇ, ਇਕੱਠੇ ਖੇਡਦੇ। ਕਦੇ ਉਹ ਸਾਡੇ ਘਰ ਸੌਂ ਜਾਂਦਾ, ਕਦੇ ਮੈਂ ਉਸ ਦੇ ਘਰ। ਉਸ ਸੋਲ ਤੇ ਮਲੂਕੜੇ ਬੰਦੇ ਦਾ ਸੁਪਨੇ ਵਿੱਚ ਵੀ ਕਿਸੇ ਨੂੰ ਛੁਰਾ ਮਾਰਨਾ ਅਨਹੋਣੀ ਗੱਲ ਸੀ, ਪਰ ਇਸ ਤੋਂ ਵੀ ਅਨਹੋਣੀ ਅਤੇ ਨਾਕਾਬਿਲੇ ਮੁਆਫੀ ਗੱਲ ਸੀ ਮੇਰਾ ਉਸਨੂੰ ਇੰਜ ਮੁਕੰਮਲ ਭੁਲਾ ਦੇਣਾ। ਪਿਛਲੇ 20-25 ਸਾਲਾਂ ਤੋਂ ਕਦੇ ਇੱਕ ਵਾਰੀ ਵੀ ਮੈਨੂੰ ਉਸਦਾ ਖਿਆਲ ਨਹੀਂ ਸੀ ਆਇਆ। ਐਫਏ ਪਾਸ ਕਰਨ ਤੋਂ ਬਾਅਦ ਮੈਂ ਲਾਹੌਰ ਜਾ ਦਾਖਲ ਹੋਇਆ ਅਤੇ ਉਹ ਫੌਜ ਵਿੱਚ ਭਰਤੀ ਹੋ ਕੇ ਕਿਸੇ ਪਰਾਏ ਦੇਸ਼ ਚਲਾ ਗਿਆ। ਹੁਣ ਕਿੱਥੇ ਹੋਵੇਗਾ ਉਹ? ਨਾ ਕੀ ਸੀ ਉਸਦਾ। ਮੈਂ ਬੜਾ ਖਿਝਿਆ
ਜਦੋਂ ਲਗਾਤਾਰ ਕੋਸ਼ਿਸ਼ ਕਰਨ ਦੇ ਬਾਵਜੂਦ ਮੈਨੂੰ ਉਹਦਾ ਨਾਂ ਚੇਤੇ ਨਾ ਆਇਆ। ਕੀ ਐਤਕੀ ਮੈਂ ਉਹਨੂੰ ਮਿਲ ਸਕਾਂਗਾ? ਕਿਤਨੀ ਸੋਹਣੀ ਪੱਗ ਬੰਨ੍ਹਦਾ ਹੁੰਦਾ ਸੀ ਉਹ, ਬਿਲਕੁਲ ਪੰਡਤਾਂ ਵਾਲੀ। ਕਿਵੇਂ ਢੂੰਡਾਂਗਾ ਉਹਨੂੰ ਜਦਕਿ ਉਸਦਾ ਨਾਂ ਤੱਕ ਹੀ ਨਹੀਂ ਯਾਦ। ਨੀਂਦਰ ਸਵੇਰੇ ਜਲਦੀ ਖੁੱਲ੍ਹ ਗਈ ਸੀ। ਹਨੇਰੇ ਵਿੱਚ ਖੁੱਲੀ ਹੋਈ ਬਾਰੀ ਵਾਲਾ ਇਹ ਕਮਰਾ ਕੋਹਮਰੀ ਦੀ ਇੱਕ ਕੋਠੀ ਦੀ ਯਾਦ ਦਿਵਾ ਰਿਹਾ ਸੀ। ਠੰਡ ਵੀ ਤਾਂ ਚੰਗੀ ਖਾਸੀ ਸੀ, ਜਿਵੇਂ ਸੱਚਮੁੱਚ ਕਿਸੇ ਹਿਲ ਸਟੇਸ਼ਨ ਉੱਤੇ ਆ ਗਿਆ ਹੋਵਾਂ। ਅੱਜ ਤੋਤਿਆਂ ਦੀ ਥਾਂ ਬੁਲਬੁਲਾਂ ਪਈਆਂ ਬੋਲਦੀਆਂ ਸਨ। ਜਦੋਂ ਉਹ ਚੁੱਪ ਹੋਈਆਂ ਤਾਂ ਲਾਲੀਆਂ ਨੇ ਚਿਚਲਾਣਾ ਸ਼ੁਰੂ ਕੀਤਾ। ਉਜਾਲਾ ਹੋਣ ਵੇਲੇ ਚਿੜੀਆਂ ਦੇ ਸ਼ੋਰ ਦਾ ਹੜ ਜਿਹਾ ਆ ਗਿਆ। ਕੱਲ ਤੀਕਰ ਉੱਤੇ ਲੈਣ ਲਈ ਇੱਕ ਕੰਬਲ ਹੀ ਕਾਫੀ ਸੀ। ਅੱਜ ਉਹਦੇ ਨਾਲ ਧੁੱਸਾ ਵੀ ਜੋੜਨਾ ਪਿਆ ਸੀ, ਜੋ ਡਾਕਟਰ ਨਜ਼ੀਰ ਨੇ ਖਾਸ ਪਿੰਡੀ ਲਈ ਇਨਾਇਤ ਕੀਤਾ, ਅਤੇ ਇੱਕ ਖੇਸ ਵੀ। ਰਜ਼ਾਈ ਹੁੰਦੀ ਤਾਂ ਹੋਰ ਵੀ ਸਵਾਦ ਆਉਂਦਾ। ਜਨਵਰੀ-ਫਰਵਰੀ ਪਿੰਡੀ ਕੋਹਰੇ ਜੰਮ ਜਾਂਦੇ। ਕਿਸੇ ਸਾਲ ਬਰਫ਼ ਵੀ ਪੈ ਜਾਂਦੀ ਅਤੇ ਸਾਰਾ ਸ਼ਹਿਰ ਜਸ਼ਨ ਮਨਾਉਂਦਾ। ਕਾਸ਼ ਮੈਂ ਉਹ ਮੌਸਮ ਵੀ ਵੇਖ ਸਕਦਾ। ਪਿਤਾ ਜੀ ਸਖਤ ਤੋਂ ਸਖਤ ਸਰਦੀ ਵਿੱਚ ਵੀ ਸਾਨੂੰ ਸਵੇਰੇ 4 ਵਜੇ ਜਗਾ ਦਿੰਦੇ। ਠੰਡੇ ਪਾਣੀ ਨਾਲ ਨਹਾਉਣਾ ਪੈਂਦਾ, ਹੱਥ ਪੈਰ ਬਰਫ਼ ਹੋ ਜਾਂਦੇ, ਅਤੇ ਫੇਰ ਰਜ਼ਾਈ ਵਿੱਚ ਵੜ ਕੇ ਅਸੀਂ ਪੜ੍ਹਦੇ ਫੇਰ ਸੌਂ ਜਾਂਦੇ। ਬਿਸਤਰੇ ਦਾ ਨਿੱਘ ਤਿਆਗ ਕੇ ਮੈਂ ਗੁਸਲਖਾਨੇ ਵਿੱਚ ਜਾ ਵੜਿਆ ਤੇ ਠੰਡੇ ਪਾਣੀ ਨਾਲ ਇਸ਼ਨਾਨ ਕੀਤਾ। ਲੁਤਫ ਆ ਗਿਆ। ਫੇਰ ਕੱਪੜੇ ਪਾ ਕੇ ਮੈਂ ਮਾਲ ਰੋਡ ਦੀ ਸੈਰ ਨਿਕਲ ਪਿਆ। ਪਰ ਪਹਿਲੇ ਵਕਤਾਂ ਵਾਲੀ ਖੁਸ਼ੀ ਨਸੀਬ ਨਾ ਹੋਈ। ਅਜੇ ਸਿਕਿਉਰਿਟੀ ਆਫਿਸ ਤੇ ਪੁਲਿਸ ਸਟੇਸ਼ਨ ਇੰਦਰਾਜ ਨਹੀਂ ਸੀ ਕਰਾਇਆ। ਖੌਰੇ ਮੇਰਾ ਹੋਟਲ ਤੋਂ ਬਾਹਰ ਨਿਕਲਣਾ ਵਾਜਬ ਸੀ ਜਾਂ ਨਾ ਵਾਜਬ। ਆਲੇ ਦੁਆਲੇ ਨੂੰ ਓਪਰਿਆਂ ਵਾਂਗ ਵੇਖਣਾ ਮੇਰੇ ਲਈ ਅਨਿਵਾර්ਯ ਹੋ ਗਿਆ ਸੀ। ਮਲਕਾਂ ਦੇ ਬੁੱਤ ਤੀਕਰ ਗਿਆ। ਦਿਲ ਕੀਤਾ ਹੋਰ ਵੀ ਅੱਗੇ ਜਾਵਾਂ, ਟੋਪੀ ਪਾਰਕ ਨੂੰ ਹੱਥ ਲਾ ਆਵਾਂ, ਪਰ ਹਿੰਮਤ ਹੀ ਨਹੀਂ ਪਈ। ਵਾਪਸੀ ਉੱਤੇ ਵੇਖਿਆ ਸ਼ਹਿਰੋਂ ਲਾਲ ਕੁੜਤੀ ਦੇ ਮਹਿਕਮਿਆਂ ਵਿੱਚ ਕੰਮ ਕਰਨ ਦੇ ਲਈ ਜਾਣ ਵਾਲੇ ਲੋਕਾਂ ਦੀਆਂ ਡਾਰਾਂ ਸੜਕਾਂ ਪਾਰ ਕਰ ਰਹੀਆਂ ਹਨ। ਮੋੜ ਉੱਤੇ ਇੱਕ ਦਿੱਲੀ ਯੂਪੀ ਵਾਲੇ ਪਾਸੇ ਦਾ ਫਕੀਰ ਬੇਪਨਾਹ ਰਸੀਲੀ ਤੇ ਚੁਸਤ ਉਰਦੂ ਵਿੱਚ ਅੱਲਾਹ ਉਹ ਨਬੀ ਦੇ ਵਾਸਤੇ ਪਾ ਕੇ ਬੜੀ ਕਾਮਯਾਬੀ ਦੇ ਨਾਲ ਭਾਵਕ ਪੰਜਾਬੀਆਂ ਦੇ ਖੀਸੇ ਝਾੜ ਰਿਹਾ ਸੀ। ਹੋਟਲ ਵਾਪਸ ਆ ਗਿਆ। ਹਾਲੀ 8 ਵੀ ਨਹੀਂ ਸਨ ਵੱਜੇ। ਹਾਤੇ ਵਿੱਚ ਇੱਕ ਥਾਂ ਰਾਜ ਮਜ਼ਦੂਰ ਮੁਰੰਮਤ ਦਾ ਕੰਮ ਕਰ ਰਹੇ ਸਨ। ਰਾਜਾਂ ਦੇ ਸੰਦ ਨਿੱਕਿਆ ਹੁੰਦਿਆਂ ਮੇਰੀ ਮਨਪਸੰਦ ਖੇਡ ਸਨ, ਪਰ ਹੁਣ ਮੈਨੂੰ ਉਹਨਾਂ ਦੇ ਨਾਂ ਭੁੱਲ ਚੁੱਕੇ ਸਨ। ਮੈਂ ਨੇੜੇ ਜਾ ਕੇ ਨਾਂ ਪੁੱਛੇ। ਤੇਸੀ ਕਾਂਢੀ। ਮਿਸਤਰੀ ਅਦਬ ਨਾਲ ਖਲੋ ਕੇ ਮੈਨੂੰ ਸਾਬ-ਸਾਬ ਬੁਲਾਉਣ ਲੱਗ ਪਿਆ। ਉਹਨੇ ਮਨ ਵਿੱਚ ਸੋਚਿਆ ਹੋਵੇਗਾ, ਇਹਨਾਂ ਵੱਡਿਆਂ ਦੇ ਵੀ ਅਜੀਬ ਚੋਲ ਹੁੰਦੇ ਨੇ, ਭਲਾ ਇਹਨਾਂ ਔਜ਼ਾਰਾਂ ਦੇ ਨਾਂ ਪੁੱਛ ਕੇ ਇਹਨੇ ਕੀ ਲੈਣਾ। ਬੜਾ ਦਿਲ ਦੁਖਿਆ। ਉਸ ਮਿਸਤਰੀ ਦਾ ਦਰਜਾ ਮੇਰੀਆਂ ਅੱਖਾਂ ਵਿੱਚ ਬਾਦਸ਼ਾਹ ਵਰਗਾ ਸੀ, ਕਿਉਂਕਿ ਉਸ ਕੋਲ ਆਪਣਾ ਵਤਨ ਸੀ ਅਤੇ ਮੇਰਾ ਇੱਕ ਫਕੀਰ ਤੋਂ ਵੀ ਨੀਵਾਂ। ਸਾਬ-ਸਾਬ ਕਹਿ ਕੇ ਜਿਵੇਂ ਉਹ ਮੇਰੇ ਜ਼ਖਮਾਂ ਉੱਤੇ ਲੂਣ ਛਿੜਕ ਰਿਹਾ ਸੀ। 4 ਕੁ ਵਰ੍ਹਿਆਂ ਦਾ ਸਾਂ ਜਦੋਂ ਸਾਡਾ ਛਾਛੀ ਮੁਹੱਲੇ ਵਾਲਾ ਘਰ ਬਣਿਆ। ਮਿਸਤਰੀ ਕਰੀਮ ਬਖਸ਼ ਨੇ ਬਣਾਇਆ ਸੀ ਅਤੇ ਅਸੀਂ ਉਹਨਾਂ ਨੂੰ ਹਮੇਸ਼ਾ ਚਾਚਾ ਜੀ ਸੱਦਦੇ ਸਾਂ। ਉਹਨਾਂ ਦਾ ਘਰ ਵੀ ਸਾਡੇ ਮੁਹੱਲੇ ਵਿੱਚ ਹੀ ਸੀ, ਸ਼ਾਦੀਆਂ ਟਾਹਲੀਆਂ ਵਾਲੀ ਗਲੀ ਵਿੱਚ। ਇੱਕ ਵਾਰੀ ਮੈਂ ਬਾਂਦਰਾਂ ਵਾਂਗ ਹੱਥਾਂ ਪੈਰਾਂ ਭਾਰ ਆਪਣੇ ਉੱਪਰ ਵਾਲੇ ਕੋਠੇ ਦੀਆਂ ਪੌੜੀਆਂ ਚੜ੍ਹ ਰਿਹਾ ਸਾਂ। ਚਾਚੇ ਦੀ 1.5 ਕੁ ਸਾਲ ਦੀ ਬੱਚੀ ਗੁਲਜ਼ਾਰ ਰਾਹ ਮਲ ਕੇ ਬੈਠੀ ਹੋਈ ਸੀ। ਅਚਾਨਕ ਮੈਨੂੰ ਉਸ ਉੱਪਰ ਇਤਨਾ ਪਿਆਰ ਆਇਆ ਕਿ ਮੈਂ ਉਸ ਦੀ ਲੱਤ ਉੱਪਰ ਜ਼ੋਰ ਤੋਂ ਚੱਕ ਵੱਢ ਮਾਰਿਆ। ਉਹਦੀਆਂ ਚੀਕਾਂ ਨਿਕਲ ਗਈਆਂ ਅਤੇ ਮੈਨੂੰ ਬੜੀ ਕੁੱਟ ਪਈ। ਮੈਨੂੰ ਅੱਜ ਤੀਕ ਸਮਝ ਨਹੀਂ ਆਇਆ ਕਿ ਕਿਉਂ ਮੈਂ ਖਾਮਖਾਹ ਉਹਨੂੰ ਚੱਕ ਵੱਢਿਆ। ਬੜੀ ਸ਼ਰਮ ਆਉਂਦੀ ਹੈ ਉਸ ਅਪਰਾਧ ਨੂੰ ਯਾਦ ਕਰਕੇ। ਉਹਦਾ ਭਰਾ ਗਜ਼ਨਫਰ ਅਲੀ, ਜਿਸ ਨੂੰ ਸਾਰਾ ਮੁਹੱਲਾ ਗਜ਼ਨਫਰ ਅਲੀ ਬੁਲਾਉਂਦਾ ਸੀ, ਮੇਰੇ ਹਾਣ ਦਾ ਸੀ। ਉਹ ਕਿੱਥੇ ਹੋਣਾ ਅੱਜ ਕੱਲ੍ਹ। ਕਮਰੇ ਵੱਲ ਵਾਪਸ ਆਉਂਦਿਆਂ ਵਾਰਿਸ ਸ਼ਾਹ ਦੀਆਂ ਕੁਝ ਸਤਰਾਂ ਚੇਤੇ ਆਈਆਂ। ਹੁਕਮ ਪਾਕ ਅੱਲਾ ਦਾ ਮੰਨ ਲਈਏ, ਵਾਰਦ ਹੋ ਜਾਵੇ ਤਕਦੀਰ ਜਿੱਥੇ, ਉਥੇ ਦਾਨਿਸ਼ਮੰਦ ਹੈਰਾਨ ਹੁੰਦੇ, ਪੇਸ਼ ਜਾਏ ਨਹੀਂ ਤਦਬੀਰ ਜਿੱਥੇ। ਹੁਕਮ ਮੰਨਿਆ ਨਬੀਆਂ ਔਲੀਆਂ ਨੇ, ਤਾਬਾ ਹੋਏ ਨੇ ਪੀਰ ਫਕੀਰ ਜਿੱਥੇ। ਘਰ ਇਹੋ ਹੈ ਮਿਹਰ ਦਾ ਜੋਗੀਆ ਵੇ, ਸੈਦੇ ਵਿਆਹ ਕੇ ਆਂਦੜੀ ਹੀਰ ਜਿੱਥੇ। ਰੋ ਰੋ ਕੇ ਅੱਜ ਤੂੰ ਕੱਢਣੀ ਏ, ਨੱਕ ਨਾਲ ਹਦੀਸ ਲਕੀਰ ਜਿੱਥੇ। ਗਾਫਲ ਕੂੜ ਮਕਾਮ ਤੇ ਰੁੱਝ ਰਿਹੋ, ਇੱਕ ਦਮ ਦੀ ਨਹੀਂ ਖਲੀਰ ਜਿੱਥੇ। ਠੀਕ 9 ਵਜੇ ਖੁਰਸ਼ੀਦ ਟੈਕਸੀ ਲੈ ਕੇ ਘਰ ਆ ਗਿਆ। ਮੈਂ ਡਾਈਨਿੰਗ ਰੂਮ ਵਿੱਚੋਂ ਨਿਕਲ ਰਿਹਾ ਸਾਂ। ਉਸ ਹੱਥ ਜੋੜ ਕੇ ਅਜਿਹੇ ਡੂੰਘੇ ਅਦਬ ਦੇ ਨਾਲ ਨਮਸਤੇ ਕੀਤੀ ਕਿ ਮੇਰਾ ਹਾਸਾ ਹੀ ਨਿਕਲ ਗਿਆ। ਸੁਣਾ ਖੁਰਸ਼ੀਦ, ਕੀ ਹਾਲ ਚਾਲ ਏ? ਵਾਲਾਂ ਜੀ। ਉਹ ਬੜੇ ਹੁਸੀਨ ਜਿਹੇ ਤਜ਼ਬਜ਼ਬ 'ਚ ਫਸਿਆ ਹੋਇਆ ਸੀ। ਇੱਕ ਪਾਸੇ ਉਹ ਟੈਕਸੀ ਡਰਾਈਵਰ, ਨਾਲੇ ਉਮਰ ਵਿੱਚ ਵੀ ਛੋਟਾ। ਦੂਜੇ ਪਾਸੇ ਮੈਂ ਉਹਦਾ ਮੁਹੱਲੇਦਾਰ, ਉਹਦੇ ਵੱਡੇ ਭਰਾ ਦਾ ਦੋਸਤ। ਸਾਫ਼ ਦਿਸ ਰਿਹਾ ਸੀ ਕਿ ਇਹ ਅਦਬ-ਅਦਾਬ ਉਸ ਕੋਲੋਂ ਜ਼ਿਆਦਾ ਚਿਰ ਨਹੀਂ ਨਿਭਣਾ। ਮੈਂ ਕਿਹਾ, ਉਹ ਸਾਹਿਬ ਨਹੀਂ ਆਏ ਹਾਲਾਂ, ਉਡੀਕ ਲਈਏ ਜ਼ਰਾ। ਹਾਂ, ਉਡੀਕੋ ਨੇ ਨਾ, ਤੂੰ ਇਹ ਮੀਟਰ ਤੱਲੇ ਨਹੀਂ ਕੀਤਾ। ਇਹ ਗੱਲ ਨਹੀਂ ਠੀਕ, ਇਹਨੂੰ ਤੱਲੇ ਕਰ ਲੈ। ਹੋਣਾ ਨਹੀਂ ਨਾ ਜੀ, ਕੁਝ ਖਰਾਬੀ ਸੁ। ਮੈਂ ਕਰਦਿਆਂ, ਕਰੋ ਸੁਣਾ, ਜੋ ਹੋ ਵੰਜੇ ਤਾਂ ਬੜਾ ਹੀ ਮਾਤਰ। ਇਹ ਕਹਿੰਦਾ ਹੋਇਆ ਉਹ ਬੋਨਟ ਕੋਲੋਂ ਹਟ ਕੇ ਗੱਡੀ ਦੇ ਪਿਛਲੇ ਪਾਸੇ ਚਲਾ ਗਿਆ।
ਜਿਵੇਂ ਗਾਲ ਮੂੰਹ ਵਿੱਚੋਂ ਕੱਢਣ ਉੱਤੇ ਸ਼ਰਮਿੰਦਾ ਹੋਵੇ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਪਿਆਰ ਨਾਲ ਮੈਂ ਉਹਦੇ ਮੋਢੇ ਉੱਤੇ ਹੱਥ ਧਰ ਕੇ ਆਖਿਆ, ਚੱਲ ਚਾਹ ਪੀਵੀਏ, ਤੇ ਮੈਂ ਉਹਨੂੰ ਆਪਣੇ ਕਮਰੇ ਵਿੱਚ ਲੈ ਗਿਆ। ਅੱਧੇ ਘੰਟੇ ਬਾਅਦ ਅਸੀਂ ਕਾਰ ਵਿੱਚ ਨਾਲੋਂ ਨਾਲ ਬਹਿ ਕੇ ਸਿਕਿਉਰਿਟੀ ਆਫਿਸ ਰਵਾਨਾ ਹੋ ਪਏ। ਤਕੱਲਫ ਦੀਆਂ ਸਾਰੀਆਂ ਹੱਦਾਂ ਟੁੱਟ ਚੁੱਕੀਆਂ ਸਨ। ਸਾਰਾ ਰਸਤਾ ਨਿਝੱਕ ਹੋ ਕੇ ਉਹ ਉਸ ਸੱਜਣ ਦਾ ਮਖੌਲ ਉਡਾਉਂਦਾ ਰਿਹਾ ਜਿਹੜਾ ਵਾਅਦਾ ਕਰਨ ਦੇ ਬਾਵਜੂਦ ਨਹੀਂ ਸੀ ਆਇਆ। ਮਾਤਾ ਰਾਤੀ ਪਿਆ ਸਹੀ ਹੋਣਾ ਹਇਆ, ਉਸ ਬੰਦੇ ਦੇ ਪੁੱਤਰ ਦੀ ਜ਼ਬਾਨ ਕੁਝ ਹੋਰ ਆਖਣੀ ਏ ਤੇ ਦਿਲ ਪਿਆ ਕਿਸੇ ਹੋਰ ਪਾਸੇ ਝੱਖਾ ਮਾਰਨਾ ਸ। ਟੋਪੀ ਨਹੀਂ ਵੇਖੇ ਹੈ ਨੀ ਸਾਹਿਬ ਬਹਾਦਰ ਨੀ, ਕਿੰਜ ਕੰਨਾਂ ਉੱਤੇ ਛਿੱਕੀ ਹੋਈ ਹੈ ਸੀ। ਤੁਹਾਨੂੰ ਅੱਧਾ ਮੂੰਹ ਦਿਸਣਾ ਹੀ ਨਹੀਂ ਹੈ। ਅਸਾਂ ਪਤਾ ਨਾ ਜੀ ਸਾਰੀ ਗੱਲ ਨਾ। ਉਹ ਡਰਨਾ ਹੈ ਪਈ ਜੇ ਤੁਸਾਂ ਨਾਲ ਵੰਜੇ ਤਾਂ CID ਵਿੱਚ ਆਪਣਾ ਨੰਬਰ ਵੀ ਨੋਟ ਹੋ ਜਾਵਸ। ਰਾਤੀ ਵੀ ਪਤਲੂਨ ਪਈ ਤੱਲੇ ਢੈਨੀ ਹਈਸ, ਇੱਧਰ ਉਧਰ ਵੇਖ ਉੱਚੀ ਪਿਆ ਕਰਨੇ ਹਾਂ। ਚੱਲ ਯਾਰ ਕੋਈ ਗੱਲ ਨਹੀਂ, ਕੁਝ ਤਾਂ ਮਦਦ ਕੀਤੀ ਇਸ ਨਾ। ਉਸ ਦੀਆਂ ਗੱਲਾਂ ਦਾ ਅਜਿਹਾ ਸਵਾਦ ਆ ਰਿਹਾ ਸੀ ਜਿਵੇਂ ਉਹਨੂੰ ਮਿਲਣ ਦੇ ਮਕਸਦ ਨਾਲ ਹੀ ਮੈਂ ਪਾਕਿਸਤਾਨ ਆਇਆ ਹੋਵਾਂ। ਜੀਮ ਜ਼ੇਲਖਾਨਾ ਪਿੰਡੀ ਰੋਲ ਵਾਲਾ ਇੱਕ ਮਸ਼ਹੂਰ ਤੇ ਮੁਕੱਦਸ ਥਾਂ ਹੈ। ਆਜ਼ਾਦੀ ਦੇ ਅਣਗਿਣਤ ਨਾਮਵਰ ਤੇ ਗੁਮਨਾਮ ਪਰਵਾਨਿਆਂ ਨੇ ਇਸ ਦੀ ਚਾਰਦੀਵਾਰੀ ਵਿੱਚ ਤਸੀਹੇ ਝੱਲੇ ਹਨ ਜੋ ਇਕੱਤਰ ਕਰਨਯੋਗ ਬੈਂਤਾਂ ਤੇ ਬੋਲੀਆਂ ਵਿੱਚ ਦਰਜ ਹਨ। ਇਹਦੇ ਫਾਟਕ ਵੱਲੋਂ ਅਦਾਲਤ ਦੀ ਪੇਸ਼ੀ ਲਈ ਹੱਥਕੜੀਆਂ ਜਕੜੇ ਅਤੇ ਸੰਗਲਪੁਰ ਉੱਤੇ ਮੁਲਜ਼ਮਾਂ ਦੀਆਂ 2 ਮੁਸਾਵੀ ਕਤਾਰਾਂ ਤੁਰੀਆਂ ਆ ਰਹੀਆਂ ਸਨ। ਆਲੇ-ਦੁਆਲੇ ਸਿਪਾਹੀਆਂ ਤੋਂ ਇਲਾਵਾ ਉਹਨਾਂ ਦੇ ਘਰ ਵਾਲੇ ਮਰਦਾਂ ਤੀਵੀਆਂ ਦੀ ਭੀੜ ਸੀ। ਪਿੰਡਾਂ ਦੇ ਲੋਕ ਸਨ ਇਹ, ਚਿੱਟੇ ਲੱਠੇ ਦੀਆਂ ਚਾਦਰਾਂ ਲੈਣ ਵਾਲੇ, ਉੱਚੇ, ਲੰਮੇ ਤੇ ਹੁਸੀਨ। ਮੇਰਾ ਵੀਜ਼ਾ ਪਿੰਡਾਂ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ ਦਿੰਦਾ। ਕਿਸੇ ਮਿਕਦਾਰ ਵਿੱਚ ਅੱਖਾਂ ਦੀ ਭੁੱਖ ਲਾਉਣ ਲਈ ਮੈਂ ਇਸ ਜਲੂਸ ਨੂੰ ਉਡੀਕਣ ਲੱਗ ਪਿਆ। ਇੱਕ ਕੱਦਵਾਰ ਸੁਆਣੀ ਜੋ ਮੋਹਨ ਸਿੰਘ ਦੀ ਕਵਿਤਾ ਕੁੜੀ ਪੋਠੋਹਾਰ ਦੀ ਮੁਜੱਸਮ ਤਸਵੀਰ ਸੀ, ਸਬਰ ਸਿਦਕ ਦੀ ਮੂਰਤ, ਅੱਖਾਂ ਵਿੱਚੋਂ ਚੁੱਪ-ਚੁਪੀਤੇ ਟਪ-ਟਪ ਹੰਝੂ ਵਹਾਉਂਦੀ ਮੇਰੇ ਕੋਲੋਂ ਦੀ ਲੰਘ ਗਈ। ਜਿਵੇਂ ਆਖ ਗਈ ਹੋਵੇ, ਤੂੰ ਮੈਂਡੇ ਦੁੱਖ ਨਹੀਂ ਵੰਡੇ ਵੀਰਾ, ਪਰ ਕੋਈ ਗੱਲ ਨਹੀਂ, ਜੀਨਾ ਰਵੇਂ। ਇਸ ਸਿਕਿਉਰਿਟੀ ਆਫਿਸ ਦਾ ਅਤੇ ਜਿਨ੍ਹਾਂ ਵਿੱਚ ਹੁਣ ਤੀਕ ਪੇਸ਼ ਹੁੰਦਾ ਆਇਆ ਸਾਂ, ਜ਼ਮੀਨ ਅਸਮਾਨ ਦਾ ਫਰਕ ਸੀ। ਸੋਹਣਾ ਸੱਜਿਆ ਹੋਇਆ ਕਮਰਾ, ਆਮੋ ਸਾਹਮਣੇ ਡੱਠੀਆਂ ਹੋਈਆਂ ਆਰਾਮ ਕੁਰਸੀਆਂ ਦੀਆਂ ਕਤਾਰਾਂ, ਇੱਕ ਨੁਕਰੇ ਅਫਸਰਾਂ ਦੀ ਮੇਜ਼। ਇਸ ਉੱਪਰ ਫਾਈਲਾਂ ਦੇ ਦੱਥੇ ਨਹੀਂ ਸਨ, ਨਾ ਹੀ ਅਰਦਲੀਆਂ ਤੇ ਕਲਰਕਾਂ ਦੀ ਭਗਦੜ ਸੀ। 2 ਯੂਰੋਪੀਅਨ ਇਸਤਰੀਆਂ ਨੂੰ ਖੁਸ਼-ਖੁਸ਼ ਰੁਖਸਤ ਕਰਕੇ ਅਫਸਰ ਨੇ ਮੇਰੇ ਵੱਲ ਧਿਆਨ ਕੀਤਾ। ਪਾਸਪੋਰਟ ਵੇਖ ਕੇ ਬੜੀ ਨਿਰਮਾਣਤਾ ਨਾਲ ਮੈਥੋਂ ਇਜਾਜ਼ਤ ਮੰਗ ਕੇ 5 ਕੁ ਮਿੰਟਾਂ ਲਈ ਕਮਰੇ ਵਿੱਚੋਂ ਬਾਹਰ ਚਲੇ ਗਏ। ਜ਼ਰੂਰ ਮੇਰੀ ਫਾਈਲ ਮੰਗਵਾ ਕੇ ਪੜੀ ਹੋਵੇਗੀ। ਕਾਰਵਾਈ ਤਾਂ ਹਰ ਥਾਂ ਇੱਕੋ ਜਿਹੀ ਹੁੰਦੀ ਹੈ ਨਾ, ਪਰ ਅਫਸਰਾਂ ਦਾ ਸਲੂਕ ਸ਼ਹਿਰਾਂ ਦੀ ਆਪਣੀ ਵੱਡੀ ਜਾਂ ਛੋਟੀ ਹੈਸੀਅਤ ਅਨੁਸਾਰ ਬਦਲਦਾ ਰਹਿੰਦਾ ਹੈ। ਵਾਪਸ ਆ ਕੇ ਉਹਨਾਂ ਜ਼ਰੂਰੀ ਇੰਦਰਾਜ ਕਰਨ ਤੋਂ ਬਾਅਦ ਪਾਸਪੋਰਟ ਮੈਨੂੰ ਮੋੜ ਦਿੱਤਾ। ਫੇਰ ਕੁਰਸੀ ਤੋਂ ਉੱਠ ਖਲੋਤੇ ਤੇ ਮੇਰੇ ਨਾਲ ਹੱਥ ਮਿਲਾ ਕੇ ਕਹਿਣ ਲੱਗੇ, ਮੈਨੂੰ ਉਮੀਦ ਹੈ ਕਿ ਤੁਹਾਡਾ ਇੱਥੇ ਦਾ ਕਿਆਮ ਬੜਾ ਚੰਗਾ ਰਹੇਗਾ। ਕੀ ਪੁਲਿਸ ਸਟੇਸ਼ਨ ਨਹੀਂ ਜਾਣਾ ਪਵੇਗਾ? ਮੈਂ ਹੈਰਾਨ ਹੋ ਕੇ ਪੁੱਛਿਆ। ਕਿਉਂ? ਉਹ ਕਿਸ ਵਾਸਤੇ? ਹੁਣ ਤੱਕ ਤਾਂ ਮੈਨੂੰ ਹਮੇਸ਼ਾ 2 ਥਾਵਾਂ ਤੇ ਜਾਣਾ ਪਿਆ ਹੈ। ਅੱਛਾ, ਇਹ ਤਾਂ ਖਾਮਖਾਹ ਦੀ ਤਕਲੀਫ ਏ। ਨਹੀਂ, ਹੋਰ ਕਿਧਰੇ ਜਾਣ ਦੀ ਲੋੜ ਨਹੀਂ। ਹਾਂ, ਵਾਪਸੀ ਵੇਲੇ ਫੇਰ ਇੱਕ ਵਾਰ ਇੱਥੇ ਆਉਣ ਦੀ ਜ਼ਹਿਮਤ ਉਠਾਉਣੀ ਪਵੇਗੀ ਤੁਹਾਨੂੰ। ਪਰ ਮੈਂ ਕੁਮਰੀ ਵੀ ਜਾਣਾ ਹੈ। ਮੇਰਾ ਵੀਜ਼ਾ ਹੈ ਉੱਥੋਂ ਦਾ। ਤੁਸੀਂ ਬੜੀ ਖੁਸ਼ੀ ਨਾਲ ਕੁਮਰੀ ਜਾਓ, ਪਰ ਜਾਣ ਤੋਂ ਪਹਿਲਾਂ ਇੱਥੇ ਆਉਣ ਦੀ ਕੋਈ ਲੋੜ ਨਹੀਂ। ਉੱਥੇ ਪਹੁੰਚ ਕੇ ਜੇ ਉੱਥੇ ਰਾਤ ਰਹਿਣਾ ਹੈ ਤਾਂ ਪੁਲਿਸ ਸਟੇਸ਼ਨ ਰਿਪੋਰਟ ਕਰਨੀ ਪਏਗੀ, ਵਰਨਾ ਕੋਈ ਲੋੜ ਨਹੀਂ। ਇੱਥੇ ਰਾਵਲਪਿੰਡੀ ਵਿੱਚ ਕੋਈ ਬੰਦਸ਼? ਕੋਈ ਬੰਦਸ਼ ਨਹੀਂ। ਮੈਂ ਟੋਪੀ ਪਾਰਕ ਜਾ ਸਕਨਾ? ਬੜੀ ਖੁਸ਼ੀ ਨਾਲ। ਸੂਹਾਂ? ਉਹ ਜ਼ਰਾ ਦਰੇਡੇ ਹੈ, ਉਹਨਾਂ ਹੱਸ ਕੇ ਕਿਹਾ। ਪਿੰਡੀ ਆ ਕੇ ਮੈਂ ਸੂਹਾਂ ਨਾ ਵੇਖਾਂ? ਉਹਨਾਂ ਦੇ ਚੰਗੇ ਸਲੂਕ ਨੇ ਮੇਰੇ ਅੰਦਰ ਦਲੇਰੀ ਲੈ ਆਂਦੀ ਸੀ। ਚੰਗਾ ਵੇਖਾਓ ਸੂਹਾ ਵੀ, ਪਰ ਪੁੱਲ ਤੋਂ ਪਾਰ ਨਾ ਜਾਣਾ। ਥੈਂਕ ਯੂ ਵੈਰੀ ਮਚ। ਮੈਂ ਕਿਰਤੱਗਤਾ ਦੇ ਆਵੇਸ਼ ਵਿੱਚ ਫੇਰ ਉਹਨਾਂ ਨਾਲ ਹੱਥ ਮਿਲਾਇਆ ਤੇ ਬਾਹਰ ਆ ਗਿਆ। ਹੌਲਾ ਫੁੱਲ ਜਿਵੇਂ ਹਵਾ ਵਿੱਚ ਉੱਡਦਾ ਕਚਹਿਰੀਆਂ ਵਿੱਚੋਂ ਦੀ ਲੰਘ ਕੇ ਮੈਂ ਟੈਕਸੀ ਸਟੈਂਡ ਉੱਤੇ ਪੁੱਜ ਗਿਆ, ਜੋ ਕਿਸੇ ਜ਼ਮਾਨੇ ਪੂਰਨ ਰੂਪ ਟਾਂਗਾ ਸਟੈਂਡ ਹੁੰਦਾ ਸੀ। ਖੁਰਸ਼ੀਦ ਮੈਨੂੰ ਉਡੀਕ ਰਿਹਾ ਸੀ। ਮੈਂ ਉਹਨੂੰ ਕਿਹਾ, ਖੁਰਸ਼ੀਦ, ਲੱਗ ਦੇ ਹੱਥ ਟੋਪੀ ਰੱਖ ਤੇ ਸੂਹਾਂ ਦਾ ਚੱਕਰ ਲਾ ਆਈਏ, ਫੇਰ ਸ਼ਹਿਰ ਚੱਲਾਂਗੇ। ਵੱਲ ਆਖਿਆ ਨੇ। ਟੋਪੀ ਰੱਖਦਾ ਨਾ, ਹੁਣ ਅਯੂਬ ਪਾਰਕ ਹੈ। ਕਮਲ ਫੁੱਲਾਂ ਵਾਲੀ ਝੀਲ ਦੇ ਉੱਪਰ ਵਾਰ ਪਵੇਲੀਅਨ ਤੇ ਰੈਸਤਰਾਂ ਬਣ ਗਿਆ ਹੈ। ਉੱਥੇ ਬਹਿ ਕੇ ਅਸਾਂ ਚਾਹ ਪੀਤੀ। ਖੁਰਸ਼ੀਦ ਜਾਣ ਗਿਆ ਸੀ ਕਿ ਮੈਂ ਉਹਦੀਆਂ ਗੱਲਾਂ ਬੜੇ ਚਾਅ ਨਾਲ ਸੁਣਦਾ ਹਾਂ। ਹਰ ਚੀਜ਼ ਨੂੰ ਵਿਨੋਦੀ ਢੰਗ ਨਾਲ ਵੇਖਣਾ ਪੰਜਾਬੀ ਸੁਭਾਅ ਦੀ ਵਿਸ਼ੇਸ਼ਤਾ ਅਤੇ ਪਿੰਡੀ ਵਾਲਿਆਂ ਦੇ ਸੁਭਾਅ ਦੀ ਵਿਸ਼ੇਸ਼ਤਾ ਹੈ। ਮਸਲਨ ਪਾਰਕ ਵਿੱਚ ਇੱਕ ਟੈਡੀ ਬॉय ਨੂੰ ਸੌੜੀ ਪਤਲੂਨ ਪਾਈ ਘੁੰਮਦਿਆਂ ਵੇਖ ਕੇ ਖੁਰਸ਼ੀਦ ਬੋਲਿਆ, ਲਓ ਹੈ ਵੇਖੋ, ਸਰੰਗੀ ਉੱਤੇ ਗਲਾਫ ਚਾੜਿਆ ਹੋਇਆ ਨੇ। ਇਹ ਵੜ ਤਾਂ ਗਿਆ ਐਸਪੀਓ ਵਾਲੀ ਪਤਲੂਨ ਵਿੱਚ, ਪਰ ਨਿਕਲ ਸੀ ਕਿਸ ਤਰ੍ਹਾਂ?
ਚੁਰਾਹਿਆਂ ਉੱਤੇ ਟ੍ਰੈਫਿਕ ਪੁਲਿਸਮੈਨਾਂ ਨੂੰ ਚਿੱਟੀ ਸੋਲਾ ਟੋਪੀ, ਚਿੱਟੇ ਬੂਟ, ਵਰਦੀ ਤੇ ਦਸਤਾਨੇ ਪਾਈ ਖਲੋਤਾ ਵੇਖ ਕੇ ਉਹਨੇ ਕਿਹਾ, ਹੇ ਵੇਖੋ ਹੁਣੇ 'ਚ ਕਾਂ ਫਸਿਆ ਹੋਏ ਨੇ। ਨਵੀਆਂ ਵਰਦੀਆਂ ਬਣਵਾਈਆਂ ਨੇ ਇਹਨਾਂ ਦੀਆਂ, ਟੋਪੀਆਂ ਗਲਤੀ ਨਾਲ ਸਾਰੀਆਂ ਹਿੱਕਾ ਸਾਈਜ਼ ਦੀਆਂ ਨਿਕਲ ਆਈਆਂ ਨੇ। ਕਿਸੇ ਆ ਪੂਰੀ ਆਈ ਨੇ, ਕਿਸੇ ਆ ਪੂਰੀ ਨਹੀਂ ਆਈ ਨੇ। ਹੈ ਇਸਾ ਵੇਖੋ ਵੇਖਿਆ ਨੇ। ਅਤੇ ਹੁਣ ਉਹ ਪਾਕਿਸਤਾਨੀ ਫਿਲਮਾਂ ਨੂੰ ਲੈ ਬੈਠਾ ਸੀ। ਲਾਹੌਰ ਕਿਸੇ ਸਟੂਡੀਓ ਜਾ ਕੇ ਇੱਕ ਵਾਰੀ ਸ਼ੂਟਿੰਗ ਵੇਖ ਆਇਆ ਸੀ। ਉਹ ਸਾਰਾ ਨਜ਼ਾਰਾ ਉਸ ਵੇਰਵੇ ਨਾਲ ਬਿਆਨ ਕੀਤਾ ਤੇ ਮੈਨੂੰ ਹਸਾ ਮਾਰਿਆ। ਆਖੇ ਐਵੇਂ ਹਰਾਮਨੀਆਂ ਖਾ ਖਾ ਕੇ ਢਿੱਡ ਮੋਟੇ ਕੀਤੇ ਹੋਏ ਨੇ। ਫਿਲਮ ਬਣਾਣੀ ਇਹਨਾਂ ਚੋਂ ਕਿਸੇ ਆਨ ਹੀ ਨਹੀਂ। ਫਿਲਮ ਨਾ ਕੰਮ ਹੋਣਾ ਹੈ ਝੂਠਾਂ ਸੱਚ ਕਰਕੇ ਵਿਖਾਣਾ। ਇਹ ਸੱਚਾਂ ਵੀ ਝੂਠ ਕਰਕੇ ਵਿਖਾਣੇ ਨੇ। ਫੇਰ ਉਤਰਾਈਆਂ ਲੈ ਕੇ ਅਸੀਂ ਸੂਹਾਂ ਦੇ ਕੰਢੇ ਜਾ ਬੈਠੇ। ਦਰਿਆ ਨੂੰ ਵੇਖ ਕੇ ਅਸਾਂ ਦੋਹਾਂ ਉੱਪਰ ਸਕਤਾ ਜਿਹਾ ਛਾ ਗਿਆ। ਮੈਨੂੰ ਪੁਰਾਣੇ ਵੇਲੇ ਯਾਦ ਆਏ। ਉਦੋਂ ਛਾਛੀ ਮੁਹੱਲੇ ਕੇਵਲ ਸਾਡਾ ਘਰ ਅਤੇ ਉਹਦੇ ਸਾਹਮਣੇ ਛਾਛੀਆਂ ਦੀ ਵੱਡੀ ਸਾਰੀ ਹਵੇਲੀ ਹੀ 2 ਪੱਕੀਆਂ ਇਮਾਰਤਾਂ ਸਨ। ਬਾਕੀ ਹਰ ਪਾਸੇ ਕੱਚੇ ਕੋਠੇ ਸਨ, ਜਿਵੇਂ ਪਿੰਡਾਂ ਦੇ ਹੁੰਦੇ ਹਨ। ਉਦੋਂ ਪਿੰਡੀਓਂ ਕਸ਼ਮੀਰ ਮਾਲ ਦੀ ਢੁਆਈ ਕਰਾਂਚੀਆਂ ਭਾਵ ਬੈਲ ਗੱਡੀਆਂ ਰਾਹੀਂ ਹੁੰਦੀ ਸੀ। ਇਹੋ ਛਾਛੀਆਂ ਦਾ ਪੇਸ਼ਾ ਸੀ। ਕਰਾਂਚੀਆਂ ਦੇ ਲੰਮੇ ਕਾਫਲੇ ਟੁਰਦੇ ਸਾਡੇ ਮੁਹੱਲੇ ਘਰ ਬਲਦਾਂ ਦੀਆਂ ਟੱਲੀਆਂ ਸੁਣਾਈ ਦਿੰਦੀਆਂ ਸਨ। ਦਾਦਾਂ ਭਾਵ ਬਲਦਾਂ ਨੂੰ ਇਹ ਛਾਛੀ ਮੁਸਲਮਾਨ ਆਪਣੇ ਘਰਾਂ ਦੇ ਜੀਆਂ ਵਾਂਗ ਪਿਆਰਦੇ। ਕੋਈ ਬਲਦ ਮਰ ਜਾਂਦਾ, ਔਰਤਾਂ ਚੀਕਾਂ ਮਾਰ ਕੇ ਰੋਂਦੀਆਂ ਤੇ ਪਿੱਟਦੀਆਂ। ਖੁਰਸ਼ੀਦ ਤੇ ਉਹਦਾ ਵੱਡਾ ਭਰਾ ਗਨੀ ਵੀ ਛਾਛੀਆਂ ਦੀ ਸੰਤਾਨ ਸਨ। ਪਹਿਲੀ ਵੱਡੀ ਇਲਾਮ ਤੋਂ ਬਾਅਦ ਇਹ ਛਾਛੀਆਂ ਦੇ ਕੱਚੇ ਕੋਠੇ ਢਹਿਣੇ ਅਤੇ ਉਹਨਾਂ ਦੀ ਥਾਂ ਪੱਕੇ ਮਕਾਨ ਬਣਨੇ ਸ਼ੁਰੂ ਹੋ ਗਏ। ਪਹਿਲਾਂ ਮੁਹੱਲੇ ਵਿੱਚ ਮਸਾਂ 1-2 ਘਰ ਹਿੰਦੂਆਂ ਦੇ ਸਨ। ਹੁਣ ਕਾਫੀ ਸਾਰੇ ਹਿੰਦੂ ਆ ਗਏ। ਫਿਰ ਲਾਰੀਆਂ ਦੇ ਆਉਣ ਨਾਲ ਕਰਾਂਚੀਆਂ ਦਾ ਕਾਰੋਬਾਰ ਖਤਮ ਹੋ ਗਿਆ ਅਤੇ ਛਾਛੀ ਹੌਲੇ-ਹੌਲੇ ਸਾਰੇ ਮੁਹੱਲੇ ਵਿੱਚੋਂ ਲੁਪਤ ਹੁੰਦੇ ਗਏ। ਗਨੀ ਦਾ ਬਾਪ ਮੋਟਰ ਚਲਾਉਣ ਲੱਗ ਪਿਆ ਸੀ। ਬੜਾ ਚੰਗਾ ਡਰਾਈਵਰ ਮੰਨਿਆ ਜਾਂਦਾ ਸੀ ਉਹ। ਖੌਰੇ ਮੋਟਰ ਉਸ ਦੀ ਆਪਣੀ ਸੀ ਜਾਂ ਨੌਕਰੀ ਕਰਦਾ ਸੀ, ਮੈਨੂੰ ਨਹੀਂ ਪਤਾ। ਉਸ ਦਾ ਪਰਿਵਾਰ ਸਾਡੇ ਘਰ ਦੇ ਸਾਹਮਣੇ ਵਾਲੀ ਵੱਡੀ ਹਵੇਲੀ ਵਿੱਚ ਰਹਿੰਦਾ ਸੀ। ਅਨੇਕਾਂ ਹੋਰ ਪਰਿਵਾਰ ਰਹਿੰਦੇ ਸਨ। ਕਰਾਂਚੀਆਂ ਛੱਡ ਕੇ ਬਹੁਤਿਆਂ ਨੇ ਟਾਂਗੇ ਵਾਹੁਣੇ ਸ਼ੁਰੂ ਕਰ ਦਿੱਤੇ। ਗਨੀ 4-5 ਜਮਾਤਾਂ ਮੇਰੇ ਨਾਲ ਆਰੀਆ ਸਕੂਲ ਵਿੱਚ ਪੜ੍ਹਿਆ। ਫਿਰ ਮਰੀ ਰੋਡ ਉੱਤੇ ਜਦੋਂ ਇਸਲਾਮੀਆ ਸਕੂਲ ਖੁੱਲ੍ਹਿਆ ਤਾਂ ਉੱਥੇ ਪੈ ਗਿਆ। ਪੜ੍ਹਨ ਲਿਖਣ ਦਾ ਉਹਨੂੰ ਕੋਈ ਸ਼ੌਕ ਨਹੀਂ ਸੀ। ਫਿਰ ਬਾਪ ਨੇ ਉਹਨੂੰ ਚਕਲਾਲੇ ਐਮਟੀ ਦੀ ਵਰਕਸ਼ਾਪ ਵਿੱਚ ਭਰਤੀ ਕਰਾ ਦਿੱਤਾ। ਉਸ ਤੋਂ ਬਾਅਦ ਅਸੀਂ ਬਹੁਤਾ ਨਹੀਂ ਮਿਲੇ। ਇਹ ਖੁਰਸ਼ੀਦ ਗਨੀ ਤੋਂ 8-10 ਵਰ੍ਹੇ ਛੋਟਾ ਮੇਰੇ ਭਣੇਵੇਂ ਅਸ਼ੋਕ ਨਾਲ ਖੇਡਣ ਸਾਡੇ ਘਰ ਆਣ ਜਾਣ ਲੱਗ ਪਿਆ ਸੀ। ਮੈਂ ਲਾਹੌਰ ਚਲਾ ਗਿਆ, ਉੱਥੋਂ ਸ਼ਾਂਤੀ ਨਿਕੇਤਨ, ਫਿਰ ਉੱਥੋਂ ਸੇਵਾਗ੍ਰਾਮ। ਜਦੋਂ ਵੀ ਮੈਂ ਪਿੰਡੀ ਫੇਰਾ ਪਾਂਦਾ, ਗਨੀ ਮੈਨੂੰ ਬੜੇ ਪਿਆਰ ਨਾਲ ਮਿਲਣ ਆਉਂਦਾ ਸੀ। ਇਸ ਨਿੱਕੜੇ ਖੁਰਸ਼ੀਦ ਨੂੰ ਤਾਂ ਮੇਰੇ ਉੱਪਰ ਅੰਤਾਂ ਦਾ ਮਾਣ ਸੀ, ਭਾਵੇਂ ਮੈਂ ਉਹਨੂੰ ਬਹੁਤਾ ਨਹੀਂ ਸੀ ਗੌਲਦਾ। BBC ਦੀ ਨੌਕਰੀ ਤੇ ਮੇਰੇ ਵਲੈਤ ਜਾਣ ਪਿੱਛੋਂ ਗਨੀ ਗੁਜ਼ਰ ਗਿਆ ਸੀ। ਵਲੈਤੋਂ ਆ ਕੇ ਮੈਂ ਬੰਬਈ ਵਸ ਗਿਆ ਅਤੇ ਪਿੰਡੀ ਦੀ ਕਿਤਾਬ ਠੱਪੀ ਗਈ। ਹੇ ਵੇਖੋ! ਅਚਾਨਕ ਖੁਰਸ਼ੀਦ ਦੀ ਆਵਾਜ਼ ਸੁਣ ਕੇ ਮੈਂ ਚੌਂਕ ਪਿਆ। ਆ ਗਏ ਨੇ। ਉਸ ਦਾ ਇਸ਼ਾਰਾ ਦੂਰ ਇੱਕ ਟਿੱਲੇ ਉੱਤੇ ਖੜੇ 2 CID ਦੇ ਆਦਮੀਆਂ ਵੱਲ ਸੀ, ਜੋ ਮੋਟਰਸਾਈਕਲ ਉੱਤੇ ਬੈਠ ਕੇ ਕਬਾਬ ਵਿੱਚ ਹੱਡੀ ਵਾਲਾ ਰੋਲ ਅਦਾ ਕਰਨ ਦੇ ਲਈ ਸਾਡੇ ਪਿੱਛੇ ਆ ਗਏ ਸਨ। ਅੰਕ 11। ਸਰਗੋਦਿਓਂ ਸਵੇਰੇ 7 ਵਜੇ ਦੀ ਤੁਰੀ ਗੱਡੀ 11 ਵਜੇ ਲਾਲਾ ਮੂਸੇ ਪੁੱਜੀ। ਪਾਕਿਸਤਾਨ ਵਿੱਚ ਗੱਡੀ ਦੇ ਬੜੇ ਸੋਹਣੇ ਨਾਂ ਰੱਖੇ ਹੋਏ ਹਨ। ਤੇਜ਼ਗਾਮ, ਤੇਜ਼ਰੋ, ਸੁਬਕਗਾਮ, ਸੁਬਕਰੋ। ਇੱਕ ਤੇਜ਼ ਗੱਡੀ ਜਿਹੜੀ ਕਰਾਚੀਓਂ ਪਿਸ਼ਾਵਰ ਤੱਕ ਜਾਂਦੀ ਹੈ ਅਤੇ ਜਿਸ ਵਿੱਚ ਬਹਿ ਕੇ ਮੈਂ ਪਿੰਡੀ ਅਪੜਨਾ ਸੀ, ਦਾ ਨਾਂ ਹੈ ਡਾਚੀ। ਪਤਾ ਨਹੀਂ ਜਿਸ ਵਿੱਚ ਸਫ਼ਰ ਕਰਕੇ ਲਾਲੇ ਮੂਸੇ ਪੁੱਜਿਆ ਉਸ ਦਾ ਕੀ ਨਾਂ ਹੈ। ਬ੍ਰਾਂਚ ਲਾਈਨ ਗੱਡੀਆਂ ਦੇ ਸ਼ਾਇਦ ਨਾਂ ਨਹੀਂ ਰੱਖੇ ਜਾਂਦੇ, ਵਰਨਾ ਇਹਦਾ ਨਾਂ ਜ਼ਰੂਰ ਸੁਸਤਰੋ ਹੋਣਾ ਸੀ। ਇੱਕ ਜ਼ਮਾਨਾ ਸੀ ਜਦੋਂ ਪਿੰਡੀਓਂ ਲਾਹੌਰ ਤੱਕ ਦੀ ਦੌੜ ਕਾਰੇ ਨੂੰ ਮਾਇਆ ਮੰਨੀ ਜਾਂਦੀ ਸੀ। ਉਦੋਂ ਮੇਰੇ ਮਨ ਵਿੱਚ ਲਾਲੇ ਮੂਸੇ ਦੀ 2 ਤਰ੍ਹਾਂ ਦੀ ਕਲਪਨਾ ਸੀ। ਇੱਕ ਇਹ ਕਿ ਪਿੰਡੀ ਤੇ ਲਾਹੌਰ ਦਰਮਿਆਨ ਉਹ ਨਿਖੇੜਵੀਂ ਲੀਕ ਵਾਂਗ ਹੈ। ਦੂਜੇ, ਭੇਰੇ ਜਾਣ ਆਉਣ ਵਾਲੇ ਲਾਲਿਆਂ ਨੂੰ ਇੱਥੇ ਕਈ ਘੰਟੇ ਮੂਸਣਾ ਪੈਂਦਾ ਹੈ। ਇਹ ਦੂਜੀ ਵਿਸ਼ੇਸ਼ਤਾ ਤਾਂ ਹਾਲੇ ਵੀ ਕਾਇਮ ਸੀ। 3 ਘੰਟੇ ਸਟੇਸ਼ਨ ਤੇ ਵਿਹਲਿਆਂ ਬਹਿ ਕੇ ਕੱਟਣੇ ਸਨ, ਪਰ ਮੈਨੂੰ ਕੋਫਤ ਮਹਿਸੂਸ ਨਹੀਂ ਹੋਈ। ਅਕਤੂਬਰ ਦਾ ਪਿਛਲਾ ਪੰਦਰਵਾੜਾ ਸ਼ੁਰੂ ਹੋ ਚੁੱਕਿਆ ਸੀ। ਇਸ ਮੌਸਮ ਲਾਹੌਰ ਵਿੱਚ ਹਾਲੇ ਵੀ ਦਿਹਾੜ ਗਰਮ ਹੁੰਦੀ ਹੈ, ਪਰ ਪੋਟੋਹਾਰ ਦੀ ਧਰਤ ਉੱਪਰ ਪਹਾੜਾਂ ਤੋਂ ਠੰਡੀਆਂ ਹਵਾਵਾਂ ਲੈ ਕੇ ਧੁੱਪ ਵਿੱਚ ਨਿੱਘ ਅਤੇ ਕਿਤਨੇ ਕੁ ਕੈਰਟ ਸੋਨਾ ਹੋਰ ਭਰ ਦਿੰਦੀਆਂ ਹਨ। ਇਹ ਬੜਾ ਸੁਹਾਵਣਾ ਸਮਾਂ ਹੁੰਦਾ ਹੈ ਅਤੇ ਪਰਦੇਸ ਵਿੱਚ ਬੈਠੇ ਪੋਟੋਹਾਰੀ ਨੂੰ ਕਦੇ ਵੀ ਨਹੀਂ ਭੁੱਲਦਾ। ਸਮ੍ਰਿਤੀ ਦੁਪਹਿਰੀ ਸੜਕਾਂ ਅਤੇ ਕੰਧਾਂ ਉੱਪਰ ਵਕਤੋਂ ਪਹਿਲਾਂ ਲਮੇਰੀਆਂ ਹੁੰਦੀਆਂ ਛਾਵਾਂ ਨੂੰ ਸਦਾ ਸਾਂਭ ਕੇ ਰੱਖਦੀ ਹੈ। ਇਸ ਮੌਸਮ ਵਿੱਚ ਮੈਨੂੰ ਆਪਣਾ ਸਕੂਲ ਵੀ ਚੰਗਾ ਲੱਗਣ ਲੱਗ ਪੈਂਦਾ ਸੀ।
ਕਿਉਂਕਿ ਮਾਸਟਰ ਕੁਝ ਸੁਸਤ ਹੋ ਜਾਂਦੇ ਤੇ ਘੱਟ ਮਾਰਦੇ। ਸਕੂਲ ਦਾ ਵਕਤ ਬਦਲ ਜਾਂਦਾ। ਸਵੇਰੇ 9 ਵਜੇ ਮਾਂ ਸਾਨੂੰ ਚੰਗੀ ਤਰ੍ਹਾਂ ਖੁਆ ਪਿਆ ਕੇ ਟੋਰਦੀ ਅਤੇ ਮੁੜਨ ਵੇਲੇ ਲਈ ਮੱਠੀ ਅੱਗੀਂ ਦੁੱਧ ਕੱਢਣਾ ਧਰ ਦਿੰਦੀ, ਜਿਸ ਵਿੱਚ ਬਦਾਮ ਹੁੰਦੇ, ਛੁਹਾਰੇ, ਲਾਚੀਆਂ, ਖਸਖਾਸ ਤੇ ਖਬਰੇ ਹੋਰ ਕੀ। ਤਿਰਕਾਲਾਂ ਤੱਕ ਇਹ ਦੁੱਧ ਉਬਲ ਕੇ ਲਾਲ ਤੇ ਧੁੱਪ ਵਾਂਗ ਹੀ ਸੰਘਣਾ ਹੋ ਜਾਂਦਾ। ਇਸ ਵਿਸ਼ੇਸ਼ ਧੁੱਪ ਦਾ ਸਵਾਦ ਮਾਣਦਾ ਮੈਂ ਪਲੇਟਫਾਰਮ ਤੇ ਕਿਤਨਾ ਚਿਰ ਟਹਿਲਦਾ ਰਿਹਾ। ਸਟੇਸ਼ਨ ਜ਼ਰਾ ਵੀ ਨਹੀਂ ਸੀ ਬਦਲਿਆ, ਸਿਵਾਏ ਇਸ ਦੇ ਕਿ ਗਾਹੇ ਬੁਲਾਰਾ ਨਿਹਾਇਤ ਹੀ ਸੁਸਤਾ ਉਰਦੂ ਵਿੱਚ ਲਾਊਡ ਸਪੀਕਰ ਤੇ ਗੱਡੀਆਂ ਦੇ ਆਉਣ ਜਾਣ ਬਾਰੇ ਵੇਰਵਾ ਦਿੰਦਾ ਸੀ। ਇਹ ਲਾਊਡ ਸਪੀਕਰ ਹਿੰਦੁਸਤਾਨ ਦੇ ਸਟੇਸ਼ਨਾਂ ਤੇ ਵੀ ਲੱਗ ਗਏ ਹਨ, ਪਰ ਉਹਨਾਂ ਉੱਪਰ ਜ਼ਬਾਨ ਦੀ ਜੋ ਦੁਰਦਸ਼ਾ ਕੀਤੀ ਜਾਂਦੀ ਹੈ ਉਹ ਵਰਣਨ ਤੋਂ ਬਾਹਰ ਹੈ। ਹਿੰਦੁਸਤਾਨ ਦੇ ਸਰਕਾਰੀ ਮਹਿਕਮੇ ਵਿੱਚ ਹਿੰਦੀ ਵਿਗਾੜ ਕੇ ਤੇ ਅੰਗਰੇਜ਼ੀ ਸਵਾਰ ਕੇ ਬੋਲਣਾ ਉਚੇਰੀ ਤਹਿਜ਼ੀਬ ਅਤੇ ਪੋਜੀਸ਼ਨ ਦਾ ਇਸ਼ਤਿਹਾਰ ਹੈ। ਹਵਾਈ ਜਹਾਜ਼ਾਂ ਵਿੱਚ ਹੋਸਟੈਸਾਂ ਵੀ ਬੋਲਣ ਵੇਲੇ ਕੌਮੀ ਅਣਖ ਨੂੰ ਬਾਲਾਏ ਤਾਕ ਰੱਖ ਦਿੰਦੀਆਂ ਹਨ। ਇਸ ਦੇ ਵਿਪਰੀਤ ਪਾਕਿਸਤਾਨੀ ਅਫਸਰਾਂ ਅਤੇ ਉੱਚੀ ਸ਼੍ਰੇਣੀ ਦੇ ਲੋਕਾਂ ਨੂੰ ਮੈਂ ਅੰਗਰੇਜ਼ੀਅਤ ਦੇ ਖਬਤ ਤੋਂ ਆਜ਼ਾਦ ਵੇਖਿਆ। ਖਾਨਸਾਮਾ ਮੇਰੇ ਲਈ ਰੋਟੀ ਵੇਟਿੰਗ ਰੂਮ ਵਿੱਚ ਹੀ ਲੈ ਆਇਆ। ਇਹਦੇ ਨਾਲ ਲੱਗਦੇ ਡਰੈਸਿੰਗ ਰੂਮ ਵਿੱਚ ਇੱਕ ਲੱਕੜੀ ਦੀ ਬਣੀ ਹੋਈ ਜਾਏ ਨਮਾਜ਼ ਪਈ ਸੀ। ਦੁਪਹਿਰ ਦੀ ਨਮਾਜ਼ ਵੇਲੇ ਰੇਲਵੇ ਦੇ ਛੋਟੇ ਤੇ ਵੱਡੇ ਕਰਮਚਾਰੀ ਵਾਰੋ-ਵਾਰੀ ਅੰਦਰ ਆਉਂਦੇ, ਜਾਏ ਨਮਾਜ਼ ਵਿਛਾਉਂਦੇ ਤੇ ਨਮਾਜ਼ ਪੜ੍ਹਦੇ। ਕਾਫੀ ਚਿਰ ਤੱਕ ਇਹ ਆਵਾਜਾਈ ਲੱਗੀ ਰਹੀ ਅਤੇ ਇਹਨੂੰ ਵੇਖ ਕੇ ਮੇਰਾ ਮਨ ਚੁਟਕੀਆਂ ਲੈਣ ਲੱਗ ਪਿਆ। ਇਸ ਇਬਾਦਤ ਦਾ ਕੁਝ ਨਾ ਕੁਝ ਫਾਇਦਾ ਤਾਂ ਜ਼ਰੂਰ ਹੁੰਦਾ ਹੋਵੇਗਾ, ਮੈਂ ਸੋਚਿਆ, ਭਾਵੇਂ ਥੋੜ੍ਹੇ ਚਿਰ ਲਈ ਹੀ ਸਹੀ। ਛੋਟੇ ਤੇ ਵੱਡੇ ਕਰਮਚਾਰੀ ਆਪਣੇ ਆਪ ਨੂੰ ਇੱਕ ਦੂਜੇ ਦੇ ਨੇੜੇ ਤੇ ਬਰਾਬਰ ਮਹਿਸੂਸ ਕਰਨ ਲੱਗ ਪੈਂਦੇ ਹੋਣਗੇ। ਉਹਨਾਂ ਦੇ ਆਚਰਣ ਵਿੱਚ ਸਵੱਛਤਾ ਆ ਜਾਂਦੀ ਹੋਵੇਗੀ। ਮੁਸਾਫਰਾਂ ਨਾਲ ਸਲੂਕ ਸੁਧਰ ਜਾਂਦਾ ਹੋਵੇਗਾ। ਇਸਲਾਮ ਦੀਆਂ ਬੇਸ਼ਕੀਮਤੀ ਸਮਾਜੀ ਤੇ ਜਮਹੂਰੀ ਰਵਾਇਤਾਂ ਹਨ। ਜਦੋਂ ਮੈਂ ਕਾਲਜ ਵਿੱਚ ਪੜ੍ਹਦਾ ਹੁੰਦਾ ਸਾਂ, ਸਰ ਸਿਕੰਦਰ ਹਯਾਤ ਖਾਨ ਕੁਝ ਮਹੀਨਿਆਂ ਲਈ ਪੰਜਾਬ ਦੇ ਗਵਰਨਰ ਨਿਯਤ ਹੋਏ ਸਨ, ਪਰ ਉਹਨਾਂ ਆਪਣੀ ਰਿਹਾਇਸ਼ ਗਵਰਨਮੈਂਟ ਹਾਊਸ ਤਬਦੀਲ ਨਹੀਂ ਸੀ ਕੀਤੀ। ਆਪਣੀ ਕੋਠੀ ਦੇ ਹਾਤੇ ਵਿੱਚ ਹੀ ਇੱਕ ਉੱਚੇ ਮਸਤੂਲ ਉੱਪਰ ਯੂਨੀਅਨ ਜੈਕ ਲਗਵਾ ਛੱਡਿਆ ਸੀ। ਉਹਨਾਂ ਦੇ ਪਹਿਲੇ ਹਿੰਦੁਸਤਾਨੀ ਗਵਰਨਰ ਬਣਨ ਤੇ ਲੋਕਾਂ ਨੂੰ ਬੜਾ ਮਾਣ ਸੀ। ਇੱਕ ਸ਼ਾਮ ਜਦੋਂ ਉਹਨਾਂ ਦਾ ਲੜਕਾ ਸ਼ੌਕਤ, ਜੋ ਮੇਰਾ ਜਮਾਤੀ ਸੀ, ਤੇ ਮੈਂ ਉਹਨਾਂ ਦੀ ਕੋਠੀ ਦਾਖਲ ਹੋਏ ਤਾਂ ਅਜੀਬ ਨਜ਼ਾਰਾ ਵੇਖਿਆ। ਲਾਅਨ ਵਿੱਚ ਵਿਛੀਆਂ ਦਰੀਆਂ ਉੱਪਰ ਅਮੀਰ ਤੇ ਗਰੀਬ ਦੋਹਾਂ ਤਰ੍ਹਾਂ ਦੇ ਮੁਲਾਕਾਤੀਆਂ ਦੀ ਭੀੜ ਲੱਗੀ ਹੋਈ ਸੀ। ਇਸ ਦੇ ਐਨ ਵਿਚਕਾਰ ਸਰ ਸਿਕੰਦਰ ਆਪ ਬੜੀ ਬੇਤਕੱਲਫੀ ਨਾਲ ਸਜੇ ਹੋਏ ਸਨ ਅਤੇ ਹੁੱਕਾ ਵੀ ਸਾਂਝਾ ਕਰ ਰਹੇ ਸਨ। ਜਿਸ ਟਾਂਗੇ ਵਿੱਚ ਅਸੀਂ ਆਏ, ਉਸ ਦਾ ਕੋਚਵਾਨ ਵੀ ਝੱਟ ਦਰੀ ਤੇ ਆ ਬੈਠਾ ਤੇ ਹੁੱਕੇ ਦਾ ਦਮ ਲਾ ਕੇ ਚੱਲਦਾ ਬਣਿਆ ਸੀ। ਮੈਂ ਬੜਾ ਹੀ ਪ੍ਰਭਾਵਿਤ ਹੋਇਆ ਸਾਂ ਅਤੇ ਸ਼ੌਕਤ ਨੇ ਉਸ ਸ਼ਾਮ ਇਸਲਾਮੀ ਇਸ਼ਤਰਾਕੀਅਤ ਉੱਪਰ ਮੈਨੂੰ ਇੱਕ ਚੰਗਾ ਖਾਸਾ ਲੈਕਚਰ ਦਿੱਤਾ ਸੀ। ਪਾਕਿਸਤਾਨ ਦੇ ਵਜੂਦ ਵਿੱਚ ਆਉਣ ਤੋਂ ਬਾਅਦ ਉੱਥੋਂ ਦੀ ਜਨਤਾ ਨੇ ਜ਼ਰੂਰ ਆਸ ਕੀਤੀ ਹੋਵੇਗੀ ਕਿ ਹੁਣ ਨਿਜ਼ਾਮ ਇੰਨਾ ਹੀ ਜਮਹੂਰੀ ਅਤੇ ਇਸ਼ਤਰਾਕੀ ਲੀਹਾਂ ਤੇ ਚੱਲੇਗਾ। ਲੋਟੂ ਅੰਗਰੇਜ਼ ਚਲੇ ਗਏ, ਸੂਦਖੋਰੀ ਖੱਤਰੀ ਦਫਾ ਹੋ ਗਏ, ਹੁਣ ਭਲਾ ਕਿਹੜੀ ਰੁਕਾਵਟ ਰਹਿ ਗਈ? ਇਹ ਆਸ ਉਹਨਾਂ ਦੀ ਕਿੱਥੋਂ ਤੱਕ ਪੂਰੀ ਹੋਈ, ਉਹ ਆਪ ਹੀ ਦੱਸ ਸਕਦੇ ਹਨ। ਪਰ ਇੱਕ ਬਾਹਰੋਂ ਆਇਆ ਹੋਇਆ ਸਰਸਰੀ ਨਜ਼ਰ ਨਾਲ ਵੇਖਣ ਵਾਲਾ ਮਹਿਮਾਨ ਇਤਨਾ ਜ਼ਰੂਰ ਕਹਿ ਸਕਦਾ ਹੈ ਕਿ ਉਹ ਆਪਣੀ ਮੰਜ਼ਿਲੇ ਮਕਸੂਦ ਤੋਂ ਸ਼ਾਇਦ ਉਤਨੇ ਹੀ ਦੂਰ ਹਨ ਜਿਤਨੇ ਅਸੀਂ ਆਪ ਹਾਂ। ਗਰੀਬ ਅਮੀਰ ਦੇ ਭੇਦ ਉਵੇਂ ਹੀ ਮੌਜੂਦ ਹਨ, ਹੋ ਸਕਦਾ ਹੋਰ ਵੀ ਤਿੱਖੇ ਹੋ ਗਏ ਹੋਣ। ਸਾਡੇ ਹਿੰਦੁਸਤਾਨ ਵਿੱਚ ਤਾਂ ਮਜ਼ਹਬਾਂ ਦਾ ਕੋਈ ਹਿਸਾਬ ਨਹੀਂ। ਹਿੰਦੂ, ਮੁਸਲਮਾਨ, ਸਿੱਖ, ਈਸਾਈ, ਪਾਰਸੀ, ਬੋਧ, ਜੈਨ ਅਤੇ ਅਨੇਕਾਂ ਹੋਰ ਮਤ-ਮਤਾਂਤਰ। ਜੇ ਸਾਡੇ ਸਟੇਸ਼ਨਾਂ ਉੱਤੇ ਵੀ ਇਸੇ ਤਰ੍ਹਾਂ ਕਰਮਚਾਰੀਆਂ ਨੂੰ ਆਪਣੇ ਢੰਗ ਦੇ ਨਾਲ ਇਬਾਦਤ ਕਰਨ ਦੀ ਸਹੂਲਤ ਦਿੱਤੀ ਜਾਵੇ ਤਾਂ ਮੁਮਕਿਨ ਹੈ ਜਿਸ ਰਫ਼ਤਾਰ ਨਾਲ ਉਹਨਾਂ ਦਾ ਕਿਰਦਾਰ ਸੁਧਰੇ, ਉਸ ਤੋਂ ਕਿਤੇ ਜਲਦੀ ਰੇਲ ਮਹਿਕਮੇ ਦਾ ਕਾਰੋਬਾਰ ਹੀ ਖਤਮ ਹੋ ਜਾਏ। ਸਮਾਨਤਾ, ਨਿਆਂ, ਮਨੁੱਖ ਮਾਤਰ ਦੇ ਕਲਿਆਣ ਦਾ ਉਪਦੇਸ਼ ਸੰਸਾਰ ਦੇ ਹਰ ਮਹਾਪੁਰਸ਼ ਨੇ ਦਿੱਤਾ ਹੈ। ਕਮਿਊਨਿਜ਼ਮ ਨੂੰ ਭੰਡਣ ਵੇਲੇ ਹਿੰਦੂ ਵੀਰ ਝੱਟ ਸਰਵੇ ਭਵੰ ਭੂਤ ਸੁਖਨ ਸਰਵੇ ਸੰਤੂ ਨਿਰਾਮਏ ਦੇ ਹਵਾਲੇ ਦੇਣ ਲੱਗ ਪੈਂਦੇ ਹਨ ਅਤੇ ਸਿੱਖ ਵੀਰ ਦਸਮ ਪਿਤਾ ਦੇ ਇਸ ਵਾਕ ਦੇ ਸਭੇ ਸਾਂਝੀ ਵਾਲ ਸਦਾਇਨ ਕੋਈ ਨ ਦਿਸੇ ਬਾਹਰ ਜੀਓ। ਪਰ ਵਡਿਆਈ ਦੀ ਕਸਵੱਟੀ ਤੁਕਾਂ ਦੁਹਰਾਉਣ ਜਾਂ ਧਾਰਮਿਕ ਰਹੁ-ਰੀਤਾਂ ਦਾ ਪਾਬੰਦ ਹੋਣਾ ਨਹੀਂ, ਉਹ ਸਾਡਾ ਅਮਲ ਹੈ। ਸੱਚਾ ਉਹ ਜਿਹਦਾ ਅਮਲ ਸੱਚਾ। ਕੱਲ੍ਹ ਰਾਤ ਦੀ ਇੱਕ ਘਟਨਾ ਯਾਦ ਆਈ। ਮੁੰਡੇ ਖੁੰਡੇ ਖਿੱਚ ਕੇ ਮੈਨੂੰ ਸਿਨੇਮੇ ਲੈ ਗਏ ਸਨ। ਇਹ ਸਿਨੇਮਾ ਵੀ ਜੋ ਮੈਂ ਭੁੱਲਦਾ ਨਹੀਂ, ਉਸ ਸਾਹਣੀ ਮੁਸਲਮਾਨ ਵੀਰ ਦਾ ਸੀ
ਜਿਨ੍ਹਾਂ ਦੀ ਹੱਟੀ ਉੱਤੇ ਮੈਂ ਸਰਗੋਦੇ ਪਹਿਲੀ ਸ਼ਾਮ ਜਾ ਚੜ੍ਹਿਆ ਸਾਂ। ਪਿਕਚਰ ਦਾ ਨਾਂ ਸੀ ਔਰ ਚਿਰਾਗ ਜਲਤਾ ਰਹਾ। ਇਸ ਦੇ ਪ੍ਰੋਡਿਊਸਰ ਡਾਇਰੈਕਟਰ ਪਹਿਲਾਂ ਹਿੰਦੁਸਤਾਨੀ ਤੇ ਫਿਰ ਪਾਕਿਸਤਾਨੀ ਸਿਵਲ ਸਰਵਿਸਿਜ਼ ਦੇ ਇੱਕ ਉੱਚੇ ਅਫਸਰ ਰਹਿ ਚੁੱਕੇ ਹਨ। ਰਿਟਾਇਰ ਹੋ ਕੇ ਫਿਲਮਾਂ ਦੀ ਪੱਧਰ ਨੂੰ ਉਚੇਰਾ ਕਰਨ ਦੇ ਮੁਬਾਰਕ ਇਰਾਦੇ ਦੇ ਨਾਲ ਇਹ ਪਹਿਲੀ ਫਿਲਮ ਬਣਾਈ ਹੈ। ਕਲਾ ਪੱਖ ਕਾਫੀ ਕੱਚਾ ਹੈ। ਫਿਲਮ ਬਣਾਉਣ ਦਾ ਕੰਮ ਅੰਦਰੋਂ ਇਤਨਾ ਆਸਾਨ ਨਹੀਂ ਜਿਤਨਾ ਬਾਹਰੋਂ ਦਿਸਦਾ ਹੈ, ਪਰ ਵਿਚਾਰ ਤੇ ਆਦਰਸ਼ ਦੀ ਦ੍ਰਿਸ਼ਟੀ ਤੋਂ ਸਾਫ਼ ਸੁਥਰੀ ਅਤੇ ਸਿੱਖਿਆਦਾਇਕ ਫਿਲਮ ਹੈ। ਇਸ ਵਿੱਚ ਇੱਕ ਆਦਰਸ਼ ਮੁਸਲਮਾਨ ਪਰਿਵਾਰ ਦੀ ਵਿਆਖਿਆ ਕੀਤੀ ਗਈ ਹੈ, ਜੋ ਵੱਡੀ ਤੋਂ ਵੱਡੀ ਆਜ਼ਮਾਇਸ਼ ਵੇਲੇ ਵੀ ਸਬਰ ਸਿਦਕ ਦਾ ਦਾਮਨ ਨਹੀਂ ਛੱਡਦਾ, ਰੱਬੀ ਮਾਰਗ ਉੱਤੇ ਤੁਰਦਾ ਹੈ। ਉਹ ਮਾਰਗ ਕੀ ਹੈ? ਹਮੇਸ਼ਾ ਸੱਚ ਬੋਲੋ, ਵੱਧ ਤੋਂ ਵੱਧ ਦੁਸ਼ਮਣ ਦੇ ਨਾਲ ਵੀ ਸੱਜਣਤਾਈ ਨਾਲ ਪੇਸ਼ ਆਓ। ਪ੍ਰੇਮ ਤੇ ਅਹਿੰਸਾ ਰਾਹੀਂ ਇੱਕ ਨਾ ਇੱਕ ਦਿਨ ਜ਼ਰੂਰ ਤੁਸੀਂ ਉਸ ਦਾ ਮਨ ਪਰਿਵਰਤਨ ਕਰ ਲਓਗੇ। ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ। ਕਦੇ ਆਪਣੇ ਦਿਲ ਵਿੱਚ ਮਲੀਨ ਵਿਚਾਰ ਨਾ ਲਿਆਓ। ਸੰਸਾਰਕ ਲੋਭ ਤੇ ਲਾਲਚਾਂ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰੋ। ਸਾਦਾ ਖਾਣਾ, ਸਾਦਾ ਪਹਿਨਣਾ, ਸੱਚੀ ਨਿਰਮਾਣਤਾ, ਮਨੁੱਖਤਾ ਦੀ ਸੇਵਾ ਕਰਨੀ, ਇਹੋ ਉੱਤਮ ਜੀਵਨ ਦੇ ਲੱਛਣ ਹਨ। ਪਰ ਇਹੋ ਤਾਲੀਮ ਤਾਂ ਆਰੀਆ ਸਮਾਜ ਦੇ ਉਪਦੇਸ਼ਕ ਵੀ ਦਿਆ ਕਰਦੇ ਹਨ। ਬਾਬਾ ਨੌਧ ਸਿੰਘ ਦਾ ਕਿਰਦਾਰ ਵੀ ਤਾਂ ਭਾਈ ਵੀਰ ਸਿੰਘ ਨੇ ਇਸੇ ਫਾਰਮੂਲੇ ਅਨੁਸਾਰ ਘੜਿਆ ਸੀ। ਸੱਚੇ ਹਿੰਦੂ ਜਾਂ ਸੱਚੇ ਸਿੱਖ ਦੀ ਜੋ ਪਰਿਭਾਸ਼ਾ ਕੀਤੀ ਜਾਂਦੀ ਹੈ, ਉਹ ਇਸ ਫਿਲਮ ਅਨੁਸਾਰ ਇੱਕ ਸੱਚੇ ਮੁਸਲਮਾਨ ਦੀ ਸੀ। ਮੈਨੂੰ ਇੰਜ ਜਾਪਿਆ ਜਿਵੇਂ ਪ੍ਰੇਮਚੰਦ ਦਾ ਕੋਈ ਨਾਵਲ ਪੜ੍ਹ ਰਿਹਾ ਹਾਂ। ਮਹਾਤਮਾ ਗਾਂਧੀ ਅਤੇ ਟਾਲਸਟਾਈ ਦੇ ਵੀ ਤਾਂ ਇਹੋ ਵਿਚਾਰ ਹਨ। ਹਾਲ ਖਾਲੀ ਪਿਆ ਸੀ। ਮਸਾਂ 200 ਬੰਦੇ ਹੋਣਗੇ ਅਤੇ ਉਹ ਵੀ ਬੜੀ ਅਰੁਚੀ ਨਾਲ ਫਿਲਮ ਵੇਖ ਰਹੇ ਸਨ। ਮੇਰੇ ਸਾਥੀਆਂ ਵਿੱਚੋਂ ਵੀ ਕਿਸੇ ਨੂੰ ਫਿਲਮ ਪਸੰਦ ਨਾ ਆਈ। ਸ਼ੋਅ ਦੇ ਖਾਤਮੇ ਉੱਤੇ ਉਹ ਮੇਰੀ ਰਾਏ ਤਲਬ ਕਰਨ ਲੱਗ ਪਏ। ਜਦੋਂ ਮੈਂ ਕਿਹਾ ਕਿ ਪਿਕਚਰ ਮੈਨੂੰ ਪਸੰਦ ਆਈ ਹੈ ਤਾਂ ਉਹਨਾਂ ਟਿਕਚਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਆਖਿਰ ਮੈਂ ਡਿਪਲੋਮੈਸੀ ਵਰਤ ਰਿਹਾ, ਦਿਲ ਦੀ ਗੱਲ ਨਹੀਂ ਕਰ ਰਿਹਾ। ਇਸ ਇਲਜ਼ਾਮ ਵਿੱਚ ਥੋੜ੍ਹੀ ਬਹੁਤ ਸੱਚਾਈ ਵੀ ਸੀ। ਵਿਦੇਸ਼ੋਂ ਆਇਆ ਆਦਮੀ ਘਰ ਦੇ ਬੱਚੇ ਵਾਂਗ ਖੁੱਲ੍ਹ ਕੇ ਆਲੋਚਨਾ ਨਹੀਂ ਕਰ ਸਕਦਾ। ਪਰ ਜਦੋਂ ਮੈਂ ਨਿਵੇਦਨ ਕੀਤਾ ਕਿ ਮੇਰੇ ਦ੍ਰਿਸ਼ਟੀਕੋਣ ਅਨੁਸਾਰ ਫਿਲਮਾਂ ਕੇਵਲ ਮਨੋਰੰਜਨ ਦਾ ਸਾਧਨ ਨਹੀਂ ਹੁੰਦੀਆਂ ਅਤੇ ਕੋਈ ਵੀ ਫਿਲਮ ਜਿਹੜੀ ਜਨ ਸੁਧਾਰ ਦੇ ਆਸ਼ੇ ਨਾਲ ਬਣਾਈ ਗਈ ਹੋਵੇ ਕਾਬਿਲੇ ਇਹਤਰਾਮ ਹੈ, ਤੇ ਉਹਨਾਂ ਬੇਯਕੀਨੀ ਖਾਮੋਸ਼ੀ ਨਾਲ ਸਿਰ ਹਿਲਾ ਛੱਡੇ। ਸਾਫ਼ ਜ਼ਾਹਰ ਸੀ ਕਿ ਇਹਨਾਂ ਨੌਜਵਾਨਾਂ ਦਾ ਉਹਨਾਂ ਆਦਰਸ਼ਾਂ ਤੋਂ ਹੀ ਯਕੀਨ ਉੱਠ ਗਿਆ ਸੀ ਜੋ ਇਸ ਫਿਲਮ ਵਿੱਚ ਦਰਸਾਏ ਗਏ ਸਨ। ਉਹਨਾਂ ਦਾ ਜੀਵਨ ਤਜਰਬਾ ਦੱਸਦਾ ਸੀ ਕਿ ਅਕਸਰ ਇਹਨਾਂ ਆਦਰਸ਼ਾਂ ਦਾ ਐਲਾਨ ਕਰਨ ਵਾਲੇ ਹੀ ਅੰਦਰ ਖਾਤੇ ਇਹਨਾਂ ਦਾ ਗਲਾ ਘੋਪਦੇ ਹਨ। ਇੱਕ ਵਾਰੀ ਫੇਰ ਮੈਨੂੰ ਆਪਣੇ ਮੁਲਕ ਹਿੰਦੁਸਤਾਨ ਦਾ ਨਿਧਰਮਕ ਵਿਧਾਨ ਵਡਮੁੱਲਾ ਭਾਸਣ ਲੱਗ ਪਿਆ। ਬਿਹਤਰ ਗੱਲ ਇਹੋ ਹੈ ਕਿ ਇਨਸਾਨ ਮਜ਼ਹਬ ਦੀ ਦੌੜ ਆਪਣੀ ਜ਼ਮੀਰ ਤੇ ਆਪਣੇ ਭਗਵਾਨ ਤੱਕ ਹੀ ਸੀਮਤ ਰੱਖੇ। ਜੇ ਇੰਜ ਕਰਨ ਵਿੱਚ ਉਹ ਕਾਮਯਾਬ ਹੈ ਤਾਂ ਉਹ ਸਾਰੀ ਮਨੁੱਖਤਾ ਲਈ ਉਹਦੇ ਦਿਲ ਵਿੱਚ ਪ੍ਰੇਮ ਤੇ ਸਨਮਾਨ ਪੈਦਾ ਹੋਵੇਗਾ। ਇਹੋ ਸਾਡੇ ਪੁਰਖਿਆਂ ਦੀ ਰੀਤ ਰਹੀ ਹੈ। ਮਜ਼ਹਬ ਦਾ ਸਮਾਜਿਕ ਅਤੇ ਰਾਜਨੀਤਿਕ ਕੰਮਾਂ ਵਿੱਚ ਜਿਤਨਾ ਘੱਟ ਪ੍ਰਵੇਸ਼ ਹੋਵੇ ਉਤਨਾ ਹੀ ਚੰਗਾ ਹੈ। ਭਾਰਤ ਦੀ ਜਨਤਾ ਆਪਣੇ ਅਨੁਭਵ ਨਾਲ ਹੌਲੀ-ਹੌਲੀ ਇਸ ਗੱਲ ਨੂੰ ਸਿੱਖ ਰਹੀ ਹੈ। ਭਾਵੇਂ ਸਿਰਫਿਰਿਆਂ ਦੀ ਅਜੇ ਵੀ ਘਾਟ ਨਹੀਂ। ਇੱਕ ਵੇਲਾ ਸੀ ਜਦੋਂ ਹਕੂਮਤ ਦੀ ਪਕਿਆਈ ਜਨਤਾ ਨੂੰ ਲੜਾਉਣ ਉੱਤੇ ਨਿਰਭਰ ਸੀ। ਇਹ ਅੰਗਰੇਜ਼ੀ ਰਾਜ ਦਾ ਵੇਲਾ ਸੀ। ਇਸ ਕੰਮ ਲਈ ਚਰਿੱਤਰਹੀਣ ਅਤੇ ਜ਼ਮੀਰ ਫਰੋਸ਼ ਲੋਕਾਂ ਨੂੰ ਆਸਾਨੀ ਨਾਲ ਵਰਤਿਆ ਜਾ ਸਕਦਾ ਸੀ। ਪਰ ਹੁਣ ਆਜ਼ਾਦ ਸਰਕਾਰ ਲਈ ਪਕਿਆਈ ਦੀ ਮੁੱਢਲੀ ਸ਼ਰਤ ਦੇਸ਼ ਵਿਆਪੀ ਏਕਤਾ ਹੈ। ਉਸ ਤੋਂ ਬਿਨਾਂ ਨਾ ਦੇਸ਼ ਸਲਾਮਤ ਰਹਿ ਸਕਦਾ ਹੈ, ਨਾ ਹਕੂਮਤ। ਕੋਈ ਬੜਾ ਹੀ ਮੂਰਖ ਹਿੰਦੁਸਤਾਨੀ ਹੋਵੇਗਾ ਜਿਹੜਾ ਇਸ ਗੱਲ ਨੂੰ ਨਾ ਸਮਝੇ, ਅਤੇ ਰਾਜ ਵੱਲੋਂ ਵੀ ਹੁਣ ਉਹਨਾਂ ਲੋਕਾਂ ਨੂੰ ਸ਼ਹਿ ਨਹੀਂ ਮਿਲਦੀ ਜਿਹੜੇ ਮਜ਼ਹਬ ਦੇ ਨਾਂ ਉੱਤੇ ਲੋਕਾਂ ਨੂੰ ਲੜਾਉਣਾ ਚਾਹੁੰਦੇ ਹੋਣ। ਇਸ ਨੀਤੀ ਤੋਂ ਜਨਤਾ ਦਾ ਸੰਤੁਸ਼ਟ ਹੋਣਾ ਸੁਭਾਵਕ ਹੈ, ਕਿਉਂਕਿ ਉਹ ਸੁਰੱਖਿਅਤ ਤੇ ਸੁਖਾਲਾ ਜੀਵਨ ਪਸੰਦ ਕਰਦੀ ਹੈ। ਅਜਿਹੇ ਜੀਵਨ ਨੂੰ ਵਜੂਦ ਵਿੱਚ ਲਿਆਉਣ ਦੇ ਲਈ ਉਪਜ ਵਧਾਊ ਹੰਬਲੇ ਮਾਰਨ ਦੀ ਲੋੜ ਹੈ, ਮਜ਼ਬੀ ਨਾਅਰਿਆਂ ਦੀ ਨਹੀਂ। ਅਤੇ ਇਸੇ ਦਿਸ਼ਾ ਵਿੱਚ ਸਾਡੀ ਹਕੂਮਤ ਸਾਨੂੰ ਵੰਗਾਰਦੀ ਹੈ। ਪਰ ਉਪਜ ਦੇ ਵਾਅਦਿਆਂ ਦਾ ਕੀ ਲਾਭ ਜੇ ਮੁਨਾਫਿਆਂ ਦੇ ਜ਼ਖੀਰੇ ਮੋਟਿਆਂ ਢਿੱਡਾਂ ਵਿੱਚ ਲੈਂਦੇ ਜਾਣ? ਇਸ ਜ਼ਖੀਰੇ ਦੀ ਵੰਡ ਜਮਹੂਰੀ ਤੇ ਇਸ਼ਤਰਾਕੀ ਢੰਗ ਨਾਲ ਹੋਣੀ ਲਾਜ਼ਮੀ ਹੈ। ਸਾਡੀ ਹਕੂਮਤ ਇਸ ਹਕੀਕਤ ਨੂੰ ਤਸਲੀਮ ਕਰਦੀ ਹੈ ਅਤੇ ਇਸ ਦੇ ਅਨੁਕੂਲ ਆਪਣੇ ਪ੍ਰੋਗਰਾਮ ਢਾਲਣਾ ਚਾਹੁੰਦੀ ਹੈ। ਇਹ ਵੀ ਬੜੇ ਸੰਤੋਖ ਦੀ ਗੱਲ ਹੈ। ਪਰਦੇਸ ਵਿੱਚ ਬੈਠ ਕੇ ਮੇਰੇ ਦਿਲ ਅੰਦਰ ਪੰਡਤ ਨਹਿਰੂ ਲਈ ਬੜੇ ਆਦਰ ਤੇ ਸਤਿਕਾਰ ਦੀ ਭਾਵਨਾ ਉੱਠ ਪਈ। ਉਹ ਇਹਨਾਂ ਨੀਤੀਆਂ ਦਾ ਅਵਿਕਾਰਕ ਤੇ ਕਰਣਧਾਰ ਹੈ। ਉਹ ਆਦਰਸ਼ਾਂ ਨੂੰ ਵਿਵਹਾਰਕ ਅਤੇ ਵਿਗਿਆਨਕ ਢੰਗ ਨਾਲ ਵੇਖਦਾ ਹੈ, ਅਮਲ ਦੀਆਂ ਯਥਾਰਥ ਰਾਹਾਂ ਟੋਲਦਾ ਹੈ, ਆਪਣੀ ਜਨਤਾ ਦੀ ਸੋਚ ਪੱਧਰ ਨੂੰ ਧਿਆਨ ਵਿੱਚ ਰੱਖ ਕੇ ਸਹਿਜੇ-ਸਹਿਜੇ ਅੱਗੇ ਕਦਮ ਪੁੱਟਦਾ ਹੈ, ਉਤਾਵਲੀਆਂ ਛਾਲਾਂ ਨਹੀਂ ਮਾਰਦਾ। ਇਸੇ ਕਾਰਨ ਉਹ ਜਨਤਾ ਦੇ ਦਿਲਾਂ ਵਿੱਚ ਖੁੱਭਿਆ ਰਹਿੰਦਾ ਹੈ। ਉਸ ਦੀ ਖਾਤਰ
ਲੋਕ ਉਸ ਦੀ ਸਰਕਾਰ ਦੇ ਵੀ 100 ਕਸੂਰ ਮਾਫ ਕਰ ਛੱਡਦੇ ਹਨ। ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ ਜਿਉਂ-ਜਿਉਂ ਦੇਸ਼ ਵਿੱਚ ਜਾਗ੍ਰਿਤੀ ਆਵੇਗੀ, ਉਸ ਦੀਆਂ ਬਣਾਈਆਂ ਨੀਤੀਆਂ ਹੋਰ ਵੀ ਮਜ਼ਬੂਤ ਹੁੰਦੀਆਂ ਜਾਣਗੀਆਂ। ਉਹ ਜ਼ਮਾਨੇ ਦੀ ਮੰਗ ਹਨ। ਪਾਕਿਸਤਾਨ ਵੀ ਏਸ਼ੀਆ ਦੇ ਨਵੇਂ ਆਜ਼ਾਦ ਹੋਏ ਦੇਸ਼ਾਂ ਵਿੱਚੋਂ ਇੱਕ ਹੈ। ਉਸ ਦੇ ਨਿਰਮਾਣ ਵਿੱਚ ਮਜ਼ਹਬ ਦਾ ਭਾਵੇਂ ਕਿਤਨਾ ਹੀ ਹੱਥ ਰਿਹਾ ਹੋਵੇ, ਪ੍ਰਗਤੀ ਤੇ ਵਿਕਾਸ ਦੇ ਲਈ ਉਸ ਨੂੰ ਵੀ ਉਦਾਰ ਲੋਕਸ਼ਾਹੀ ਤੇ ਸਮਾਜਵਾਦੀ ਅਸੂਲ ਅਪਣਾਉਣੇ ਪੈਣਗੇ, ਜਿਵੇਂ ਕਿ ਮਿਸਰ ਅਤੇ ਅਲਜੀਰੀਆ ਆਦਿ ਮੁਸਲਮਾਨ ਦੇਸ਼ਾਂ ਨੇ ਕੀਤਾ ਹੈ। ਦੇਸ਼ ਵਿੱਚੋਂ ਗਰੀਬੀ, ਜਹਾਲਤ, ਬਿਮਾਰੀ, ਅਨਿਆਂ ਨੂੰ ਦੂਰ ਕਰਨ ਨਾਲੋਂ ਵੱਡੀ ਇਬਾਦਤ ਹੋਰ ਕਿਹੜੀ ਹੋ ਸਕਦੀ ਹੈ? ਫੇਰ ਖਿਆਲ ਆਇਆ, ਸਿਆਸਤ ਦੇ ਦਾਅ ਪੇਚ ਤੂੰ ਕੀ ਜਾਣੇ ਮਨਾ? ਕੀ ਭਾਰਤ ਵਿੱਚ ਅਜੋਕੀ ਕਾਣੀ ਵੰਡ ਅਤੇ ਭ੍ਰਿਸ਼ਟਾਚਾਰ ਦੀ ਕੋਈ ਘਾਟ ਹੈ? ਕੀ ਦੇਸ਼ ਦਾ ਵੰਡਾਰਾ ਬਜ਼ਾਤੇ ਖੁਦ ਨਹਿਰੂ ਦੀ ਅਤੇ ਸਾਡੀ ਕੌਮੀ ਤਹਿਰੀਕ ਦੀ ਹਾਰ ਨਹੀਂ ਸੀ? ਜੇ ਫੇਰ ਕੋਈ ਸੰਕਟ ਉੱਠ ਖਲੋਵੇ ਤਾਂ ਕੀ ਗਰੰਟੀ ਹੈ ਕਿ ਨਹਿਰੂ ਜਾਂ ਉਸ ਦੀ ਸਰਕਾਰ ਭਾਰਤ ਦੀ ਏਕਤਾ ਨੂੰ ਕਾਇਮ ਰੱਖ ਸਕੇਗੀ? ਅਖਬਾਰਾਂ ਦੀਆਂ ਸੁਰਖੀਆਂ ਦੱਸਦੀਆਂ ਹਨ ਕਿ ਚੀਨੀਆਂ ਨਾਲ ਕਸ਼ੀਦਗੀ ਦਿਨੋਂ-ਦਿਨ ਵੱਧ ਰਹੀ ਹੈ। ਜੇ ਖੁਦਾ ਨਾ ਖਾਸਤਾ ਸੱਚਮੁੱਚ ਜੰਗ ਛਿੜ ਪਈ, ਕਿਤੇ ਫੇਰ ਤਾਂ ਨਾ ਹਮੇਸ਼ ਵਾਂਗ ਸਾਡੇ ਦੇਸ਼ ਦੀ ਏਕਤਾ ਢਹਿ ਕੇ ਢੇਰੀ ਹੋ ਜਾਏਗੀ। ਮੇਰੇ ਸੁਆਦ ਦੀ ਨਿੱਘੀ ਧੁੱਪ ਉੱਪਰ ਝੜ ਜਿਹਾ ਫੈਲਣ ਲੱਗ ਪਿਆ। ਭੇਰੇ ਸ਼ਹਿਰ ਨਾਲ ਉਦੋਂ ਦੀਆਂ ਯਾਦਾਂ ਵਾਬਸਤਾ ਸਨ ਜਦੋਂ ਜੀਵਨ ਵਿੱਚ ਕਿਸੇ ਕਿਸਮ ਦੀ ਵਿਖਮਤਾ ਪੈਦਾ ਨਹੀਂ ਸੀ ਹੋਈ। ਝੰਗ ਤੇ ਸਰਗੋਦਾ ਪਹਿਲੀ ਵਾਰ ਵੇਖਿਆ ਸੀ। ਹੁਣ ਮੈਂ ਐਸੇ ਇਲਾਕੇ ਵਿੱਚ ਦਾਖਲ ਹੋ ਰਿਹਾ ਸਾਂ ਜੋ ਚੰਗੀਆਂ ਤੇ ਮਾੜੀਆਂ, ਸੁਖਦਾਈ ਤੇ ਦੁਖਦਾਈ ਦੋਵੇਂ ਤਰ੍ਹਾਂ ਦੀਆਂ ਯਾਦਾਂ ਨਾਲ ਝੂਰਿਆ ਪਿਆ ਸੀ। ਕਿਤਨੇ ਦਿਨਾਂ ਤੋਂ ਤੜਪ ਰਿਹਾ ਸਾਂ ਪੋਠੋਹਾਰ ਦੀ ਧਰਤ ਦੇ ਦਰਸ਼ਨ ਲਈ। ਕਦੋਂ ਮੈਂ ਆਪਣਾ ਪਿੰਡੀ ਸ਼ਹਿਰ ਵੇਖਾਂਗਾ, ਸ਼ਾਹ ਚੰਨ ਚਿਰਾਗ ਦੀ ਗਲੀ ਜਿੱਥੇ ਮੈਂ ਜੰਮਿਆ, ਛਾਛੀ ਮਹੱਲਾ ਜਿਸ ਦੀਆਂ ਗਲੀਆਂ ਤੇ ਨਾਲੀਆਂ ਵਿੱਚ ਖੇਡ-ਖੇਡ ਕੇ ਵੱਡਾ ਹੋਇਆ, ਮੇਰਾ ਡੀਏਵੀ ਕਾਲਜ, ਕੰਪਨੀ ਬਾਗ ਜਿੱਥੇ ਹਾਕੀ ਖੇਡਦੇ ਸਾਂ, ਤਪਾ ਬੰਨ, ਮਾਈ ਵੀਰੋ ਦੀ ਬੰਨ, ਚਿੱਟੀਆਂ ਹੱਟੀਆਂ, ਲੰਡਾ ਬਾਜ਼ਾਰ, ਤਲਵਾੜਾ ਦਾ ਬਾਜ਼ਾਰ, ਸਦਰ ਦਾ ਪੁੱਲ। ਪਰ ਹੁਣ ਜਦ ਵਤਨ ਦੀ ਮੁਹਾਠ ਤੇ ਆ ਖਲੋਤਾ ਸਾਂ, ਉਸ ਤੋਂ ਡਰ ਲੱਗਣ ਲੱਗ ਪਿਆ ਸੀ। ਸਾਰਾ ਚਾਅ ਕਿਤੇ ਗੁਆਚ ਗਿਆ ਜਾਪਦਾ ਸੀ। ਦੰਗੇ ਫਸਾਦ ਦੀਆਂ ਅੱਗਾਂ ਯਾਦ ਆਉਣ ਲੱਗ ਪਈਆਂ। ਅੱਲਾਹੂ ਅਕਬਰ ਅਤੇ ਹਰ ਹਰ ਮਹਾਦੇਵ ਦੇ ਨਾਰੇ ਕੰਨਾਂ ਵਿੱਚ ਗੂੰਜਣ ਲੱਗ ਪਏ। ਅੱਖਾਂ ਅੱਗੇ ਚਿਹਰਿਆਂ ਦੇ ਸਹਿਮ ਤੇ ਪੱਥਰਾ ਘੁੰਮਣ ਲੱਗ ਪਏ। ਦਿੱਲੀ ਵਿੱਚ ਇੱਕ ਪਿਆਰੇ ਸੱਜਣ ਨੇ ਫਰਮਾਇਸ਼ ਕੀਤੀ ਸੀ ਕਿ ਜਿਹਲਮ ਦੇ ਪੁਲ ਤੋਂ ਜਦੋਂ ਗੱਡੀ ਲੰਘੇ, ਉਹਨਾਂ ਵੱਲੋਂ ਚਾਂਦੀ ਦਾ 1 ਰੁਪਿਆ ਦਰਿਆ ਦੀ ਭੇਟ ਕਰਾਂ। ਵੰਡ ਦੇ ਦਿਨਾਂ ਵਿੱਚ ਇਹੋ ਪਾਣੀ ਉਹਨਾਂ ਦੇ ਪਰਿਵਾਰ ਦੇ ਕਿਤਨੇ ਹੀ ਜੀਆਂ ਦੇ ਖੂਨ ਨਾਲ ਰੰਗਿਆ ਗਿਆ ਸੀ। ਜਿਹਲਮੋਂ ਨੱਠ ਕੇ ਦਿੱਲੀ ਪੁੱਜਣ ਤੱਕ ਉਹਨਾਂ ਉੱਪਰ ਕੀ ਬੀਤੀ। ਜਦੋਂ ਵੀ ਮੇਰਾ ਮਿੱਤਰ ਵਿਸਕੀ ਜਾਂ ਬੀਅਰ ਦਾ ਘੁੱਟ ਭਰ ਲਵੇ, ਦੁਹਰਾਉਣ ਲੱਗ ਪੈਂਦਾ ਹੈ। ਅਸੀਂ ਕਈ ਵਾਰੀ ਜ਼ਿੱਚ ਵੀ ਆ ਜਾਂਦੇ ਹਾਂ, ਪਰ ਜੇ ਸੁਣਨ ਲੱਗ ਜਾਈਏ ਤਾਂ ਹਰ ਵਾਰੀ ਬਦਨ ਦੇ ਰੌਂਗਟੇ ਖੜੇ ਹੋ ਜਾਂਦੇ ਹਨ। ਕਿਤਨੇ ਲੋਕਾਂ ਨੇ ਆਪਣੀਆਂ ਧੀਆਂ ਭੈਣਾਂ ਨੂੰ ਕਮਰਿਆਂ ਵਿੱਚ ਬੰਦ ਕਰਕੇ ਆਪਣੇ ਹੱਥਾਂ ਨਾਲ ਸਾੜ ਮੁਕਾਇਆ ਸੀ। ਉਸ ਜ਼ਮਾਨੇ ਮੈਂ ਬੰਬਈ ਵਿੱਚ ਬੈਠਾ ਨਿਰਵਿਘਨ ਫਿਲਮਾਂ ਦੀ ਸ਼ੂਟਿੰਗ ਕਰ ਰਿਹਾ ਸਾਂ। ਪਰਿਵਾਰ ਕਸ਼ਮੀਰ ਸੀ। ਉਜੜੇ ਅਸੀਂ ਵੀ ਕਬਾਇਲੀਆਂ ਦੇ ਹਮਲੇ ਵੇਲੇ ਖਤਰਿਆਂ ਵਿੱਚ ਵੀ ਪਏ, ਪਰ ਲੱਖਾਂ ਨਾਲੋਂ ਫੇਰ ਵੀ ਚੰਗੇ ਰਹੇ। ਮੈਂ ਵੀ ਜੇ ਕਾਫਲਿਆਂ ਨਾਲ ਟੁਰਿਆ ਹੁੰਦਾ, ਆਪਣੀ ਅੱਖੀਂ ਬਰਬਰਤਾ ਭਰੇ ਕਤਲੇਆਮ ਵੇਖੇ ਹੁੰਦੇ, ਤਾਂ ਦਿਲ ਕਰਦਾ ਕਦੇ ਇਸ ਪਾਸੇ ਦੁਬਾਰਾ ਆਉਣ ਤੇ। ਮੇਰੇ ਮਿੱਤਰ ਨੇ ਕਦੇ ਨਹੀਂ ਆਉਣਾ, ਪਰ ਵਤਨ ਫੇਰ ਵੀ ਉਹਨੂੰ ਪਿਆਰਾ ਹੈ। ਮੇਰੇ ਹੱਥੀਂ ਦਰਿਆ ਵਿੱਚ ਰੁਪਿਆ ਸੁਟਵਾ ਕੇ ਜਿਵੇਂ ਉਹ ਸੁਨੇਹਾ ਘੱਲ ਰਿਹਾ ਹੋਵੇ, ਆਪਣੇ ਨਾ ਆ ਸਕਣ ਲਈ ਮਾਫ਼ੀ ਮੰਗ ਰਿਹਾ ਹੋਵੇ। ਆਪਣੇ ਵਕਤ ਸਿਰ ਡਾਚੀ ਆ ਗਈ, ਸਾਰੀ ਦੀ ਸਾਰੀ ਸਾਵੇ ਰੰਗ ਦੀ, ਪਰ ਇਸ ਦੇ ਕਾਰਨ ਮਾਹੌਲ ਇੱਕਦਮ ਅਜਨਬੀ ਜਿਹਾ ਹੋ ਗਿਆ। ਕੁਲੀ ਨੇ ਮੇਰਾ ਸਾਮਾਨ ਫਸਟ ਕਲਾਸ ਦੇ ਇੱਕ ਕੂਪੇ ਵਿੱਚ ਰੱਖ ਦਿੱਤਾ। ਸਰਗੋਦਿਓਂ ਲਾਲੇ ਮੂਸੇ ਤੱਕ ਕੰਪਾਰਟਮੈਂਟ ਵਿੱਚ ਇਕੱਲਾ ਆਇਆ ਸਾਂ, ਦਰਵਾਜ਼ੇ ਅੰਦਰੋਂ ਚੰਗੀ ਤਰ੍ਹਾਂ ਬੰਦ ਕਰਕੇ। ਪਰ ਹੁਣ ਨਾਲ ਇੱਕ ਹਮਸਫ਼ਰ ਵੀ ਸੀ, ਪਾਕਿਸਤਾਨੀ ਫੌਜ ਦਾ ਇੱਕ ਨੌਜਵਾਨ ਕਪਤਾਨ, ਦੂਜੇ ਸਿਰੇ ਬਾਰੀ ਕੋਲ ਬੈਠਾ ਹੋਇਆ ਸੀ। ਜਿਉਂ-ਜਿਉਂ ਜਿਹਲਮ ਨੇੜੇ ਆਉਂਦਾ ਜਾਵੇ, ਮੈਂ ਖੀਸੇ ਵਿੱਚ ਹੱਥ ਪਾ ਕੇ ਆਪਣੇ ਭਾਰਤੀ ਰੁਪਈਏ ਨੂੰ ਮਸਲੀ ਜਾਵਾਂ। ਅਫਸਰ ਨਾਲ ਮੇਰੀ ਗੱਲਬਾਤ ਨਹੀਂ ਸੀ ਛਿੜੀ, ਪਰ ਕਦੇ-ਕਦੇ ਉਹ ਭਰਵੀਂ ਨਜ਼ਰ ਨਾਲ ਮੇਰੇ ਵੱਲ ਵੇਖ ਲੈਂਦਾ ਸੀ। ਮੇਰੇ ਆਪਣੇ ਪਾਸੇ ਦਾ ਆਦਮੀ ਸੀ, ਗੋਰਾ, ਚਿੱਟਾ ਤੇ ਕੱਦ-ਵਾਰ ਸ਼ਾਇਦ ਹਜ਼ਾਰੇ ਦਾ ਹੋਵੇ। ਇੰਜ ਜਾਪਦਾ ਸੀ ਜਿਵੇਂ ਗੱਲਬਾਤ ਛੇੜਨ ਦਾ ਕੋਈ ਬਹਾਨਾ ਲੱਭ ਰਿਹਾ ਹੈ। ਪਰ ਮੈਂ ਸੁੰਗੜਦਾ ਜਾ ਰਿਹਾ ਸਾਂ। ਇਸ ਵੇਲੇ ਉਹ ਜ਼ਰੂਰ ਮੈਨੂੰ ਆਪਣਾ ਵਤਨੀ ਮੁਸਲਮਾਨ ਸਮਝ ਰਿਹਾ ਹੈ, ਪਰ ਜੇ ਉਹਨੇ ਮੈਨੂੰ ਦਰਿਆ ਵਿੱਚ ਪੈਸੇ ਸੁੱਟਦਿਆਂ ਵੇਖ ਲਿਆ ਤਾਂ ਸਾਡੇ ਦਰਮਿਆਨ ਸਾਰੀ ਸੁਭਾਵਕਤਾ ਨਸ਼ਟ ਹੋ ਜਾਵੇਗੀ। ਪਤਾ ਨਹੀਂ ਉਸ ਤੋਂ ਬਾਅਦ ਉਹ ਮੇਰੇ ਨਾਲ ਕਿਸ ਤਰ੍ਹਾਂ ਪੇਸ਼ ਆਏ। ਅੱਧਾ ਦਰਿਆ ਲੰਘ ਗਿਆ, ਮੇਰੀ ਜੇਬ ਵਿੱਚੋਂ ਹੱਥ ਬਾਹਰ ਕੱਢਣ ਦੀ ਹਿੰਮਤ ਹੀ ਨਾ ਹੋਈ।
ਅਖੀਰ ਆਪਣੇ ਵੱਲੋਂ ਬੜਾ ਛੁਪ-ਛੁਪਾ ਕੇ ਮੈਂ ਰੁਪਈਆ ਬਾਰੀ ਵਿੱਚੋਂ ਉਲਾਰ ਕੇ ਸੁੱਟ ਹੀ ਦਿੱਤਾ। ਪਰ ਉਹ ਤਾੜ ਗਿਆ ਕਿ ਮੈਂ ਕੋਈ ਅਨੋਖੀ ਹਰਕਤ ਕੀਤੀ ਹੈ। ਮੈਂ ਆਜਿਜ਼ਾਨਾ ਜਿਹੇ ਢੰਗ ਨਾਲ, ਜਿਵੇਂ ਕਿਸੇ ਅਪਰਾਧ ਲਈ ਸਫਾਈ ਪੇਸ਼ ਕਰ ਰਿਹਾ ਹੋਵਾਂ, ਅੰਗਰੇਜ਼ੀ ਵਿੱਚ ਕਹਿਣਾ ਸ਼ੁਰੂ ਕੀਤਾ, ਮੈਨੂੰ ਅਜਿਹੀਆਂ ਗੱਲਾਂ ਵਿੱਚ ਕੋਈ ਯਕੀਨ ਨਹੀਂ, ਪਰ ਕਿਸੇ ਦੋਸਤ ਦਾ ਆਖਿਆ। ਉਸ ਦਾ ਚਿਹਰਾ ਗੰਭੀਰ ਹੋ ਗਿਆ ਅਤੇ ਬੜੀ ਸੁਹਿਰਦਤਾ ਨਾਲ ਉਸਨੇ ਸਿਰ ਨਿਵਾ ਕੇ ਕਿਹਾ, ਤੁਸੀਂ ਜੰਮ-ਜੰਮ ਕਰੋ, ਮੈਂ ਤੁਹਾਡੇ ਜਜ਼ਬਿਆਂ ਨੂੰ ਸਮਝਦਾ ਹਾਂ। ਪਲ ਭਰ ਲਈ ਇੰਜ ਜਾਪਿਆ ਜਿਵੇਂ ਅਸੀਂ ਇੱਕ ਦੂਜੇ ਦੇ ਬੜੇ ਕਰੀਬ ਆ ਗਏ ਹਾਂ, ਪਰ ਉਸ ਤੋਂ ਬਾਅਦ ਅਸੀਂ ਫੇਰ ਇੱਕ ਦੂਜੇ ਤੋਂ ਦੂਰ ਹੋ ਗਏ, ਜਿਵੇਂ ਰੇਲ ਦੀਆਂ ਲਾਈਨਾਂ ਨਿਖੜ ਜਾਂਦੀਆਂ ਹਨ। ਆਪਸ ਵਿੱਚ ਮਸਾਂ ਦੋ-ਚਾਰ ਗੱਲਾਂ ਹੀ ਹੋਈਆਂ, ਜਿਵੇਂ ਤਪਦੀ ਧਰਤ ਤੇ ਮੀਂਹ ਦਾ ਛਿੱਟਾ ਪੈ ਜਾਏ। ਬਹੁਤਾ ਸਫ਼ਰ ਅਸਾਂ ਆਪਣੀ ਬਾਰੀ ਵਿੱਚੋਂ ਬਾਹਰ ਵੇਖਦਿਆਂ ਹੀ ਗੁਜ਼ਾਰਿਆ। ਮੈਨੂੰ ਹੋਰ ਚਾਹੀਦਾ ਵੀ ਕੀ ਸੀ? ਆਪਣੀ ਪੋਠੋਹਾਰ ਦੀ ਧਰਤ ਲਈ ਤਾਂ ਅੱਖਾਂ ਤਰਸੀਆਂ ਹੋਈਆਂ ਸਨ। ਯਕੀਨ ਨਹੀਂ ਸੀ ਆਉਂਦਾ, ਸੱਚਮੁੱਚ ਢੰਨਾਂ ਢੱਕੀਆਂ ਤੇ ਪਹਾੜ ਵੇਖ ਰਿਹਾ ਹਾਂ, ਜਾਂ ਕੋਈ ਸੁਪਨਾ ਹੈ। ਸਕੂਲੇ ਜੁਗਰਾਫੀਏ ਵਾਲਾ ਮਾਸਟਰ ਪੜ੍ਹਾਉਂਦਾ ਹੁੰਦਾ ਸੀ ਕਿ ਅਜਿਹੀ ਧਰਤੀ ਨੂੰ ਸਤਹ ਮੁਰਤਫਾ ਆਖਦੇ ਹਨ। ਕਿਤਨਾ ਔਖਾ ਸੀ ਇਹ ਸ਼ਬਦ, ਸਤਹ ਮੁਰਤਫਾ, ਪਰ ਕਿਤਨਾ ਪਿਆਰਾ ਸੀ। ਅਜੇ ਤੱਕ ਨਹੀਂ ਭੁੱਲਿਆ ਆਪਣੇ ਵਤਨ ਨੂੰ ਜੋ ਲੱਗਦਾ ਸੀ। ਤਰੱਕੀ ਦਾ ਮਸ਼ਹੂਰ ਮੋੜ ਲੰਘਿਆ। ਫੇਰ ਸੁਹਾਵਾ, ਮਿੱਸਾ, ਕੇਸਵਾਲ, ਗੁੱਜਰ ਖਾਨ ਪੁੱਜ ਕੇ ਚਾਹ ਜ਼ਰੂਰ ਪੀਂਦੇ ਸਾਂ, ਨਾਲ ਠੰਡੇ-ਠੰਡੇ ਉਬਲੇ ਹੋਏ ਆਂਟੜੇ ਖਾਂਦੇ ਸਾਂ। ਪਰ ਐਤਕੀ ਗੱਡੀ ਰੁਕੀ ਨਹੀਂ। ਖਸਮਾਖਾਣੀ ਅੱਗੇ ਤਾਂ ਫਰੰਟੀਅਰ ਮੇਲ ਵੀ ਠਹਿਰਦੀ ਸੀ। ਮੰਦਰਾਂ, ਮਾਣਕਿਆਲਾਂ, ਸਿਹਾਲਾ, ਹੁਣੇ ਨਾਲਾ ਕੁਰੰਗ ਆਵੇਗਾ। ਉਹ ਕਿਤਨੀਆਂ ਉਡੀਕਾਂ ਪਿੱਛੋਂ ਆਇਆ ਤੇ ਕਿਤਨੀ ਛੇਤੀ ਲੰਘ ਗਿਆ, ਚੰਗੀ ਤਰ੍ਹਾਂ ਵੇਖਣ ਵੀ ਨਹੀਂ ਹੋਇਆ। ਕਿਤਨੀ ਬੇਇਨਸਾਫੀ ਦੀ ਗੱਲ ਹੈ। ਜ਼ਰਾ ਹੌਲੀ ਨਹੀਂ ਸੀ ਚਲਾ ਸਕਦਾ ਗੱਡੀ ਨੂੰ? ਆ ਖਲੋਤੀ ਚਕਲਾਲੇ ਗੱਡੀ। ਆਓ ਪਈ ਦੂਰ ਦਿਸਦੀ ਏ ਪਿੰਡੀ। ਕੋਈ ਬਹੁਤਾ ਬਦਲਿਆ ਤੇ ਨਹੀਂ ਨਜ਼ਾਰਾ। ਇਹ ਆਇਆ ਮਰੀੜ ਦਾ ਪੁਲ। ਝੱਟ ਇਸ ਦੇ ਹੇਠੋਂ ਮਰੀ ਰੋਡ ਲੰਘ ਗਈ। ਇਹ ਪੁਲ ਮੈਨੂੰ ਉਦੋਂ ਦਾ ਯਾਦ ਹੈ ਜਦੋਂ ਮਾਂ ਮੈਨੂੰ ਕੁੱਛੜ ਚੁੱਕ ਕੇ ਗੱਡੀ ਦੀ ਬਾਰੀ ਕੋਲ ਬੈਠੀ ਹੋਈ ਸੀ ਅਤੇ ਮੈਂ ਹੈਰਾਨ ਰਹਿ ਗਿਆ ਸਾਂ ਕਿਵੇਂ ਗੱਡੀ ਇੱਕਦਮ ਹੇਠਾਂ ਸੜਕ ਤੇ ਉਤਰ ਕੇ ਬਿਨਾਂ ਕੋਈ ਝਟਕਾ ਖਾਧੇ ਫੇਰ ਉੱਪਰ ਚੜ੍ਹ ਆਈ ਸੀ। ਫਿਰ ਮੈਨੂੰ ਜੀਵਨ ਦਾ ਪਹਿਲਾ ਰੇਲ ਸਫ਼ਰ ਯਾਦ ਆਇਆ। ਰਾਤ ਵੇਲੇ ਗੱਡੀ ਚੜ੍ਹੇ ਸਾਂ। ਬੜਾ ਲੰਮਾ ਡੱਬਾ ਸੀ, ਲੰਮੀ ਜਿਹੀ ਸੁਰੰਗ ਵਾਂਗ। ਬੜੇ ਲੋਕ ਸਨ। ਅਚਾਨਕ ਡੱਬੇ ਦੀਆਂ ਕੰਧਾਂ ਸੱਜੇ-ਖੱਬੇ ਝੋਲ ਖਾਣ ਲੱਗ ਪਈਆਂ ਸਨ। ਸਾਰੀ ਰਾਤ ਮੈਂ ਡਰਦਾ ਰਿਹਾ ਸਾਂ ਕਿਤੇ ਗੱਡੀ ਡਿੱਗ ਨਾ ਪਏ, ਪਰ ਉਹ ਨਹੀਂ ਸੀ ਡਿੱਗੀ। ਇਸ ਤੋਂ ਮੈਂ ਅਨੁਮਾਨ ਲਾਇਆ ਸੀ ਕਿ ਗੱਡੀ ਸੱਜੇ-ਖੱਬੇ ਘਸੂਟਣੀਆਂ ਮਾਰ ਕੇ ਅੱਗੇ ਸਰਕਦੀ ਹੋਵੇਗੀ, ਕੀੜੇ ਵਾਂਗ। ਮੈਨੂੰ ਨਹੀਂ ਸੀ ਪਤਾ ਥੱਲੇ ਪਹੀਏ ਲੱਗੇ ਹੋਏ ਹਨ। ਇਹ ਆਇਆ ਸਦਰ ਦਾ ਪੁਲ। 8ਵੀਂ ਜਮਾਤ 'ਤੇ ਪੜ੍ਹਦਾ ਸਾਂ। ਇਸ ਪੁਲ ਉੱਤੇ ਵਿਹਲਾ ਖੜਾ ਹੇਠਾਂ ਸ਼ੰਟ ਕਰਦੀਆਂ ਗੱਡੀਆਂ ਦਾ ਤਮਾਸ਼ਾ ਵੇਖ ਰਿਹਾ ਸਾਂ। ਐਤਵਾਰ ਦਾ ਦਿਨ ਸੀ। ਸਕੂਲੇ ਛੁੱਟੀ ਸੀ। ਅਚਾਨਕ ਮੇਰੇ ਮਨ ਵਿੱਚ ਫਲਸਫੇ ਦੀ ਲਹਿਰ ਉੱਠ ਪਈ। ਜੀਵਨ ਰੇਲ ਗੱਡੀ ਦੇ ਸਫ਼ਰ ਵਾਂਗ ਹਨ। ਤਿੱਥ, ਵਾਰ, ਮਹੀਨੇ, ਸਾਲ ਸਟੇਸ਼ਨਾਂ ਵਾਂਗ ਹਨ। ਮੈਂ ਫੈਸਲਾ ਕੀਤਾ ਕਿ ਹਰ ਐਤਵਾਰ ਇਸ ਬਿੰਦ ਨੂੰ ਯਾਦ ਕਰਕੇ ਆਪਣੀ ਜੀਵਨ ਯਾਤਰਾ ਨੂੰ ਨਾਪਿਆ ਕਰਾਂਗਾ। ਇਸ ਮੂਰਖ ਜਿਹੇ ਪ੍ਰਣ ਨੂੰ ਖੌਰੇ ਕਿਉਂ ਮੈਂ ਅੱਜ ਤੱਕ ਨਿਭਾਉਂਦਾ ਚਲਾ ਆ ਰਿਹਾ ਹਾਂ। ਕਈ ਵਾਰੀ ਇਹਨੂੰ ਭੁੱਲਣ ਦੀ ਕੋਸ਼ਿਸ਼ ਕੀਤੀ ਹੈ, ਪਰ ਹਰ ਐਤਵਾਰ ਕਿਸੇ ਨਾ ਕਿਸੇ ਵੇਲੇ ਮੇਰਾ ਧਿਆਨ ਇਸ ਸਦਰ ਵਾਲੇ ਪੁਲ ਤੇ ਪਹੁੰਚ ਹੀ ਜਾਂਦਾ ਹੈ। ਮੈਂ ਖਿਝ ਜਾਂਦਾ ਹਾਂ ਅਤੇ ਅੰਗਰੇਜ਼ੀ ਦੀ ਇੱਕ ਕਵਿਤਾ ਚੇਤੇ ਆਉਂਦੀ ਹੈ। When as a baby I slept and wept, time crept. When as a boy I laughed and talked, time walked. When I became a full-grown man, time ran. And older as I daily grew, time flew. Soon I shall find in travelling on, time gone. ਉਦੋਂ ਜੀਵਨ ਗੱਡੀ ਵਾਂਗ ਤਾਂ ਜਾਪਿਆ ਸੀ, ਪਰ ਇਹ ਨਹੀਂ ਸੀ ਸੁੱਝਿਆ ਕਿ ਇਸ ਦਾ ਨਾਂ ਸੁਪਰ ਤੇਜ਼ਗਾਮ ਹੈ। ਗੱਡੀ ਇਸ ਪੁਲ ਹੇਠੋਂ ਸੱਪ ਵਾਂਗ ਵਲ ਖਾਂਦੀ ਪਿੰਡੀ ਦੇ ਪਲੇਟਫਾਰਮ ਨੰਬਰ 1 ਨਾਲ ਅੰਗ ਜੋੜ ਰਹੀ ਹੈ। ਸ਼ਾਮ ਡੂੰਘੀ ਹੋ ਗਈ। ਬੜੇ ਦੂਰ ਦੇ ਸਫ਼ਰ ਕਰਕੇ ਆਉਂਦਾ ਹੁੰਦਾ ਸਾਂ ਪਿੰਡੀ ਵਾਪਸ। ਉਸ ਘੜੀ ਦਾ ਖਿਆਲ ਕਰਕੇ ਜਦੋਂ ਟਾਂਗਾ ਘਰ ਦੇ ਬੂਹੇ ਜਾ ਖਲੋਵੇਗਾ, ਹਰ ਵਾਰੀ ਦਿਲ ਛਾਲਾਂ ਮਾਰਨ ਲੱਗ ਪੈਂਦਾ ਸੀ। ਮੈਂ ਥੱਲਾ ਚੜ੍ਹ ਕੇ ਪਿਤਾ ਜੀ ਦੇ ਦਫ਼ਤਰ ਵਿੱਚ ਜਾ ਵੜਾਂਗਾ ਅਤੇ ਉਹ ਹੱਕੇ-ਬੱਕੇ ਹੋ ਕੇ ਖੁਸ਼ੀ ਨਾਲ ਖੇਡਦੇ ਕੁਰਸੀ ਤੋਂ ਉੱਠ ਪੈਣਗੇ। ਓਏ ਬਲਰਾਜ, ਤੂੰ ਆ ਗਿਆ? ਤੇ ਫੇਰ ਉਹ ਆਪ ਨੌਕਰ ਨੂੰ ਆਵਾਜ਼ ਮਾਰਨਗੇ ਅਤੇ ਬਾਹਰ ਜਾ ਕੇ ਟਾਂਗੇ ਵਾਲੇ ਨੂੰ ਪੈਸੇ ਦੇਣਗੇ। ਉਹਨਾਂ ਨੂੰ ਪਤਾ ਸੀ ਪੁੱਤਰ ਨੂੰ ਜੇਬਾਂ ਖਾਲੀ ਕਰਕੇ ਹੀ ਘਰ ਨੂੰ ਪਰਤਣ ਦਾ ਸ਼ੌਕ ਹੈ। ਹੁਣ ਇਸ ਸ਼ਹਿਰ ਵਿੱਚ ਮੈਨੂੰ ਕੋਈ ਉਡੀਕਣ ਵਾਲਾ ਨਹੀਂ। ਮੈਂ ਘਰ ਨਹੀਂ ਜਾਣਾ, ਕਿਸੇ ਹੋਟਲ ਵਿੱਚ ਡੇਰਾ ਕਰਨਾ ਹੈ। ਸ਼ਹਿਰ ਵਾਲਿਓ, ਆਪਣੇ ਸ਼ਹਿਰ ਅੰਦਰ ਅਸੀਂ ਆਏ ਹਾਂ ਵਾਂਗ ਪਰਦੇਸੀਆਂ ਦੇ।